दलजीत सिंह बिट्टू ने मेरे कोले ये गल का एहसास किया भी गलत होया है। 2 बारी मेरे को एहसास किया, एक बारी जेल च मैं मिलिया उदों एहसास किया, एक मेरे बारी घर आए उदों एहसास किया। मैं उन्होंने कहा भी संधू का जो कतल होया है तुसीं गलत किया है। उन्हें बिना सोचे बिना मेरे तो यानी कि दुबारे कहने का मौका दे कहना भुपिंदर कुछ गल्लां गलत हुई ने, ये भी गलत होएगा। संधू का जो कतल है ये भी गलत होया। मेरे कोले भाई साहब मन्ने ने, मैं उन्हां दी इस गल दे उत्ते भी चलो मिसटेक हुई, गलती नूं गलती मन लेना, इदू वधिया इंसान इदू वधिया हीरा बंदा कोई हो ही नहीं सकता। जिस करके मैं उहदी रिस्पैक्ट करदा ते करदा रहांगा। उहदी हासी जो खचरी है, खचरी हासी संधू नूं गद्दार कहण दे उत्ते मौका नहीं जाण दिंदा। असीं मंजी साहब जो संत जैन सिंह जी खालसा भिडरां वाले उत्थे आउंदे सन तां बड़े जकारे छड्डदे, तां असीं उन्हां दे जो जाहो जलाल वेखदे बड़े प्रभावित हुंदे सी। जिन्हां दा पिछोकड़ कम्युनिज़म, जिन्हां ने लैनिनवाद, स्टालिन, मार्कस दे लिटरेचर पढ़िया होया है, ਉਹਦਾ ਜਿਹੜੀ ਨਿਉ ਹੈ ਨੀਂਹ ਹੈ, ਨੀਂਹ ਦੇ ਉੱਤੇ ਬਿਲਡਿੰਗ ਖੜ੍ਹਦੀ ਹੈ ਨਾ, ਉਹਦੀ ਨੀਹਾਂ ਦੇ ਵਿੱਚ ਰਸ਼ੀਅਨ ਲਿਟਰੇਚਰ ਤੁੰਨ ਕੇ ਭਰਿਆ ਹੋਇਆ ਹੈ। ਹੁਣ ਉੱਧਰ ਜੇ ਗੱਲ ਕਰਦਾ ਉਹਦੇ ਨਾਲ ਕੋਈ ਫਰਕ ਨਹੀਂ, ਕੋਈ ਉਹਦੀ ਹੋਂਦ ਨਹੀਂ ਹੈਗੀ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਇਨਕਲਾਬ ਹੈ ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਦਾ ਇਨਕਲਾਬ ਹੋ ਗਿਆ ਠੁੱਸ, ਦੁਕਾਨਦਾਰੀ ਹੋ ਗਈ ਉਦੋਂ ਖਤਮ, ਹੁਣ ਆ ਕੇ ਸਿੱਖ ਚਿੰਤਨ ਬਣ ਕੇ ਬਹਿ ਗਏ ਨੇਗੇ। ਬੜਾ ਭਿਅੰਕਰ ਸੀਨ ਸੀ, ਬੜੀਆਂ ਲਾਸ਼ਾਂ ਵੇਖੀਆਂ, ਲਾਸ਼ਾਂ ਦੇ ਵਿੱਚ ਮਾਤਾਵਾਂ ਵੀ ਜੇ ਤੜਫ ਰਹੀਆਂ ਸੀਗੀਆਂ, ਜਿਹਨਾਂ ਦੇ ਗੋਲੀਆਂ ਸਹਿਕ ਰਹੀਆਂ ਸੀਗੀਆਂ, ਬੰਦੇ ਸਹਿਕ ਰਹੇ ਸੀਗੇ। ਜੋੜੀ ਦੇ ਅੱਗੇ ਜਾਣ ਸਾਰ ਸਾਡੀਆਂ ਅੱਖਾਂ ਖੋਲ੍ਹੀਆਂ, ਮੇਰੀਆਂ ਅੱਖਾਂ ਖੋਲ੍ਹੀਆਂ। ਅੱਖਾਂ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਫਰੰਟ ਵਿਊ ਤੇ ਸਾਈਡ ਵਿਊ ਇੱਕ ਸਲੇਟ ਦੇ ਉੱਤੇ ਮੇਰਾ ਨਾਮ ਵਗੈਰਾ ਲਿਖ ਕੇ ਸਾਰਾ ਸਲੇਟ ਫੜਾ ਕੇ ਉਹ ਸਾਰੇ ਫੋਟੋਗ੍ਰਾਫੀ ਉਹਨਾਂ ਨੇ ਫੋਟੋ ਖਿੱਚੇ। ਫੋਟੋ ਖਿੱਚਣ ਉਪਰੰਤ ਮੇਰੇ ਅੱਖਾਂ 'ਤੇ ਫਿਰ ਪੱਟੀ ਬੰਨੀ ਅਤੇ ਉੱਤੇ ਕੰਬਲ ਪਾਇਆ ਅਤੇ ਵਾਪਸ ਸਾਨੂੰ ਮੈਨੂੰ ਜੇਲ੍ਹ ਵਿੱਚ ਲੈ ਗਏ। ਉਹਨੇ ਲਿਖਿਆ ਹਰਮਿੰਦਰ ਸਿੰਘ, ਮੈਂ ਚਲੋ ਇਹਦਾ ਨਾਂ ਹਰਮਿੰਦਰ ਸਿੰਘ ਹੈਗਾ। ਮੈਂ ਠੀਕ ਹੈ ਵੀ ਮੈਂ ਸਮਝ ਗਿਆ। ਫਿਰ ਲਿਖਿਆ ਗਾਂ, ਫਿਰ ਲਿਖਣਾ ਸ਼ੁਰੂ ਕੀਤਾ। ਮੈਂ ਫਿਰ ਧਿਆਨ ਨਾਲ ਦੇਖਿਆ ਵੀ ਕੀ ਲਿਖ ਰਿਹਾ ਹੈ। ਉੱਤੇ ਲਿਖਿਆ ਸੰਧੂ। ਮੈਂ ਕਿਹਾ ਹਰਮਿੰਦਰ ਸਿੰਘ ਸੰਧੂ, ਮੈਂ ਤੂੰ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਇੱਕ ਕੋਈ ਵੀ ਇਨਸਾਨ ਹੈ, ਜਦੋਂ ਘਰ ਦਾ ਜਿਹੜਾ ਮਾਹੌਲ ਹੁੰਦਾ, ਆਲਾ ਦੁਆਲਾ ਹੁੰਦਾ, ਆਲੇ ਦੁਆਲੇ ਤੋਂ ਉਹਨੂੰ ਪ੍ਰੇਰਨਾ ਮਿਲਦੀ ਹੈ, ਜਾਂ ਮਦਰ ਫਾਦਰ ਦੇ ਜੋ ਲਿਟਰੇਚਰ ਵਗੈਰਾ ਪੜ੍ਹਦੇ ਨੇ। ਐਕਚੁਅਲੀ ਮੇਰੇ ਅੰਦਰ ਬਚਪਨ ਤੋਂ ਹੀ ਇੱਕ ਚਿੱਤਰਕਾਰ ਬਣਨ ਦੀ ਯਾਨੀ ਕਿ ਇੱਛਾ ਸੀ। ਉਹ ਇੱਛਾ ਤਹਿਤ ਮੈਂ ਕਾਫੀ ਯਾਨੀ ਕਿ ਡਰਾਇੰਗ ਵਗੈਰਾ ਕਰਦਾ, ਦੀਵਾਰਾਂ ਦੇ ਉੱਤੇ ਤਸਵੀਰਾਂ ਵਗੈਰਾ ਬਣਾਉਂਦਾ। ਪ੍ਰੀਤ ਲੜੀ ਮੈਗਜ਼ੀਨ ਦੇ ਵਿੱਚ ਅਕਸਰ ਸਰਦਾਰ ਸੂਬਾ ਸਿੰਘ ਜੀ ਦੀਆਂ, ਸਰਦਾਰ ਕਿਰਪਾਲ ਸਿੰਘ ਜੀ ਦੀਆਂ, ਉਹਨਾਂ ਦੇ ਆਰਟ ਬਾਰੇ, ਉਹਨਾਂ ਦੀ ਜੀਵਨ ਬਾਰੇ ਉਹ ਕਹਾਣੀਆਂ ਵਗੈਰਾ ਆਉਂਦੀਆਂ ਤਾਂ ਫਾਦਰ ਸਾਹਿਬ ਮੈਨੂੰ ਸੁਣਾਇਆ ਕਰਦੇ ਸਨ। ਤਾਂ ਜਿਹੜੇ ਮੇਰੇ ਅੰਦਰਲਾ ਚਿੱਤਰਕਾਰ ਸੀ, ਇਹਨਾਂ ਕਹਾਣੀਆਂ ਤੋਂ ਬਾਅਦ ਉਹਨੇ ਯਾਨੀ ਕਿ ਉਹ ਜਾਗਣਾ ਸ਼ੁਰੂ ਹੋ ਗਿਆ। ਅਤੇ ਕੁਛ ਮੈਂ ਆਪਣੀ ਯਾਨੀ ਕਿ ਸਾਧਨਾ ਵਗੈਰਾ ਕਰਦਾ ਸੀ, ਪੇਂਟਿੰਗ ਪ੍ਰੈਕਟਿਸ ਵਗੈਰਾ ਕਰਦਾ ਸੀਗਾ। ਅਤੇ ਮੈਂ ਉਹ ਸੂਬਾ ਸਿੰਘ ਜੀ ਦੀਆਂ, ਸਰਦਾਰ ਕਿਰਪਾਲ ਸਿੰਘ ਜੀ ਦੀਆਂ ਤਸਵੀਰਾਂ ਹੀ ਦੇਖਦਾ ਤਾਂ ਉਹਨਾਂ ਤੋਂ ਪ੍ਰਭਾਵਿਤ ਵੀ ਬਹੁਤ ਹੁੰਦਾ ਸੀ। ਅਚਾਨਕ ਕੀ ਹੋਇਆ ਕਿ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ। ਮੇਰਾ ਪਿੰਡ ਧਨੌਲਾ ਹੈ। ਧਨੌਲੇ ਤੋਂ ਇੱਥੋਂ ਇੱਕ ਬੱਸ ਜਾਣੀ ਸੀ ਗ੍ਰਿਫਤਾਰੀ ਦੇਣ ਵਾਸਤੇ ਦਰਬਾਰ ਸਾਹਿਬ। ਤਾਂ ਮੇਰੇ ਦੋਸਤ ਮਿੱਤਰਾਂ ਨੇ ਮੈਨੂੰ ਕਿਹਾ ਵੀ ਆਪਾਂ ਗ੍ਰਿਫਤਾਰੀ ਦੇਣ ਜਾਣਾ ਅਤੇ ਦਰਬਾਰ ਸਾਹਿਬ ਵੀ ਆਪਾਂ ਦੇਖ ਕੇ ਆਵਾਂਗੇ ਅਤੇ ਮੱਥਾ ਵੀ ਟੇਕ ਕੇ ਆਵਾਂਗੇ। ਤਾਂ ਜਦੋਂ ਦਰਬਾਰ ਸਾਹਿਬ ਦੀ ਗੱਲ ਆਈ, ਮੇਰੇ ਅੰਦਰ ਤੁਰੰਤ ਇੱਕ ਅਜਾਇਬ ਘਰ ਦਾ, ਜੋ ਮੇਰੇ ਫਾਦਰ ਸਾਹਿਬ ਸੁਣਾਉਂਦੇ ਸੀ ਕਹਾਣੀ, ਵੀ ਅਜਾਇਬ ਘਰ, ਅਤੇ ਉੱਥੇ ਤਸਵੀਰਾਂ ਲਾਈਵ ਬਣੀਆਂ ਹੋਈਆਂ ਨੇ, ਪੇਂਟਿੰਗਸ ਬਣੀਆਂ ਹੋਈਆਂ ਨੇ ਕਿਰਪਾਲ ਸਿੰਘ ਦੀਆਂ, ਸਰਦਾਰ ਸੂਬਾ ਸਿੰਘ ਦੀਆਂ। ਮੈਂ ਉਸ ਲਾਲਚ ਤਹਿਤ, ਉਸ ਇੱਛਾ ਤਹਿਤ ਯਾਨੀ ਕਿ ਮੈਂ ਉੱਥੇ ਆਉਣ ਵਾਸਤੇ, ਉਹਨਾਂ ਜਾਣ ਵਾਸਤੇ ਤਿਆਰ ਹੋ ਗਿਆ। ਚਲੋ ਅਸੀਂ ਗਏ।
ਸਭ ਤੋਂ ਮੇਨ ਗੱਲ ਇੱਕ ਇਹ ਵੀ ਸੀ, ਜਾਣੀ ਕਿ ਉਸ ਟਾਈਮ ਮੇਰੇ ਲਈ ਦਰਬਾਰ ਸਾਹਿਬ ਜਾਣਾ, ਉਹਦੇ ਵਾਸਤੇ ਕਿਰਾਇਆ ਭਾੜਾ ਜਾਣੀ ਕਿ ਇੱਧਰ ਉੱਧਰ ਇਕੱਠਾ ਕਰਨਾ ਮੇਰੇ ਲਈ ਬਹੁਤ ਔਖਾ ਸੀਗਾ, ਕਿਉਂਕਿ ਘਰ ਦੇ ਹਾਲਾਤ ਕੁਛ ਇੱਦਾਂ ਦੇ ਸੀਗੇ, ਕੇਸ ਚੱਲਦੇ ਸੀਗੇ ਜ਼ਮੀਨ ਦੇ ਫਾਦਰ ਸਾਹਿਬ ਦੇ। ਇਸ ਕਰਕੇ ਉਹ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਮੈਂ ਜਾਣੀ ਕਿ ਕਾਫੀ ਵਾਰ ਸੋਚਿਆ ਸੀ ਜਾਣ ਬਾਰੇ, ਪਰ ਨਹੀਂ ਸੀ ਜਾ ਸਕਿਆ। ਪਰ ਉਹ ਮੈਨੂੰ ਵਧੀਆ ਮੌਕਾ ਮਿਲਿਆ ਜਾਣ ਦਾ। ਚਲੋ ਮੈਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਬੜਾ ਜਾਣੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੇ ਲੈਕਚਰ ਵਗੈਰਾ ਅਸੀਂ ਸੁਣਿਆ, ਅਤੇ ਸੰਤ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਇੱਕੋ ਸਟੇਜ ਦੇ ਉੱਤੇ ਬੋਲਦੇ, ਤਾਂ ਅਸੀਂ ਉੱਥੇ ਮੂਹਰੇ ਹੋ ਕੇ ਸੁਣਦੇ। ਅਤੇ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਪਾਣੀ ਛਕਣਾ, ਅਤੇ ਮੇਰਾ ਜ਼ਿਆਦਾ ਟਾਈਮ, ਮੇਰੀ ਜ਼ਿਆਦਾ ਇੱਛਾ ਸੀ ਅਜਾਇਬ ਘਰ ਵੱਲ ਝੁਕਾਅ ਸੀਗਾ। ਮੈਂ ਅਜਾਇਬ ਘਰ ਚਲੇ ਜਾਣਾ। ਅਜਾਇਬ ਘਰ ਦੇ ਵਿੱਚ ਸਰਦਾਰ ਅਮੋਲਕ ਸਿੰਘ ਆਰਟਿਸਟ ਉਦੋਂ ਉੱਥੇ ਪੇਂਟਿੰਗ ਕਰਦੇ ਸੀਗੇ, ਤਾਂ ਉਹਨਾਂ ਨੂੰ ਮੈਂ ਆਪਣੀ ਕਹਾਣੀ ਸੁਣਾਈ। ਸਾਰੀ ਕਹਾਣੀ ਉਹਨਾਂ ਬੇਨਤੀ ਉਹਨਾਂ ਨੂੰ ਰੱਖੀ, ਮੈਂ ਇੱਕ ਚਿੱਤਰਕਾਰ ਬਣਨਾ ਅਤੇ ਤੁਸੀਂ ਮੈਨੂੰ ਪ੍ਰੇਰਨਾ ਦਿਓ। ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਇੱਕ ਦੋ ਡਰਾਇੰਗਾਂ ਵੀ ਦਿੱਤੀਆਂ ਵੀ ਇੱਦਾਂ ਡਰਾਇੰਗ ਕਰ ਲਿਆ ਕਰ, ਇੱਥੇ ਇਹ ਕਰ ਲਿਆ ਕਰ। ਮੈਂ ਉਹਨਾਂ ਕੁਝ ਡਰਾਇੰਗ ਵੀ ਕਰਿਆ ਕਰਾਂ, ਕੁਝ ਉਹਨਾਂ ਦੀ ਮਦਦ ਵੀ ਕਰਿਆ ਕਰਾਂ। ਅਤੇ ਉਸ ਤੋਂ ਬਾਅਦ ਮੈਂ ਘੰਟਿਆਂ ਬੱਧੀ ਜੋ ਕਿਰਪਾਲ ਸਿੰਘ ਜੀ, ਸਰਦਾਰ ਸੋਭਾ ਸਿੰਘ ਦੀਆਂ ਤਸਵੀਰਾਂ ਉੱਥੇ ਲੱਗੀਆਂ ਹੋਈਆਂ ਸੀ, ਉਹਨਾਂ ਨੂੰ ਵੇਖਦਾ ਨਹੀਂ ਸੀਗਾ, ਉਹਨਾਂ ਨੂੰ ਮੈਂ ਪੜ੍ਹਦਾ ਸੀਗਾ, ਉਹਨਾਂ ਨੂੰ ਸਟੱਡੀ ਕਰਦਾ ਸੀਗਾ ਘੰਟਿਆਂ ਬੱਧੀ। 2-2 ਘੰਟੇ ਇੱਕ ਤਸਵੀਰ ਅੱਗੇ ਮੈਂ ਖੜ੍ਹੇ ਰਹਿਣਾ, ਇੱਕ ਇੱਕ ਟੱਚ ਸਟੱਡੀ ਕਰਨਾ। ਸੋ ਮੇਰੀ ਮੇਨ ਇੱਛਾ ਸੀ, ਯਾਨੀ ਕਿ ਉਹ ਮੇਰੀ ਜੋ ਸੁਪਨਾ ਸੀਗਾ ਉਹ ਅਜਾਇਬ ਘਰ ਦਾ ਉਹ ਪੂਰਾ ਹੋ ਗਿਆ। ਉਸ ਤੋਂ ਬਾਅਦ ਜਦੋਂ ਸਾਨੂੰ ਵੇਲ ਮਿਲਦੀ ਤਾਂ ਅਸੀਂ ਮੰਜੀ ਸਾਹਿਬ, ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਉੱਥੇ ਆਉਂਦੇ ਸਨ ਤਾਂ ਬੜੇ ਜੈਕਾਰੇ ਛੱਡਦੇ, ਤਾਂ ਅਸੀਂ ਉਹਨਾਂ ਦੇ ਜੋ ਜਾਹੋ ਜਲਾਲ ਵੇਖਦੇ ਬੜੇ ਪ੍ਰਭਾਵਿਤ ਹੁੰਦੇ ਸੀ। ਅਤੇ ਮਨ ਦੇਖੋ, ਇੱਕ ਊਰਜਾ ਹੁੰਦੀ ਹੈ ਬੰਦੇ ਅੰਦਰ, ਉਹ ਅਥਾਹ ਊਰਜਾ ਹੁੰਦੀ ਹੈ। ਉਹ ਜਦੋਂ ਉਹਦਾ ਅਸੀਂ ਦਿਸ਼ਾ ਜਿੱਧਰ ਮਰਜ਼ੀ ਮੋੜ ਲਈਏ, ਅਤੇ ਉਹਦੀ ਦਿਸ਼ਾ ਮੇਰੀ ਸੀ ਜਿਹੜੀ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੇ ਵੱਲ ਯਾਨੀ ਖਿੱਚਣੀ ਸ਼ੁਰੂ ਹੋ ਗਈ। ਅਚਾਨਕ ਇਹਨੇ ਅਟੈਕ ਹੋ ਗਿਆ। ਅਟੈਕ ਹੋਇਆ, 1 ਤਰੀਕ ਨੂੰ ਗੋਲੀ ਚੱਲੀ। ਮੈਂ ਪੁੱਛਿਆ, ਕਹਿੰਦੇ ਅਕਸਰ ਗੋਲੀ ਚੱਲਦੀ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਰੈਗੂਲਰ ਜੋ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ, ਬੜਾ ਭਿਅੰਕਰ ਸੀ, ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੀਗੇ, ਉੱਥੇ 6 ਤਰੀਕ ਨੂੰ, ਜਾਣੀ ਕਿ ਜਦੋਂ ਮੈਂ ਉਹ ਜਿਹੜਾ ਸੀਨ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨੀ ਸਕਿੰਟ ਦਾ 1000ਵਾਂ ਹਿੱਸਾ ਵੀ ਜੇ ਗੈਪ ਪਾ ਦਈਏ 1 ਸਕਿੰਟ ਦੇ ਵਿੱਚ ਤਾਂ ਵੀ ਉਹ ਘੱਟ ਹੈ। ਇੰਨੀ ਫਾਇਰਿੰਗ ਹੋ ਰਹੀ ਸੀ, ਐਡੀ ਜ਼ਬਰਦਸਤ ਫਾਇਰਿੰਗ ਹੋ ਰਹੀ ਸੀ। MMG LMG, ਜੋ ਬਾਅਦ 'ਚ ਪਤਾ ਲੱਗਿਆ ਨਾ ਵੀ ਇਹ ਜਿੱਦਾਂ 250 ਦਾ ਪਟਾ ਇੱਕੋ ਵਾਰੀ, ਉਹ ਬੜਾ ਭਿਅੰਕਰ ਸੀਨ ਸੀ। ਬੜੀਆਂ ਲਾਸ਼ਾਂ ਵੇਖੀਆਂ, ਲਾਸ਼ਾਂ ਦੇ ਵਿੱਚ ਅਸੀਂ ਟਾਈਮ ਬਸਰ ਵੀ ਕੀਤਾ। ਬੜੀ ਪਿਆਸ ਲੱਗੀ, ਪਾਣੀ ਨਹੀਂ ਸੀ ਮਿਲ ਰਿਹਾ, ਬੜੀ ਇੱਧਰ ਉੱਧਰ ਕਰਕੇ ਮੈਂ ਪਾਣੀ ਵੀ ਜੁਗਾੜ ਵੀ ਕੀਤਾ, ਪੀਤਾ ਪਾਣੀ। ਖੈਰ 6 ਜੂਨ ਨੂੰ ਯਾਨੀ ਕਿ ਸਾਡੇ ਉੱਥੋਂ ਸਾਨੂੰ ਰੈਸਟ ਕਰ ਲੈਂਦੇ ਨੇ। ਰੈਸਟ ਤਾਂ ਪਹਿਲਾਂ ਹੀ ਕਰ ਲਿਆ ਸੀਗਾ, ਅਤੇ 6 ਜੂਨ ਨੂੰ ਸਵੇਰੇ ਹੀ ਰੈਸਟ ਕਰ ਲਿਆ ਸੀਗਾ ਵੀ ਤੁਸੀਂ ਕੈਪਟਨ ਆਇਆ, ਕਹਿੰਦਾ ਤੁਸੀਂ ਰੈਸਟ ਹੋ ਚੁੱਕੇ ਹੋ, ਤੁਸੀਂ ਇਸ ਜਗ੍ਹਾ 'ਤੇ ਹੀ ਬੈਠਣਾ ਹੈਗਾ। ਖੈਰ ਉਸ ਤੋਂ ਬਾਅਦ ਸਾਨੂੰ ਯਾਨੀ ਕਿ 6 ਜੂਨ ਦੀ ਰਾਤ ਨੂੰ ਉੱਥੋਂ ਟਰੱਕ ਦੇ ਵਿੱਚ ਮਿਲਟਰੀ ਕੈਂਪ ਦੇ ਵਿੱਚ ਲੈ ਗਏ। ਮਿਲਟਰੀ ਕੈਂਪਾਂ ਦੇ ਵਿੱਚ ਸਾਨੂੰ ਥੋੜ੍ਹੀ ਰਾਹਤ ਮਿਲੀ ਵੀ ਚਲੋ ਇੱਥੇ ਪਾਣੀ ਵੀ ਮਿਲੇਗਾ, ਖਾਣਾ ਵੀ ਮਿਲੇਗਾ। ਅਤੇ ਬੜਾ ਅਜੀਬ ਮਾਹੌਲ ਸੀ, ਬੜਾ ਭਿਅੰਕਰ, ਦਿਮਾਗ ਦੇ ਉੱਤੇ ਬਹੁਤ ਡਿਪਰੈਸ਼ਨ ਸੀਗਾ। ਲਾਸ਼ਾਂ ਦਾ ਜੋ ਬਾਰ-ਬਾਰ ਉਹ ਲਾਸ਼ਾਂ ਅੱਗੇ ਆ ਰਹੀਆਂ ਸੀਗੀਆਂ, ਬਾਰ-ਬਾਰ ਉਹ ਮਿੱਝ ਅੱਗੇ ਆ ਰਹੀ ਸੀ, ਖੂਨ ਅੱਗੇ ਆ ਰਿਹਾ ਸੀ, ਤੜਫਦੇ ਬੱਚੇ ਅੱਗੇ ਆ ਰਹੇ ਸੀ, ਮਾਤਾਵਾਂ ਵੀ ਤੜਫ ਰਹੀਆਂ ਸੀਗੀਆਂ, ਜਿਹਨਾਂ ਦੇ ਗੋਲੀਆਂ ਸਹਿਕ ਰਹੀਆਂ ਸੀਗੀਆਂ, ਬੰਦੇ ਸਹਿਕ ਰਹੇ ਸੀਗੇ। ਬੜਾ ਡਿਪਰੈਸ਼ਨ ਹੋਇਆ। ਚਲੋ ਖੈਰ ਉੱਥੇ ਅਸੀਂ ਯਾਨੀ ਕਿ ਮੈਨੂੰ ਲਗਭਗ 10 ਦਿਨ ਮੈਂ ਉੱਥੇ ਰਿਹਾ। 10 ਦਿਨਾਂ ਬਾਅਦ ਇੱਕ ਯਾਨੀ ਪਹਿਲਾਂ ਹੀ ਇੱਕ ਸਕੈਨਿੰਗ ਹੋ ਰਹੀ ਸੀ ਕਿ ਜਗ੍ਹਾ 'ਤੇ ਖੜ੍ਹਾ ਲੈਂਦੇ ਸੀਗੇ, ਅੱਗੇ ਸ਼ੀਸ਼ਾ ਸੀ, ਸ਼ੀਸ਼ੇ ਪਿੱਛੇ ਜੋ ਇਸ਼ਾਰਾ ਹੁੰਦਾ ਸੀ ਇਹਨੂੰ ਰਾਈਟ ਸਾਈਡ ਲੈ ਜਾਓ, ਇਹਨੂੰ ਲੈਫਟ ਸਾਈਡ ਲੈ ਜਾਓ। ਖੈਰ ਮੈਨੂੰ ਯਾਨੀ ਕਿ ਖਾਸ ਬੰਦਿਆਂ ਦੀ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ। ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਸ਼ਾਮਲ ਕਰ ਲਿਆ ਹੈਗਾ। ਮੈਂ ਜਦੋਂ ਉਹਨਾਂ ਨੇ ਕਿਹਾ ਵੀ ਇਹਨੂੰ ਉਹ ਫਲਾਣੇ ਕਮਰੇ 'ਚ ਲੈ ਜਾਓ, ਉਹ ਕਮਰੇ 'ਚ ਮੈਂ ਗਿਆ ਤਾਂ ਉਸ ਕਮਰੇ ਦੇ ਵਿੱਚ ਕਾਫੀ ਉੱਥੇ ਸਿੰਘ ਬੈਠੇ ਸੀਗੇ। ਤਾਂ ਫਿਰ 18 ਜੂਨ ਨੂੰ ਉਹਨਾਂ ਨੇ ਯਾਨੀ ਕਿ ਮੈਨੂੰ ਉਸ ਕਮਰੇ 'ਚੋਂ ਫਿਰ ਅਲੱਗ ਕਰ ਲਿਆ। ਤਾਂ ਇੱਕ ਉਹ ਕਮਰੇ ਦੇ ਵਿੱਚ ਵੀ ਕਾਫੀ ਮੇਰੇ ਖਿਆਲ ਦੇ 17-18 ਆਦਮੀ ਸਿੰਘ ਬੈਠੇ ਸੀਗੇ। ਤਾਂ ਅੱਖਾਂ 'ਤੇ ਪੱਟੀ ਬੰਨੀ
ਅੱਖਾਂ 'ਤੇ ਪੱਟੀ ਬੰਨ੍ਹਣ ਉਪਰੰਤ ਉਹਨਾਂ ਨੇ ਸਾਡੀਆਂ ਜਾਣੀ ਪਿੱਛੇ ਹੱਥਕੜੀਆਂ ਲਾਈਆਂ ਅਤੇ ਸਾਨੂੰ ਟਰੱਕ 'ਚ ਵਹਾਇਆ। ਟਰੱਕ 'ਚ ਵਹਾ ਕੇ ਸਾਨੂੰ ਜਾਣੀ ਇੱਕ ਏਅਰਪੋਰਟ 'ਤੇ ਲੈ ਗਏ। ਬਾਅਦ 'ਚ ਪਤਾ ਲੱਗਿਆ ਵੀ ਏਅਰਪੋਰਟ ਹੈ, ਮੈਨੂੰ ਉਦੋਂ ਨਹੀਂ ਸੀ ਪਤਾ ਵੀ ਇਹ ਏਅਰਪੋਰਟ ਹੈਗਾ। ਏਅਰਪੋਰਟ 'ਤੇ ਲੈ ਗਏ, ਉੱਥੇ ਇੱਕ ਹਵਾਈ ਜਹਾਜ਼ ਦੇ ਵਿੱਚ ਸਾਨੂੰ ਉਹਨਾਂ ਨੇ ਬਹਾਇਆ। ਹਵਾਈ ਜਹਾਜ਼ 'ਚ ਬਹਾ ਕੇ ਸਾਨੂੰ ਜਾਣੀ ਕਿ ਪੰਜਾਬ ਪੁਲਿਸ ਸੀਗੀ, ਪਿੱਛੇ ਹੱਥਕੜੀਆਂ ਲੱਗੀਆਂ ਹੋਈਆਂ ਸੀਗੀਆਂ। ਮੈਂ ਜਿੱਦਾਂ ਕਿ ਇੱਕ ਸੀਟ ਦੇ ਉੱਤੇ ਜਿਹੜਾ ਪੰਜਾਬ ਪੁਲਿਸ ਦਾ ਜਵਾਨ ਬੈਠਾ ਸੀਗਾ, ਸਿਪਾਹੀ ਬੈਠਾ ਸੀਗਾ, ਉਹਦੇ ਪੈਰਾਂ 'ਚ ਅਸੀਂ ਜਾਣੀ ਕਿ ਪਿੱਛੇ ਹੱਥਕੜੀ ਲੱਗੀ ਹੋਈ, ਸਾਨੂੰ ਇਕੱਲੇ ਨੂੰ ਪਾਇਆ ਸੀਗਾ। ਖੈਰ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਜਾਣੀ ਕਿ ਇੱਕ ਵੱਖਰੀ ਜਿਹੀ ਬਚਕਨਾ ਕਹਿ ਲਓ ਜਾਂ 22 ਸਾਲ ਦੀ ਉਮਰ ਸੀਗੀ, ਅਤੇ ਮੇਰੇ ਅੰਦਰ ਇੱਕ ਚਿੱਤਰਕਾਰ ਬਣਨ ਦੇ ਨਾਲ ਨਾਲ ਇੱਕ ਪਾਇਲਟ ਬਣਨ ਦੀ ਇੱਛਾ ਵੀ ਸੀਗੀ ਵੀ ਮੈਂ ਇੱਕ ਹਵਾਈ ਜਹਾਜ਼ ਦਾ ਪਾਇਲਟ ਬਣਾ, ਮੈਂ ਹਵਾਈ ਜਹਾਜ਼ ਉਡਾਵਾਂ। ਜਦੋਂ ਮੈਂ ਉਸ ਜਹਾਜ਼ ਦੇ ਵਿੱਚ ਬੈਠਿਆ, ਮੇਰਾ ਜਿਹੜਾ ਪਿਛਲਾ ਸੀ ਸਾਰਾ ਕੁਛ ਇੱਦਾਂ ਲੱਗਿਆ ਵੀ ਗਾਇਬ ਹੋ ਗਿਆ, ਅਤੇ ਮੈਨੂੰ ਹਵਾਈ ਜਹਾਜ਼ 'ਚ ਬੈਠਣ ਦਾ ਇੱਕ ਵੱਖਰਾ ਚਾਅ ਜਿਹਾ ਮਹਿਸੂਸ ਹੋਇਆ ਅੰਦਰੋਂ। ਖੈਰ ਜਹਾਜ਼ ਟੇਕ ਆਫ ਕਰ ਗਿਆ। ਟੇਕ ਆਫ ਕਰਨ ਉਪਰੰਤ ਇਹ ਬੜੀ ਗੱਲ ਅਜੀਬ ਲੱਗੇਗੀ ਪਰ ਇਹ ਟਰੂ ਹੈ ਬਿਲਕੁਲ। ਟੇਕ ਆਫ ਕਰਨ ਉਪਰੰਤ ਜਿਹੜਾ ਮੇਨ ਵਿੰਗ ਹੁੰਦਾ ਹਵਾਈ ਜਹਾਜ਼ ਦਾ, ਉਹ ਵਿੰਗ ਦੇ ਉੱਤੇ ਹੀ ਸੀਟ ਸੀਗੀ, ਯਾਨੀ ਵਿੰਗ ਦੇ ਬਰਾਬਰ ਹੀ ਸੀਟ ਸੀਗੀ। ਤਾਂ ਮੇਰੇ ਜਿਹੜੀ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ, ਮੈਂ ਥੋੜ੍ਹਾ ਜਿਹਾ ਸਿਰ ਤਾਂ ਚੁੱਕ ਕੇ ਵੇਖਦਾ, ਅੱਖਾਂ ਦੇ ਵਿੱਚ ਦੀ ਮੈਨੂੰ ਕੁਛ ਦਿਖ ਰਿਹਾ ਸੀਗਾ, ਤਾਂ ਮੈਂ ਵਿੰਗ ਵੱਲ ਵੇਖਦਾ ਸੀਗਾ। ਵਿੰਗ ਦੇ ਉੱਤੇ ਇੱਕ ਉਹਨੂੰ ਹਵਾਈ ਜਹਾਜ਼ ਨੂੰ ਸਟੇਬਲ ਰੱਖਣ ਵਾਸਤੇ, ਅਗਰ ਇਸ ਤਰ੍ਹਾਂ ਹੁੰਦਾ ਤਾਂ ਉਹਨੂੰ ਸਟੇਬਲ ਰੱਖਣ ਵਾਸਤੇ ਐਲਰਾਊਂਡ ਲੱਗੇ ਹੁੰਦੇ ਨੇ। ਉਹਨਾਂ ਨੂੰ ਇਹ ਸਾਡੀ ਜਿਹੜੀ ਭਾਸ਼ਾ ਉਹਦੇ 'ਚ ਐਲਰਾਊਂਡ ਕਹਿੰਦੇ ਨੇਗੇ। ਉਹ ਐਲਰਾਊਂਡ ਦੀ ਜਿਹੜੀ ਮੂਵਮੈਂਟ ਸੀ ਮੈਂ ਜਾਣੀ 2 ਘੰਟੇ ਵੇਖਦਾ ਰਿਹਾ। ਖੈਰ ਮੈਂ ਜਾਣੀ ਉਸ ਜਿਹੜਾ ਸਫ਼ਰ ਸੀਗਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਮਾਨਿਆ, ਨਾ ਕਿ ਢਹਿੰਦੀ ਕਲਾ ਨਾਲ। ਮੈਂ ਚੜ੍ਹਦੀ ਕਲਾ ਨਾਲ ਮਾਨਿਆ, ਭਾਵੇਂ ਉਹ ਮੇਰਾ ਸ਼ੌਕ ਸੀਗਾ ਉੱਦਾਂ ਮੰਨਿਆ ਗਿਆ ਜਾਂ ਜਿੱਦਾਂ ਮਰਜ਼ੀ ਕਹਿ ਲਓ। ਖੈਰ ਜੇ ਉਹ ਤੋਂ ਬਾਅਦ ਜਹਾਜ਼ ਲੈਂਡ ਕੀਤਾ ਜੋਧਪੁਰ ਹਵਾਈ ਅੱਡੇ 'ਤੇ। ਬਾਅਦ 'ਚ ਪਤਾ ਲੱਗਿਆ ਇਹ ਵੀ ਜੋਧਪੁਰ ਹਵਾਈ ਅੱਡਾ ਹੈ, ਉਦੋਂ ਕੁਛ ਨਹੀਂ ਸੀ ਪਤਾ। ਜੋਧਪੁਰ ਹਵਾਈ ਅੱਡੇ 'ਤੇ ਲੈਂਡ ਕੀਤਾ। ਲੈਂਡ ਕਰਨ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਨੇ ਸਾਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਆਪ ਉੱਥੋਂ ਜਹਾਜ਼ ਦੇ ਵਿੱਚ ਵਾਪਸ ਬਹਿ ਕੇ ਜਹਾਜ਼ ਵਾਪਸ ਮੁੜ ਗਿਆ ਪੰਜਾਬ ਨੂੰ, ਅਤੇ ਸਾਨੂੰ ਉਹਨਾਂ ਨੇ ਟਰੱਕਾਂ ਵਿੱਚ ਵਹਾ ਕੇ ਉੱਥੋਂ ਅਜਮੇਰ ਜੇਲ੍ਹ ਵਿੱਚ ਲੈ ਗਏ। ਜੋਧਪੁਰ ਤੋਂ ਅਜਮੇਰ ਦਾ ਸਫ਼ਰ ਹੈਗਾ 2 ਘੰਟਿਆਂ ਦਾ ਲਗਭਗ। ਬਹੁਤ ਬੁਰੀ ਹਾਲਤ ਸੀ, ਥੱਕੇ ਸੀ, ਬਹੁਤ ਬਿਆਨ ਨਹੀਂ ਕਰ ਸਕਦੇ। ਡਿਊਟੀ ਦੇ ਅੱਗੇ ਜਾਣ ਸਾਰ ਸਾਡੀਆਂ ਅੱਖਾਂ ਖੋਲ੍ਹੀਆਂ, ਮੇਰੀਆਂ ਅੱਖਾਂ ਖੋਲ੍ਹੀਆਂ। ਅੱਖਾਂ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਫਰੰਟ ਵਿਊ ਅਤੇ ਸਾਈਡ ਵਿਊ ਇੱਕ ਸਲੇਟ ਦੇ ਉੱਤੇ ਮੇਰਾ ਨਾਮ ਵਗੈਰਾ ਲਿਖ ਕੇ, ਸਾਰਾ ਸਲੇਟ ਫੜਾ ਕੇ, ਉਹ ਸਾਰੇ ਫੋਟੋਗ੍ਰਾਫੀ ਉਹਨਾਂ ਨੇ ਫੋਟੋ ਖਿੱਚੇ। ਫੋਟੋ ਖਿੱਚਣ ਉਪਰੰਤ ਮੇਰੇ ਅੱਖਾਂ 'ਤੇ ਫਿਰ ਪੱਟੀ ਬੰਨੀ ਅਤੇ ਉੱਤੇ ਕੰਬਲ ਪਾਇਆ ਅਤੇ ਵਾਪਸ ਮੈਨੂੰ ਜੇਲ੍ਹ ਵਿੱਚ ਲੈ ਗਏ। ਜੇਲ੍ਹ ਦੇ ਵਿੱਚ ਲਗਭਗ ਮੇਰਾ ਖਿਆਲ ਹੈ ਉਦੋਂ ਮੇਰਾ ਖਿਆਲ ਹੈ 1-1.5 ਦਾ ਟਾਈਮ ਹੋਵੇਗਾ, 2 ਦਾ ਟਾਈਮ ਸੀਗਾ। ਅਤੇ ਜੇਲ੍ਹ ਦੇ ਵਿੱਚ ਲਿਜਾਣ 'ਤੇ ਉਹਨੇ ਕੋਠੜੀ ਖੋਲ੍ਹੀ। ਕੋਠੜੀ ਖੋਲ੍ਹਣ ਤੋਂ ਬਾਅਦ ਮੇਰੇ ਅੱਖਾਂ ਤੋਂ ਪੱਟੀ ਖੋਲ੍ਹੀ ਅਤੇ ਇੱਕ ਉਹਨਾਂ ਨੇ ਗੇਟ ਬੰਦ ਕੀਤਾ, ਸੰਤਰੀ ਨੇ ਗੇਟ ਬੰਦ ਕਰਨ ਉਪਰੰਤ। ਅਤੇ ਮੈਂ ਆਲਾ ਦੁਆਲਾ ਵੇਖਿਆ। ਉਹਨੇ ਕਿਹਾ ਵੀ ਆਹ ਦਰੀ ਪਈ ਆ, ਕਿ ਦਰੀ ਵਿਛਾਈ। ਦਰੀ ਵਿਛਾਉਂਦੇ ਉੱਤੇ ਡਿੱਗਣ ਸਾਰੀ ਨੀਂਦ ਆ ਗਈ। ਮੈਨੂੰ ਨੀਂਦ ਆ ਗਈ, ਬਹੁਤ ਗੂੜ੍ਹੀ ਨੀਂਦ ਆਈ। ਜਦੋਂ ਸਵੇਰ ਹੋਈ ਮੈਂ ਸਵੇਰੇ ਵੇਖਿਆ, ਬੜਾ ਰੁੱਖਾ ਜਿਹਾ ਮਾਹੌਲ, ਬੜੇ ਅਜੀਬ ਸੰਤਰੀਆਂ ਦੇ ਚਿਹਰੇ, ਸਾਡੀ ਤਰਫ ਬੜੇ, ਮੇਰੀ ਤਰਫ ਬੜੇ ਯਾਨੀ ਕਿ ਗੁੱਸੇ ਦੇ ਨਾਲ ਇੱਕ ਅਜੀਬ ਜਿਹੇ ਯਾਨੀ ਬਿਹੇਵ ਮੇਰੇ ਨਾਲ ਉਹ ਹੋ ਰਿਹਾ ਸੀਗਾ। ਤਾਂ ਉਹ ਵੇਖ ਰਹੇ ਸੀਗੇ ਪਰ ਕੁਛ ਨਹੀਂ ਸੀ ਬੋਲ ਰਹੇ, ਮੂੰਹੋਂ ਕੁਝ ਨਹੀਂ ਸੀ ਬੋਲ ਰਹੇ। ਅਤੇ ਇੱਕ ਵਾਰ ਮੈਂ ਬੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਨੂੰ ਯਾਨੀ ਕਿ ਧਮਕਾਇਆ ਵੀ ਨਹੀਂ ਬੋਲਣਾ ਨਹੀਂ ਗਾ। ਵੀ ਚਾਹ ਪਾਣੀ ਉਹਨੇ ਚਾਹ ਲੈ ਕੇ ਆਏ, ਚਾਹ ਪੀਤੀ ਅਤੇ ਫਿਰ ਖਾਣਾ ਆ ਗਿਆ। ਖਾਣਾ ਆਉਣ ਤੋਂ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਅਜਮੇਰ ਜੇਲ੍ਹ ਹੈ। ਉਹ ਕਿਵੇਂ ਪਤਾ ਲੱਗਿਆ? ਮੈਂ ਜਿਹੜਾ ਸੰਤਰੀ ਸੀਗਾ, ਜਦੋਂ ਉਹਨੂੰ ਮੈਨੂੰ ਰੋਟੀ ਫੜਾਉਣ ਲੱਗਿਆ ਤਾਂ ਉਹਦੀ ਬੈਲਟ 'ਤੇ ਲਿਖਿਆ ਸੀ ਰਾਜਸਥਾਨ ਜੇਲ੍ਹ, ਰਾਜਸਥਾਨ ਕਾਰਾਗ੍ਰਹਿ, ਕੁਛ ਇੱਦਾਂ ਲਿਖਿਆ ਹੋਇਆ ਸੀ ਉਹਦੀ ਬੈਲਟ ਦੇ ਉੱਤੇ। ਮੈਂ ਪੜ੍ਹ ਲਿਆ ਵੀ ਇਹ ਰਾਜਸਥਾਨ ਦੀ ਜੇਲ੍ਹ ਵਿੱਚ ਅਸੀਂ ਅਜਮੇਰ। ਉਹ ਯਾਨੀ ਕਿ ਇੱਦਾਂ ਸੀ ਵੀ 10 ਸੈੱਲ ਇਸ ਤਰਫ ਸੀ, 10 ਸੈੱਲ ਆਮੋ ਸਾਹਮਣੇ, 10-10 ਸੈੱਲ ਬਣੇ ਹੋਏ ਸੀਗੇ, ਜਿਹਨੂੰ ਆਪਾਂ ਚੱਕੀਆਂ ਕਹਿ ਦਿੰਦੇ ਹਾਂ, ਕੋਹੜੀਆਂ ਕਹਿ ਦਿੰਦੇ ਹਾਂ। 10 ਇੱਧਰ ਸੀ, 10 ਸਾਹਮਣੇ ਸੀ, ਵਿਚਾਲੇ 35 ਫੁੱਟ ਦਾ ਫਾਸਲਾ ਸੀਗਾ। ਖੈਰ ਮੈਂ ਉੱਥੇ ਆਪਣੇ ਆਪ ਨੂੰ ਯਾਨੀ ਕਿ ਮੈਂਟਲੀ ਤਿਆਰ ਕੀਤਾ, ਥੋੜ੍ਹਾ ਜਿਹਾ ਅਪਸੈਟ ਵੀ ਹੋਇਆ। ਅਤੇ ਉਸ ਤੋਂ ਬਾਅਦ ਮੇਰੀ ਯਾਨੀ ਕਿ 2-4 ਦਿਨਾਂ ਬਾਅਦ ਉਹ ਜਿਹੜਾ ਸੀਗਾ, ਉਹ ਮੈਨੂੰ ਪਤਾ ਲੱਗਿਆ ਵੀ ਇਹ ਜਲਦੀ ਇੱਥੋਂ ਰਿਹਾਈ ਨਹੀਂ ਹੋਏਗੀ।
ਜਲਦੀ ਖੇਡਾਂ 'ਚ ਛੁੱਟ ਗਿਆ। ਵੀ ਉਹ ਮੈਨੂੰ ਇੱਕ ਬੜਾ ਭਰਾ ਮਾਨਸ ਸੀਗਾ, ਮੇਰੇ ਯਾਦ ਹੈ, ਜਸਵੰਤ ਸਿੰਘ ਸੀ ਉਹਦਾ ਨਾਂ, ਹੌਲਦਾਰ ਸੀਗਾ। ਕਹਿੰਦਾ ਵੀ आप आराम से बैठो, 1 साल भी लग सकता है, 2 साल भी लग सकते हैं, बहुत समय लग सकता है, यहीं रहना पड़ेगा आपको। चलो खैर अपने मन ਨੂੰ ਮਜ਼ਬੂਤ ਕੀਤਾ। ਮਜ਼ਬੂਤ ਕਰਨ ਤੋਂ ਬਾਅਦ ਉਹਨਾਂ ਨੇ ਮੇਰਾ ਜਿਹੜਾ ਇੱਕ ਸੈੱਲ ਮੈਨੂੰ ਬਾਹਰ ਕੱਢਿਆ ਇੱਕ ਦਿਨ, ਉਹ ਸੈੱਲ ਤੋਂ ਮੈਨੂੰ 20 ਨੰਬਰ ਸੈੱਲ ਦੇ ਵਿੱਚ ਬੰਦ ਕਰ ਦਿੱਤਾ। 20 ਨੰਬਰ ਸੈੱਲ ਵਿੱਚ ਬੰਦ ਕਰਨ ਤੋਂ ਬਾਅਦ ਮੈਂ ਯਾਨੀ ਕਿ ਉਹ ਥੋੜ੍ਹਾ ਬਹੁਤਾ ਟਹਿਲਦਾ ਰਹਿੰਦਾ, ਵਿੱਚ ਵੇਖਦਾ ਰਹਿੰਦਾ, ਅਤੇ ਫਿਰ ਮੈਂ ਆਪਣੇ ਆਪ ਦਾ ਜਿਹੜਾ ਮਾਨਸਿਕ ਜਿਹੜਾ ਦ੍ਰਿਸ਼ਟੀਕੋਣ ਸੀ, ਦਿਮਾਗ ਦੀ ਸੋਚਣੀ ਸੀਗੀ, ਉਹਨੂੰ ਟੋਟਲੀ ਬਦਲਤਾ। ਬਦਲਿਆ ਕਿੱਦਾਂ ਵੀ ਮੈਂ ਸੋਚਿਆ ਵੀ ਇਹ ਜਿਹੜੀ ਉਹਨੂੰ ਮੈਂ ਕੋਠੜੀ ਨੂੰ ਸਾਫ਼ ਕੀਤਾ। ਮੈਂ ਕਿਹਾ ਵੀ ਇਹ ਮੇਰਾ ਆਪਣਾ ਸਟੂਡੀਓ ਹੈਗਾ ਜਿੱਥੇ ਮੈਂ ਪੇਂਟਿੰਗ ਕਰਨੀ ਹੈ। ਇਹ ਮੈਨੂੰ ਫ੍ਰੀ ਮਿਲਿਆ, ਫ੍ਰੀ ਮੈਨੂੰ ਖਾਣਾ ਮਿਲ ਗਿਆ, ਅਤੇ ਮੂਹਰੇ ਗਾਰਡ ਫਿਰਦੇ ਨੇਗੇ, ਉਹ ਮੇਰੀ ਸੁਰੱਖਿਆ ਲਈ ਨੇਗੇ। ਮੈਂ ਆਪਣੇ ਆਪ ਨੂੰ ਇਹ ਸਮਝਦਾ ਵੀ ਇਹ ਮੇਰਾ ਸਟੂਡੀਓ ਹੈਗਾ। ਮੈਂ ਇਹਨੂੰ ਜੇਲ੍ਹ ਸ਼ਬਦ ਕੋਠੜੀ ਬਿਲਕੁਲ ਦਿਮਾਗ 'ਚੋਂ ਕੱਢ ਦਿੱਤਾ। ਪਹਿਲੇ 2-3 ਮੈਂ ਬਹੁਤ ਘਬਰਾਇਆ, ਮੇਰਾ ਦਿਲ ਕਰੇ ਮੈਂ ਯਾਨੀ ਕਿ ਕੰਧਾਂ ਵਿੱਚ ਟੱਕਰਾਂ ਮਾਰਾਂ, ਚੀਕਾਂ ਮਾਰਾਂ, ਬਹੁਤ ਬੁਰੀ ਹਾਲਤ ਹੋ ਗਈ ਸੀ। ਪਰ ਫਿਰ ਮੈਂ ਪਾਣੀ ਪੂਣੀ ਪੀ ਕੇ ਆਪਣੇ ਆਪ ਨੂੰ ਸੰਭਾਲਿਆ। ਸੰਭਾਲ ਕੇ ਮੈਂ ਉਸ ਕੋਠੜੀ ਨੂੰ ਆਪਦਾ ਘਰ ਸਮਝਣਾ ਸ਼ੁਰੂ ਕਰ ਦਿੱਤਾ। ਅਚਾਨਕ ਕੀ ਹੋਇਆ, ਖਾਣਾ ਆਇਆ। ਉੱਥੇ ਜਿਹੜੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਖਾਣਾ ਰੋਟੀ ਬਣਦੀ ਸੀ, ਉਹ ਕੋਲਿਆਂ ਦੇ ਉੱਤੇ ਤਪਾਉਂਦੇ ਸੀ ਉਹਨੂੰ। ਉਹ ਕੋਲਿਆਂ ਦੇ ਪੀਸ ਰੋਟੀ ਦੇ ਵਿੱਚ ਚਿਪਕ ਕੇ ਆ ਜਾਂਦੇ ਸੀਗੇ। ਉਹ ਮੈਂ ਇਕੱਠੇ ਕਰਦਾ, ਮੈਂ ਟੈਕਨੀਕਲ ਮਾਈਂਡ ਸੀਗਾ, ਮੈਂ ਇਕੱਠੇ ਕਰਦੇ ਰਹਿਣਾ। ਉਹ ਕੋਲੇ ਦੇ ਪੀਸਾਂ ਦੇ ਨਾਲ ਮੈਂ ਦੀਵਾਰ ਦੇ ਉੱਤੇ ਪੇਂਟਿੰਗ ਸ਼ੁਰੂ ਕਰ ਦਿੱਤੀ, ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਸਟੱਡੀ ਕਰਨੀ ਸ਼ੁਰੂ ਕਰਤੀ। ਕਈ ਸੰਤਰੀਆਂ ਦੀ ਮੈਂ ਫੇਸ ਨੂੰ ਸਟੱਡੀ ਕਰਦਾ, ਉਹਨਾਂ ਦੀ ਅਨਾਟੋਮੀ ਸਟੱਡੀ ਕਰਦਾ, ਅਤੇ ਕਾਫੀ ਮੈਂ ਜਾਨੀ ਚਿੱਤਰਕਾਰੀ ਉੱਥੇ ਕੀਤੀ। ਮੇਰਾ ਜਿਹੜਾ ਪਿਛੋਕੜ ਸੀ, ਕੋਈ ਫੈਡਰੇਸ਼ਨ ਦੇ ਨਾਲ ਨਹੀਂ ਸੀਗਾ, ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਸੀਗਾ। ਇੱਕ ਅਜਾਇਬ ਘਰ ਵੇਖਣ ਦੇ ਚਾਅ ਦੇ ਵਿੱਚ ਗਏ, ਉੱਥੇ ਜਾ ਕੇ ਨਜ਼ਰੀਆ ਚੇਂਜ ਹੋਣਾ ਸ਼ੁਰੂ ਹੋ ਗਿਆ। ਜੋ ਸੰਤਾਂ ਦੇ ਭਾਸ਼ਣ ਸੁਣੇ, ਉੱਥੇ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ। ਉੱਥੇ ਰੌਣਕ ਬੜੀ, ਮੇਲਾ ਬੜਾ ਸ਼ਾਨਦਾਰ ਸੀਗਾ, ਬੜੇ ਉੱਥੇ ਯਾਨੀ ਕਿ ਜੀ ਲੱਗਣਾ ਸ਼ੁਰੂ ਹੋ ਗਿਆ ਵੀ ਆ ਤਾਂ ਮੇਰੇ ਕੋਲ ਇੱਕੋ ਕੁੜਤਾ ਪਜਾਮਾ ਸੀਗਾ। ਦੇਖੋ, ਇੱਕ ਕੁੜਤਾ ਪਜਾਮੇ ਦੀ ਹੀ ਸਮਰੱਥਾ ਯਾਨੀ ਕਿ ਮੈਂ ਪਿੱਛੋਂ ਲੈ ਕੇ ਆਇਆ ਸੀ, ਉਹੀ ਸੀ ਮੇਰੇ ਕੋਲ ਘਰੇ ਵੀ ਲਗਭਗ। ਖੈਰ ਉੱਥੇ ਕੀ ਹੋਇਆ ਕਿ ਅਚਾਨਕ ਕੀ ਹੋਇਆ, ਇੱਕ ਵਾਰੀ ਹਵਾ ਦਾ ਯਾਨੀ ਕਿ ਉੱਥੇ ਇਸ ਤਰ੍ਹਾਂ ਸੀਗਾ, ਮੰਨ ਲਓ ਇੱਦਾਂ ਜੰਗਲ ਬਣਿਆ ਹੋਇਆ ਲੋਹੇ ਦਾ, ਇਹ ਕੋਠੜੀ ਹੈ, ਉਦੋਂ 10 ਫੁੱਟ ਦੇ ਉੱਤੇ ਦੀਵਾਰ ਹੈ, ਦੀਵਾਰ ਦੇ ਵਿੱਚ ਲੱਕੜ ਦਾ ਗੇਟ ਬਣਿਆ ਹੋਇਆ ਤਾਂ ਕਿ ਇਸ ਜਿਹੜਾ ਕੋਠੜੀ ਦੇ ਵਿੱਚ ਬੰਦ ਹੈ, ਇਹਨੂੰ ਬਾਹਰ ਕੁਛ ਨਾ ਦਿਖੇ। ਉਹ ਕਿਤੇ ਸੰਤਰੀ ਨੇ ਉਹ ਥੋੜ੍ਹਾ ਜਿਹਾ ਬੂਆ ਅਰਲ ਵਗੈਰਾ ਨਾ ਲਾਇਆ ਅਤੇ ਉਹ ਖੁੱਲ੍ਹਾ ਰਹਿ ਗਿਆ, ਅਤੇ ਹਵਾ ਦਾ ਬੁੱਲਾ ਆਇਆ, ਬਹੁਤ ਤੇਜ਼ ਹਵਾ ਦੇ ਬੁੱਲੇ ਨੇ ਉਸ ਯਾਨੀ ਕਿ ਪੁਰਾਣਾ ਜਿਹੜਾ ਗੇਟ ਸੀ ਲੱਕੜ ਦਾ, ਉਹਨੂੰ ਖੋਲ੍ਹ ਦਿੱਤਾ। ਅਜੀਬ ਜਿਹੀ ਆਵਾਜ਼ ਆਈ ਅਤੇ ਉਹ ਗੇਟ ਖੁੱਲ੍ਹ ਗਿਆ। ਤਾਂ ਮੈਂ ਸਾਹਮਣੇ ਕੀ ਵੇਖਿਆ, ਇੱਕ ਛਾਂਟੇਮੀਜ਼ ਸਰੀਰ ਦਾ 5.5 ਫੁੱਟ, ਪੌਣੇ 6 ਫੁੱਟ ਦਾ ਬੰਦਾ, ਮੁੰਡਾ, 30 ਸਾਲ ਉਮਰ, 28-30 ਸਾਲ ਦੀ ਉਮਰ, ਸਿਰੋਂ ਨੰਗਾ, ਜੂੜਾ ਕੀਤਾ ਹੋਇਆ, ਬਨੈਣ ਪਾਈ ਹੋਈ, ਇੱਕ ਕਛਹਿਰਾ ਪਾਇਆ ਹੋਇਆ, ਕੋਈ ਪੈਰਾਂ 'ਚ ਕੁਛ ਨਹੀਂ, ਸਿਰ 'ਤੇ ਵੀ ਕੁਛ ਨਹੀਂ ਹੈਗਾ ਉਹਦੇ। ਮੈਂ ਵੇਖਿਆ, ਮੈਂ ਜਦ ਅਚਾਨਕ ਦੇਖਿਆ, ਮੈਂ ਉਹਨੂੰ ਇਸ਼ਾਰਾ ਕੀਤਾ ਵੀ ਉਹਨੇ ਮੈਨੂੰ ਵੀ ਇਸ਼ਾਰਾ ਕੀਤਾ। ਬਸ ਮੈਂ ਇੱਦਾਂ ਲੱਗਿਆ ਵੀ ਉਹ ਮੈਨੂੰ ਪੁੱਛ ਰਿਹਾ ਵੀ ਤੂੰ ਕੌਣ ਹੈ, ਮੈਂ ਉਹਨੂੰ ਪੁੱਛਿਆ ਵੀ ਤੂੰ ਕੌਣ ਹੈਗਾ। ਖੈਰ ਮੈਨੂੰ ਨਹੀਂ ਪਤਾ ਵੀ ਉਹ ਬੰਦਾ ਕੌਣ ਹੈ, ਮੈਂ ਨਹੀਂ ਪਹਿਚਾਣਿਆ। ਚਲੋ ਇੰਨੇ ਨਾਲ ਮੈਨੂੰ ਐਂ ਹੋ ਗਿਆ ਵੀ ਮੈਂ ਇਕੱਲਾ ਨਹੀਂ ਹੈਗਾ, ਇੱਥੇ ਬੰਦੇ ਹੋਰ ਵੀ ਨੇਗੇ। ਚਲੋ ਮੈਨੂੰ ਥੋੜ੍ਹਾ ਜਿਹਾ ਜੀ ਲੱਗ ਗਿਆ, ਮੇਰਾ ਦਿਲ ਲੱਗ ਗਿਆ ਵੀ ਯਾਰ ਮੈਂ ਇਕੱਲਾ ਨਹੀਂ ਹੈਗਾ, ਬੰਦਾ ਹੈਗਾ ਸਾਹਮਣੇ। ਤਾਂ ਮੇਰੇ ਯਾਦ ਹੈ, ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਆ ਗਈ। ਉਹ ਸਬਜ਼ੀ ਜਦੋਂ ਆਈ ਤਾਂ ਮੇਰੇ ਦਿਮਾਗ ਦੇ ਇਹਨੇ ਗੇਟ ਥੋੜ੍ਹਾ ਖੁੱਲ੍ਹਿਆ ਹਵਾ ਦੇ ਨਾਲ, ਜਾਂ ਉਹ ਕਈ ਵਾਰ ਉਹਨਾਂ ਦਾ ਖੁੱਲ੍ਹਾ ਰਹਿ ਜਾਂਦਾ ਸੀਗਾ, ਸਾਹਮਣੇ ਵਾਲਾ ਗੇਟ ਵੀ ਖੁੱਲ੍ਹਾ ਸੀਗਾ। ਮੈਂ ਪਲੇਟ ਦੇ ਉੱਤੇ, ਵਾਈਟ ਪਲੇਟ ਹੁੰਦੀ ਸੀ ਟੀਨ ਦੀ ਪਲੇਟ ਦੇ ਉੱਤੇ ਕੋਟਿੰਗ ਕੀਤੀ ਹੁੰਦੀ ਚੀਨੀ ਦੀ। ਆਮ ਤੌਰ 'ਤੇ ਹੌਸਪੀਟਲਾਂ ਦੇ ਭਾਂਡੇ ਹੁੰਦੇ ਨੇ, ਜੋ ਹੁੰਦੇ ਨੇ ਸਰਕਾਰੀ ਹੌਸਪੀਟਲਾਂ 'ਚ, ਉਹਦਾ ਪਲੇਟ ਸੀਗੀ ਵਾਈਟ ਕਲਰ ਦੀ। ਮੈਂ ਉਹਦੇ ਉੱਤੇ ਧੱਦਾ, ਨੰਨਾ, ਕਨੌੜਾ, ਲੱਲੇ ਨੂੰ ਕੰਨਾ, ਧਨੌਲਾ ਲਿਖਿਆ, ਉਹ ਫਲੀਆਂ ਨੂੰ ਜੋੜ ਕੇ। ਉਹ ਮੈਂ ਉਹਨੂੰ ਜਦੋਂ ਉਹ ਬੰਦੇ ਵੱਲ ਕੀਤਾ ਤਾਂ ਉਹ ਕਹਿੰਦਾ ਵੀ ਓਕੇ, ਮੈਂ ਸਮਝ ਗਿਆ। ਮੈਂ ਦੱਸਿਆ ਮੇਰਾ ਪਿੰਡ, ਉਹ ਸਮਝ ਗਿਆ ਵੀ ਇਹਦਾ ਪਿੰਡ ਧਨੌਲਾ ਹੈਗਾ।
मैं उन्होंने पूछा भी तुसी, वो बंदे ने फिर जानी कि इदां हवा दे विच एक अखर लिखिया, फिर दूजी बार लिखिया, फिर तीजी बार लिखिया, मेरे याद है तीजी बार मैं वो समझ गया, उन्हें लिखिया हरमिंदर सिंह। मैं चलो ਇਹਦਾ नाम हरमिंदर सिंह हैगा। मैं ठीक है भी मैं समझ गया। फिर लिखा गान, फिर लिखना शुरू किया, मैं फिर ध्यान देखा भी की लिख रहा है, उत्ते लिखा संधू। मैं कहा हरमिंदर सिंह संधू, मैं तू है? कहना हाँ मैं हरमिंदर सिंह संधू। मेरे दिमाग 'ਚ ਇਹ ਸੀ ਕਿਉਂਕਿ ਅਖਬਾਰਾਂ ਦੇ ਵਿੱਚ ਅਸੀਂ ਬਿਆਨ ਪੜ੍ਹਦੇ ਸੀ ਉਹਨਾਂ ਦੇ, ਜੋਗ ਦੇ ਹਰਮਿੰਦਰ ਸਿੰਘ ਸੰਧੂ ਦਾ ਇੱਕ ਨਾਮ ਵੀ ਸੀਗਾ, ਮੈਂ ਵੇਖਿਆ ਹੈ ਨਹੀਂ ਸੀਗਾ, ਮੇਰੇ ਤੇ ਦਿਮਾਗ ਤਾਂ ਇਹ ਸੀ ਵੀ ਹਰਮਿੰਦਰ ਸਿੰਘ ਸੰਧੂ ਇੱਕ 6.5 ਫੁੱਟ ਦਾ ਲੰਬਾ, ਉੱਚਾ ਲੰਬਾ ਜਵਾਨ ਮੁੰਡਾ ਹੋਏਗਾ, ਚੰਗਾ ਲੰਬਾ ਦਾੜਾ ਹੋਏਗਾ ਤੇ ਬਹੁਤ ਤਕੜੀ ਬੋਡੀ ਹੋਏਗੀ, ਵੀ ਯਾਰ ਇਹ ਤਾਂ ਹਰਮਿੰਦਰ ਸਿੰਘ। ਮੈਨੂੰ ਸ਼ੰਕਾ ਹੋਈ ਵੀ ਝੂਠ ਮਾਰਦਾ ਵੀ ਹਰਮਿੰਦਰ ਸਿੰਘ ਸੰਧੂ ਇੱਦਾਂ ਥੋੜ੍ਹਾ ਹੋਊਗਾ। ਖੈਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਹਰਮਿੰਦਰ ਸਿੰਘ ਸੰਧੂ ਹੈ। उसने यानी कि फिर उस तो बाद साडा की होया, साडा डेली का रूटीन चल पिया। जदों भी गेट खुलना असीं उहने हवा च अखर लिखने, मैं हवा च अखर लिखने, असीं गल्लां करनियां शुरू करतियां उस विच हौली हौली, 1 हफ्ते 2 हफ्ते 3 हफ्ते। साडी यानी कि इन्नी स्पीड बन गई सी भी असीं महसूस नहीं सी करदे भी असीं गल नहीं कर सकदे। साडी एक जवान असीं यानी विकसित कर लई सी, एक भाषा विकसित कर लई सी, एक स्टाइल विकसित कर लिया सी गल्लां करन दा। बहुत स्पीड उन्होंने गल्लां करनियां, इन्ना स्पीड बहुत स्पीड, जिन्नी भी स्पीड कह दे उन्नी स्पीड नाल मैं समझी जाना ते मैं गल्लां करनियां उन्होंने समझी जानियां। उन्होंने यानी कि मैं उन्होंने गल्लां पुछनियां सारियां इदां दा करना, फिर उन्होंने कई बार सवाल करने, फिर मैं दसना मैनूं हवाई जहाज में फ्लैंग का बहुत शौक है, मैं पायलट बनने की इच्छा सी मेरी, मैं एक चित्रकार भी हाँ। तो फिर उन्होंने यानी कि राइटर ब्रदर दी 1-2 कहानियां सुनाइयां भी वो 2 ब्रदर से इन्होंने ऐ करके भी जहाज बनाया। खैर गल्लां चलदियां रहिंदियां। तो कोई फैडरेशन के नाल जां संतां दे नाल जां इस विषय के नाल मेरी उन्होंने कदे गल नहीं सी हुई, जां ये कह लो भी वो महसूस लोड़ नहीं महसूस कर रहा सीगा भी ये मूहरे मैं की संतां दी गल्लां करांगा, की फैडरेशन दी करांगा, तो ये गल्लां ही अजीब होंदियां नेगियां भी उस मैनूं समझ चुक्या सीगा भी एक इनोसेंट जिहा बंदा हैगा। टाइम लंघदा गया, समा बीतदा गया, दिन बीतते गए, हफ्तियां महीनियां ते सालां दी यानी कि लगभग पौने साल की वो सारी करते। एक दिन की होया कि सारा जो जेल का माहौल सीगा वो एक गमगीन जिहा हो गया, उदास जिहा हो गया। कोई सानू बुलावे ना, जिदा पहला पुछदे सी सरदार कैसे हो, कोई बुलावे ना, खाना रोटी रख जाया करन, दाल पा जाया करन, एकदम गेट बंद कर दिया करन, ताला चैक कराया करन जोर जोर दी मार के, गेट बंद कर दिया करन ते चले जाया करन। मैनूं भी पता लग गया उन्होंने बॉडी लैंगुएज ते जो माहौल से भी बदल चुकिया है। मैनूं शंका हो गया भी कुछ गल है भी जां तां भी सानूं मारनगे, भी फांसी देणगे। उदों ये भी नहीं सी पता भी केस चलदा हुंदा। मैं इन्ना इनोसेंट सीगा, मैनूं ये नहीं सी पता भी मेरे केस चलने तो बाद जज सज़ा लाउंदा ते फिर फांसी हुंदी है, मतलब हुण फांसी लाउणगे। खैर ये सिलसिला लगभग 10 दिन चलता रहा। जदों एक दो बारी साडी आपस विच गल हुई मेरी ते हरमिंदर सिंह संधू के सामने साड़ियां जानी कि अखां चार हुई, तो उन्होंने भी मैनूं इहो गल कीती भी कोई गड़बड़ है, कोई घटना वापर चुकी है, सारा सिस्टम उदास होया पिया, कोई संतरी नहीं बुलाता, कोई जेलर नहीं बुलाता। तो 10 दिन बाद शाम नूं किते जदों गेट खुलिया, मैं उन्होंने देखा वो रोटी खाई आ रहे हैं, इदां बैठे ने गे, मान लो कि इदां बैठे ने गे, इदां खाना खा रहे हैं, इदां इशारा किया। चलो उस तो बाद की होया भी मैनू कहंदे खबर लिखी, हवा दे विच लिखी खबर लिखण तो उपरंत बाद उन्होंने इशारा किया भी खबर बहुत वधिया है। मैं कहा भी रिहाई की खबर होगी, चलो परमात्मा करे जाए इतों खड़ा छुटे, बाहर इतों सानू छड्ड देणगे, इतों मैं बाहर कढ़ देणगे, मैं गुरुद्वारे जाऊँ, गुरुद्वारे किराया भाड़ा लैके ट्रेन चढ़ जाऊँ, मैं घरे पहुँच जाऊँ, बड़ा सौखा है अपने आप मैं समझ रहा सीगा।
ਤੇ ਸ਼ਾਮ ਨੂੰ ਜਦੋਂ ਮੈਨੂੰ ਕਹਿੰਦੇ ਵੀ ਤੁਸੀਂ ਇੱਦਾਂ ਨਹੀਂ ਖਬਰ ਦੱਸਦੇ, ਖਬਰ ਬਹੁਤ ਖੁਸ਼ੀ ਦੀ ਹੈ ਵੀ ਤੁਸੀਂ ਭੰਗੜਾ ਪਾਓ, ਨੱਚੋ, ਐਂ ਕਰਕੇ ਜਾਣੀ ਕਿ ਭੰਗੜਾ ਪਾਓ, ਫਿਰ ਦੱਸੂਗਾ। ਮੈਂ ਹੱਸਿਆ। ਹੱਸਣ ਤੋਂ ਬਾਅਦ ਉਹਦੀ ਹਾਸੀ ਦੀ ਜਿਹੜੀ ਪਹਿਲੀ ਲੁੱਕ ਸੀਗੀ, ਜੇ ਪਹਿਲਾਂ ਹੱਸਦਾ ਹੁੰਦਾ ਸੀਗਾ, ਉਦੋਂ ਉਹ ਮੈਨੂੰ ਉਹਦਾ ਚਿਹਰਾ ਉਪਰਾ ਲੱਗਿਆ ਹਰਵਿੰਦਰ ਸਿੰਘ ਸੰਧੂ ਦਾ। ਮੈਂ ਇਹਨੂੰ ਪੁੱਛਿਆ ਵੀ ਗੱਲ ਕੀ ਹੈਗੀ। ਮੈਂ ਕਿਹਾ ਵੀ ਆਹ ਵੀ ਉਹਨੇ, ਅੱਛਾ ਉਹ ਸਮਝ ਗਿਆ। ਉਹਨੇ ਸਾਈਡ ਤੋਂ ਦੰਦ ਚੱਕੇ, ਉਹ ਪਾਣੀ 'ਚ ਕੱਪ 'ਚ ਪਾਏ ਹੋਏ, 2 ਦੰਦ ਉਹਦੇ ਮੂਹਰਲੇ ਟੁੱਟੇ ਹੋਏ ਸੀ, ਨਕਲੀ ਦੰਦ ਸੀਗੇ, ਉਹ ਦੰਦ ਐਂ ਲਾ ਲਏ ਉਹਨੇ। ਮੈਨੂੰ ਫਿਰ ਦੱਸਿਆ, ਹੁਣ ਠੀਕ ਹੈ। ਮੈਂ ਹਾਂ ਹੁਣ ਠੀਕ ਹੈ, ਹੁਣ ਲੁੱਕ ਸਹੀ ਹੈਗੀ। ਤੇ ਮੈਂ ਖਬਰ ਦੱਸੋ, ਤੇ ਕਹਿੰਦਾ ਵੀ ਕੋਈ ਗੱਲ ਨਹੀਂ, ਸ਼ਾਮ ਨੂੰ ਦੱਸੂ ਮੈਂ। ਚਲੋ ਮੈਨੂੰ ਬੜੀ ਉਕਸਾ ਤੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਹੁਣੀ ਦੱਸੋ ਜਲਦੀ। ਤੇ ਬਾਅਦ ਦੇ ਵਿੱਚ ਦੱਸਿਆ ਵੀ ਇੰਦਰਾ ਗਾਂਧੀ ਦਾ ਮਰਡਰ ਹੋ ਗਿਆ, ਇੰਦਰਾ ਗਾਂਧੀ ਦਾ ਕਤਲ ਹੋ ਚੁੱਕਿਆ। ਤੇ ਮੇਰੇ ਦਿਮਾਗ 'ਚ ਯਾਰ, ਮੈਂ ਤਾਂ ਸੋਚਦਾ ਵੀ ਰਿਹਾਈ ਰੂਈ ਦੀ ਖਬਰ ਹੋਊਗੀ, ਇਹ ਇੰਦਰਾ ਗਾਂਧੀ ਨੂੰ ਮਾਰ ਬੈਠਾ। ਤੇ ਅੰਦਰੋਂ ਇੱਕ ਆਵਾਜ਼ ਆਈ ਵੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਮੇਰੀ ਨਾਨੀ ਜੀ ਪਾਠ ਪੜ੍ਹਦੇ ਹੁੰਦੇ, ਉਦੋਂ ਕਈ ਇਹ ਸ਼ਬਦ ਸਾਨੂੰ ਸਿਖਾਉਂਦੇ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਅਸੀਂ ਕਿਹਾ ਪਾਪੀ ਨੂੰ ਪਾਪ ਕੇ ਮਾਰਦਾ, ਉਦੋਂ ਅਹਿਸਾਸ ਹੋਇਆ ਵੀ ਵਾਕਈ ਪਾਪੀ ਨੂੰ ਪਾਪ ਮਾਰ ਦਿੰਦਾ। ਖੈਰ ਮਨ ਦੇ ਵਿੱਚ ਥੋੜ੍ਹਾ ਜਿਹਾ ਹੋਇਆ ਵੀ ਚਲੋ ਜੋ ਕਰ ਲਿਆ ਸੋ ਭਰ ਲਿਆ। ਤੇ ਮੈਂ ਬਾਕੀਆਂ ਨੂੰ ਵੀ ਦੱਸਿਆ। ਬਾਕੀਆਂ ਨੂੰ ਕੀ ਹੋਇਆ ਕਿ ਮੈਨੂੰ ਉਹਨਾਂ ਨੇ ਇੱਕ ਵਾਰੀ ਦੇ ਇਸ਼ਾਰਾ ਕੀਤਾ ਵੀ ਜਿਹੜੀ ਟੂਟੀ ਵਾਲੀ ਪੈਪ ਹੈ ਉਹ 'ਚ ਇੱਦਾਂ ਵੀ ਆਵਾਜ਼ ਮਾਰ, ਇੰਨੀ ਗੱਲ ਉਹਨਾਂ ਨੇ ਮੈਨੂੰ ਕਹੀ। ਬਾਕੀ ਮੈਂ ਸਾਰੀ ਗੱਲ ਸਮਝ ਗਿਆ। ਫਿਰ ਮੈਂ ਉਹ ਟੂਟੀਆਂ ਦੇ ਰਾਹੀਂ, ਯਾਨੀ ਜਿਹੜੇ ਨਾਲ ਦੇ ਸੈੱਲ ਸੀ, ਉਦੋਂ ਅਗਲਾ ਸੈੱਲ ਸੀ, ਮੰਨ ਲਓ ਕਿ ਮੇਰਾ 20 ਨੰਬਰ ਸੀ, 19 ਨੰਬਰ ਦੇ ਵਿੱਚ, 18 ਨੰਬਰ ਦੇ ਵਿੱਚ, 17 ਨੰਬਰ 'ਚ, ਸਾਰਿਆਂ 'ਚ ਮੈਂ ਹੈਲੋ ਹੈਲੋ ਕਰਕੇ ਉਹ ਮੈਸੇਜ, ਯਾਨੀ ਕਿ ਉਹਨਾਂ ਨੂੰ ਪ੍ਰੈਕਟਿਸ ਪਹਿਲਾਂ ਕਰਵਾਈ ਹੋਈ ਸੀ ਮੇਰੀ। ਉਹ ਗੱਲ ਕਰਨੀ ਵੀ ਓਵਰ ਕਹਿ ਦੇਣਾ, ਫਿਰ ਉਹਨੇ ਕੰਨ ਲਾ ਦੇਣਾ, ਉਹਨੇ ਗੱਲ ਕਰਨੀ, ਉਹਨੇ ਓਵਰ ਕਹਿ ਦੇਣਾ। ਇੱਥੋਂ ਤੱਕ ਵੀ ਭਾਈ ਸੁਰਿੰਦਰ ਸਿੰਘ ਜੋਧਪੁਰੀ, ਜਿਨ੍ਹਾਂ ਨੇ ਬੜਾ ਸ਼ਬਦ ਉਚਾਰਿਆ ਸੀ, ਹਰ ਜੀਓ ਨਿਮਾਣਿਆ ਤੂੰ ਮਾਨ, ਉਹਨਾਂ ਤੋਂ ਮੈਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਵੀ ਸੁਣਦਾ ਹੁੰਦਾ ਸੀਗਾ। ਉਹਨਾਂ ਦੇ ਗਾਉਣੇ, ਬੜੀ ਸੁਰੀਲੀ ਆਵਾਜ਼ ਸੀ ਉਹਨਾਂ ਦੀ। ਉਹ ਫਿਰ ਕੰਨ ਲਾ ਕੇ ਉਹਨਾਂ ਬੜੀ ਮੁਗਧ ਆਵਾਜ਼ ਸੀ, ਬੜਾ ਆਨੰਦ ਆਉਣਾ। ਖੈਰ ਸਮਾਂ ਲੰਘ ਗਿਆ। ਮੈਂ ਬਹੁਤ ਪ੍ਰੈਕਟਿਸ ਕੀਤੀ ਚਿੱਤਰਕਾਰੀ ਦੀ, ਬਹੁਤ 24 ਘੰਟੇ ਕੰਮ ਕੀਤਾ ਮੈਂ। ਮੇਰੇ ਕੋਲ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਸਾਡੇ 'ਤੇ। ਨੈਸ਼ਨਲ ਸਿਕਿਉਰਿਟੀ ਐਕਟ, ਇਹ ਗੱਲਾਂ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਮੇਰੇ ਯਾਦ ਨਹੀਂ ਆਈਆਂ, ਹੁਣ ਮੈਂ ਰਿਪੀਟ ਕਰ ਰਿਹਾ ਕਿ 13 ਵਿੱਚ ਮੈਂ ਇਹ ਆਪਦੇ ਕੋਲੋਂ ਦੁਬਾਰੇ ਮਨਘੜਤ ਗੱਲਾਂ ਕਰ ਰਿਹਾ। ਉਹ ਕੀ ਹੋਇਆ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੀ ਇੱਕ ਐਪਲੀਕੇਸ਼ਨ ਲਿਖਣੀ ਸੀਗੀ। ਉਹਦੇ ਬਾਅਦ ਸਾਨੂੰ ਜਿਹੜੀ ਇੱਕ ਪੈਨਸਲ ਦਿੱਤੀ, ਮੰਨ ਲਓ ਇੱਕ ਪੈਨਸਲ ਦੇ 3 ਹਿੱਸੇ ਕਰਤੇ, ਇੱਕ ਪੈਨਸਲ ਮੈਨੂੰ ਦਿੱਤੀ। ਮੈਂ ਲਿਖਿਆ ਜੀ ਮੈਂ ਕਸੂਰਵਾਰ ਨਹੀਂ, ਮੇਰਾ ਕੋਈ ਮਤਲਬ ਨਹੀਂ ਗਾ, ਜੇ ਹੈ ਉਹ ਹੈ, ਮੈਂ ਕੁਛ ਨਹੀਂ ਕੀਤਾ, ਮੈਨੂੰ ਰਿਹਾ ਕੀਤਾ ਜਾਵੇ। ਖੈਰ ਉਹਨਾਂ ਨੈਸ਼ਨਲ ਜੱਜ ਦੇ ਪੇਸ਼ੀ ਹੋਈ। ਪੇਸ਼ੀ ਹੋਣ ਤੋਂ ਬਾਅਦ, ਹਾਂ ਇੱਕ ਗੱਲ ਹੋਰ ਵੀ ਹੈ, ਮੇਰਾ ਸੁਭਾਅ ਥੋੜ੍ਹਾ ਜਿਹਾ ਯਾਨੀ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਛੇਤੀ, ਮੈਂ ਥੋੜ੍ਹਾ ਜ਼ਿਆਦਾ ਭਾਵੁਕ ਹੋ ਜਾਂਦਾ ਸੀਗਾ। ਮੇਰੀ ਉੱਥੋਂ ਦਾ ਜਿਹੜਾ ਜੇਲਰ ਸੀਗਾ, ਉਹਦੇ ਨਾਲ ਤੁਰੇ ਜਾਂਦਿਆਂ, ਅਦਾਲਤ ਤੱਕ ਜਾਂਦਿਆਂ ਮੇਰੀ ਕਸ਼ਮਕਸ਼ ਵੀ ਹੋਈ ਥੋੜ੍ਹੀ ਜਿਹੀ। ਮੈਂ ਸਭ ਕੁਝ ਦੱਸੂ ਵੀ ਸਾਨੂੰ ਇਹ ਬੰਦਾ ਇੰਟਰੋਗੇਟ ਇੱਦਾਂ ਸਾਨੂੰ ਉਹ ਕਰਦਾ ਹੁੰਦਾ, ਜੱਜ ਨੂੰ ਕਹੂੰਗਾ। ਮੈਂ ਕਹਿ ਵੀ ਦਿੱਤੀਆਂ। ਉਦੋਂ ਬਾਅਦ ਆਉਂਦੇ ਹੋਏ ਨੇ ਮੈਨੂੰ, ਯਾਨੀ ਕਿ ਕਹਿੰਦਾ ਵੀ ਹੁਣ ਤੇਰੇ ਨਾਲ ਮੈਂ ਸਪੈਸ਼ਲੀ ਬਿਹੇਵ ਕਰੂੰਗਾ। ਖੈਰ ਮੈਂ ਹੁਣ ਕਰਨਾ ਕੀ ਸੀਗਾ। ਉਹ ਮੇਰੀ ਪਟੀਸ਼ਨ ਖਾਰਜ ਹੋ ਗਈ। ਅਤੇ ਉਹ ਜਿਹੜੀ ਪੈਨਸਲ ਸੀਗੀ, ਉਹ ਪੈਨਸਲ ਉਹਨਾਂ ਨੇ ਐਪਲੀਕੇਸ਼ਨ ਲਿਖਾਈ, ਐਪਲੀਕੇਸ਼ਨ ਤੋਂ ਲੈ ਗਏ ਮੇਰੇ ਤੋਂ, ਅਤੇ ਪੈਨਸਲ ਜਾਨੀ ਭੁੱਲ ਗਏ ਮੇਰੇ ਤੋਂ। ਉਹ ਪੈਨਸਲ ਸੀ ਜਿਹੜੀ ਮੇਰਾ ਬਹੁਤ ਵੱਡਾ ਸਰਮਾਇਆ ਸੀ, ਉਹ ਕੋਠੜੀ ਦੇ ਵਿੱਚ ਐਡੀ ਮੇਰੀ ਤਕੜੀ ਪ੍ਰੋਪਰਟੀ ਸੀ। ਉਹ ਪੈਨਸਲ ਨੂੰ ਮੈਂ ਬੜਾ ਸੰਭਾਲ ਕੇ ਰੱਖਣਾ। ਉੱਥੇ ਨਾ ਕਿਸੇ ਜਾਨਵਰ ਨੇ ਖੱਡਾ ਖੋਦਿਆ ਸੀਗਾ, ਮੈਂ ਉਹਦੇ ਵਿੱਚ ਫਸਾ ਦੇਣੀ, ਅਤੇ ਜਦੋਂ ਦੇਖਣਾ ਵੀ ਹੁਣ ਸਭ ਚਲੇ ਗਏ, ਸ਼ਾਂਤ ਹੋ ਗਏ, ਮੈਂ ਉਹ ਜਿਹੜੀ ਸਾਡੀ ਫਾਈਲ ਫੜਾਈ ਸੀ ਕੇਸਾਂ ਦੀ, ਉਹ ਕਿਹੜਾ ਕੇਸ ਸੀ ਜਿਹੜਾ ਸਾਡੇ 'ਤੇ ਨਹੀਂ ਸੀ ਲੱਗਿਆ। ਇੱਕ ਆ ਜਿਹੜਾ ਸਾਸਿਆ 'ਤੇ ਲੱਗਿਆ, ਇਹਨੂੰ ਛੱਡ ਕੇ ਬਾਕੀ ਸਾਰੇ ਸੀਗੇ। ਉਹ ਜਿਹੜੀ ਫਾਈਲ ਸੀ ਉਹਦੇ ਪਿਛਲੇ ਪਾਸੇ ਯਾਨੀ ਕਿ ਖਾਲੀ ਸੀ ਪੇਪਰ, ਉਹਦੇ 'ਤੇ ਮੈਂ ਸਕੈਚਿੰਗ ਵਗੈਰਾ ਬਹੁਤ ਸ਼ਾਨਦਾਰ ਬਣਾਏ। ਉਹ ਫਾਈਲ ਮੈਂ ਪੂਰਨ ਸਿੰਘ ਹੁੰਦਲ ਵਕੀਲ ਨੂੰ ਫੜਾਤੀ ਸੀ, ਸ਼ਾਇਦ ਉਹਨਾਂ ਕੋਲ ਪਈ ਹੋਵੇ, ਮੇਰੇ ਸਕੈਚ ਉੱਤੇ ਬਣੇ ਹੋਏ ਸੀਗੇ। ਉਹ ਪੈਨਸਲ ਮੈਂ ਸਾਂਭ ਕੇ ਰੱਖੀ। ਚਲੋ ਉਹ ਤੋਂ ਬਾਅਦ ਕੀ ਹੋਇਆ, ਇੱਕ ਦਿਨ ਉਹ ਕਹਿੰਦੇ ਵੀ ਸਰਦਾਰ ਜੀ ਕੈਸੇ ਹੋ, ਠੀਕ ਹੋ ਜਾਏ। ਉਹਨੂੰ ਜਿਹੜੇ ਬੰਦੇ ਸਾਨੂੰ ਬੜਾ ਔਖਾ ਬੋਲਦੇ ਹੁੰਦੇ ਸੀਗੇ, ਉਹ ਬੜੇ ਪਿਆਰ ਨਾਲ ਬੋਲਣ ਉਹਦੇ। ਹੋਰ ਸਰਦਾਰ ਕੇ ਗੇਟ ਵੀ ਖੋਲ੍ਹਤਾ, ਬਾਹਰ ਵੀ ਕੱਢਤਾ ਸਾਨੂੰ। ਅਤੇ
ਉੱਥੇ ਕੀ ਹੋਇਆ ਕਿ ਉਸ ਦਿਨ ਰਾਤ ਨੂੰ ਕਹਿੰਦੇ ਵੀ ਸ਼ਾਮ ਨੂੰ ਕਹਿੰਦੇ ਤੁਸੀਂ ਆਪਣਾ ਜਿਹੜਾ ਸਮਾਨ ਵਗੈਰਾ ਉਹ ਪੈਕ ਕਰ ਲਓ। ਸਾਨੂੰ ਆ ਗਿਆ ਵੀ ਚਲੋ ਖਹਿੜਾ ਛੁੱਟਿਆ, ਰਿਹਾਈ ਹੋ ਰਹੀ ਹੈ ਸਾਡੀ। ਅਸੀਂ ਸਮਾਨ ਪੈਕ ਪੁੱਕ ਕਰ ਲਿਆ। ਸਵੇਰੇ ਸਾਨੂੰ ਡਿਊਟੀ 'ਚ ਲੈ ਗਏ। ਡਿਊਟੀ 'ਚ ਲਿਜਾ ਕੇ ਬਾਈ ਜੋਗਿੰਦਰ ਸਿੰਘ ਸੀਰੋਡਿਆਂ ਤੋਂ ਉਸ ਇੱਕ ਜੇਲਰ ਨੇ ਬੜੀ ਕਰੂਰਤਾ ਦੇ ਨਾਲ ਉਹਨੂੰ ਫੜਿਆ, ਉਹਦੀ ਬਾਹਾਂ ਫੜੀਆਂ, ਦੋਨੇ ਬਾਹਾਂ ਫੜ ਕੇ ਪਿੱਛੇ ਲਾ ਕੇ ਉਹਦੀਆਂ ਪਿੱਛੇ ਬਾਹਾਂ ਬੰਨ੍ਹਤੀਆਂ ਜੇਲਰ ਨੇ। ਤਾਂ ਹਾਂ, ਇੱਕ ਘਟਨਾ ਉਦੋਂ ਥੋੜ੍ਹਾ ਪਹਿਲਾਂ ਦੀ ਹੈ। ਕੀ ਹੋਇਆ ਕਿ ਹਰਮਿੰਦਰ ਸਿੰਘ ਸੰਧੂ ਨੇ, ਉਹ ਜੇਲਰ ਨੇ ਬਹੁਤ ਟੌਰਚਰ ਕੀਤਾ ਸੀਗਾ ਸਾਨੂੰ ਮੈਂਟਲੀ। ਉਹਨੇ ਕਿਹਾ, ਕਹਿੰਦਾ ਮੈਂ ਉਸ ਬੰਦੇ ਦੇ ਨਾਲ, ਜਿਹੜਾ ਸਾਹਮਣੇ ਬੰਦਾ ਉਹਦੇ ਨਾਲ ਗੱਲਾਂ ਕਰਦਾ ਰਿਹਾ। ਉਹ ਕਹਿੰਦਾ ਵੀ ਇਹ ਹੋ ਨਹੀਂ ਸਕਦਾ। ਖੈਰ ਉਹਨੇ ਯਾਨੀ ਕਿ ਕਹਿੰਦਾ ਨਹੀਂ, ਮੈਂ ਉਹਨੇ ਕੁਝ ਗੱਲਾਂ ਉਹਨਾਂ ਨਾਲ ਕੀਤੀਆਂ ਵੀ ਮੈਂ ਉਹ ਆਪਣੇ ਹਰਮਿੰਦਰ ਸਿੰਘ ਸੰਧੂ ਦੇ ਨਾਲ ਉਹ ਜੇਲਰ ਨੇ ਗੱਲਾਂ ਕੀਤੀਆਂ। ਕਹਿੰਦਾ ਹੁਣ ਤੁਸੀਂ ਉਹਨਾਂ ਜਾ ਕੇ ਪੁੱਛੋ। ਉਹ ਮੇਰੇ ਕੋਲ ਆਇਆ ਵੀ ਕੀ ਗੱਲ ਕਹੀ ਹੈ। ਉਹਨੇ ਜੇਲਰ ਨੇ ਕਿਹਾ ਸੀ ਵੀ ਮੈਂ PPL ਅਤੇ CPL ਦਾ ਕੋਰਸ ਕਰਕੇ, ਯਾਨੀ ਕਿ PPL ਦਾ ਪ੍ਰਾਈਵੇਟ ਪਾਇਲਟ ਲਾਇਸੈਂਸ ਹਵਾਈ ਜਹਾਜ਼ ਜਿਹੜਾ ਆਉਂਦਾ, ਕਹਿੰਦਾ ਕੋਰਸ ਕੀਤਾ, ਬੇਸਿਕ ਕੋਰਸ ਕੀਤਾ ਹੋਇਆ ਮੇਰਾ। ਮੈਂ ਫਲਾਈਂਗ ਵੀ ਕਰ ਚੁੱਕਿਆ, ਸੋਲੋ ਫਲਾਈਂਗ ਵੀ ਕਰ ਚੁੱਕਿਆ। ਮੈਂ ਉਹਨੂੰ ਕਿਹਾ ਵੀ ਤੁਸੀਂ ਆਹ ਗੱਲ ਕਹੀ ਹੈ। ਉਹ ਜਾਨੀ ਜੇਲਰ ਦਾ ਜਿਹੜਾ ਫੇਸ ਇੰਪਰੈਸ਼ਨ ਸੀ ਟੋਟਲੀ ਚੇਂਜ ਹੋ ਗਿਆ। ਬਹੁਤ ਅਪਸੈਟ ਹੋ ਗਿਆ ਵੀ ਮੈਂ ਤਾਂ ਆਪਣੇ ਆਪ ਨੂੰ ਬੜਾ ਕਲੈਵਰ ਸਮਝਦਾ ਸੀਗਾ, ਇਹ ਬੰਦੇ ਬੜੇ ਸ਼ਾਰਪ ਨਿਕਲੇ। ਖੈਰ ਡਿਊਟੀ 'ਚ ਲੈ ਕੇ ਆਪਾਂ ਉੱਥੇ ਆ ਜਾਈਏ। ਬਾਈ ਜੋਗਿੰਦਰ ਸਿੰਘ ਦੇ ਬਾਹਾਂ ਬੰਨੀਆਂ ਤਾਂ ਉਹ ਜਿਹੜਾ ਪੁਲਿਸ ਵਾਲਾ ਸੀਗਾ ਜਿਹਦੀ ਕਸਟਡੀ 'ਚ ਅਸੀਂ ਬਾਹਰ ਜਾਣਾ ਸੀਗਾ, ਉਹਨੇ ਇਹਨੂੰ ਕਿਹਾ ਵੀ ਨਹੀਂ, ਬਾਹਾਂ ਖੋਲ, ਇਹ ਤੋਂ ਬਾਅਦ ਰਿਸਪੌਂਸਿਬਿਲਿਟੀ ਸਾਡੀ ਹੈ। ਬਾਹਾਂ ਖੋਲ੍ਹੀਆਂ ਅਤੇ ਸਾਨੂੰ ਟਰੱਕ 'ਚ ਬਹਾਇਆ। ਤਾਂ ਅਸੀਂ ਉੱਥੋਂ ਚਾਲੇ ਪਾਤੇ, ਅਜਮੇਰ ਜੇਲ੍ਹ ਤੋਂ ਜੋਧਪੁਰ ਵੱਲ ਨੂੰ ਚੱਲ ਪਏ ਸੀ। ਸਾਨੂੰ ਨਹੀਂ ਸੀ ਪਤਾ ਵੀ ਜੋਧਪੁਰ ਜਾ ਰਹੇ ਹਾਂ ਅਸੀਂ, ਵੀ ਸਾਨੂੰ ਲੈ ਕੇ ਜਾ ਰਹੇ ਨੇ। ਪਰ ਮੈਂ ਜਦੋਂ ਅਸੀਂ 9 ਮਹੀਨਿਆਂ ਬਾਅਦ, ਮੈਂ ਤੁਹਾਨੂੰ ਇੱਕ ਇੱਥੇ ਹੋਰ ਗੱਲ ਦੱਸ ਦਿਆਂ ਵੀ ਸਹੀ 9 ਮਹੀਨਿਆਂ ਬਾਅਦ ਅਸੀਂ ਬਾਹਰ ਆਏ ਹਾਂਗੇ। 9 ਮਹੀਨੇ ਬੀਤ ਜਾਣ ਉਪਰੰਤ ਮਾਂ ਦੇ ਪੇਟ 'ਚੋਂ ਬੱਚੇ ਦਾ ਜਨਮ ਹੁੰਦਾ ਹੈ। ਬੱਚਾ ਦੁਨੀਆ ਦੇਖਦਾ ਹੈ। ਉਹ ਕੋਠੜੀ ਦੇ ਗਰਭ ਦੇ ਵਿੱਚੋਂ ਮੈਂ 9 ਮਹੀਨੇ ਬਾਹਰ ਆਉਣ ਉਪਰੰਤ ਇੱਕ ਚਿੱਤਰਕਾਰ ਜਨਮ ਲੈ ਚੁੱਕਿਆ ਸੀਗਾ, ਜਿੱਥੋਂ ਮੇਰੀ ਸ਼ੁਰੂਆਤ ਹੋਈ ਹੈਗੀ। ਇੱਕ ਚਿੱਤਰਕਾਰ ਨੇ ਜਨਮ ਲੈ ਲਿਆ ਸੀਗਾ। ਖੈਰ ਅਸੀਂ ਆ ਰਹੇ ਹਾਂ ਜੋਧਪੁਰ ਵੱਲ ਨੂੰ, ਰਾਹ 'ਚ ਪਹਾੜੀਆਂ ਵੇਖ ਰਹੇ ਹਾਂ। ਰਾਹ 'ਚ ਸਾਨੂੰ ਖੜਾਇਆ ਵੀ ਅਸੀਂ ਬਾਥਰੂਮ ਵੀ ਜਾਂਦੇ ਰਹੇ ਅਤੇ ਚਾਹ ਪਾਣੀ ਵੀ ਪੀਤਾ। ਬੜੀ ਆਜ਼ਾਦ ਮਹਿਸੂਸ ਕਰ ਰਹੇ ਸੀ ਆਪਣੇ, ਵੀ ਆਜ਼ਾਦ ਹੋ ਗਏ ਇਸ ਤਾਂ ਬਹੁਤ ਜ਼ਿਆਦਾ। ਅਤੇ ਜੋਧਪੁਰ ਜੇਲ੍ਹ ਚਲੇ ਗਏ। ਇਹਨੇ ਫਿਰ ਸਾਨੂੰ ਜੇਲ੍ਹ 'ਚ ਲੈ ਗਏ। ਜੇਲ੍ਹ ਦੇ ਵਿੱਚ ਸਾਨੂੰ ਘੋੜੀਆਂ 'ਚ ਬੰਦ ਕਰਤਾ। ਸਿੱਧੇ ਜਾ ਕੇ ਫਿਰ ਬੜੀ ਪਰੇਸ਼ਾਨੀ ਹੋਈ। ਪਰ ਦੂਜੇ ਤੀਜੇ ਦਿਨ ਬਾਅਦ ਸਾਨੂੰ, ਦੂਜੇ ਕੁ ਦਿਨ ਬਾਅਦ ਹੀ ਮੇਰਾ ਇੱਕ ਰਾਤ ਤੋਂ ਬਾਅਦ, ਹਾਂ, ਉਹ ਸਾਨੂੰ ਬਾਹਰ ਕੱਢਿਆ ਅਤੇ ਬੈਰਕਾਂ 'ਚ ਲੈ ਗਏ। ਜੋ ਬੈਰਕਾਂ 'ਚ ਗਏ ਅਸੀਂ ਤਾਂ ਉੱਥੇ 300 ਜਿਹੜੇ ਸਿੰਘ ਹੀ ਸਿੰਘ, ਉੱਥੇ ਮੁੰਡੇ ਖੁੰਡੇ ਸਾਰੇ ਜਿੱਥੇ ਤਰਸਦੇ ਸੀ ਅਸੀਂ। ਪੂਰੀਆਂ ਬੈਰਕਾਂ ਭਰੀਆਂ ਪਈਆਂ, ਸਾਰਾ ਬੜਾ ਤਕੜਾ ਸਵਾਗਤ ਕੀਤਾ ਉਹਨਾਂ ਨੇ। ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਲੌਂਗੀਆ, ਭੁਪਿੰਦਰ ਸਿੰਘ ਲੌਂਗੀਆ, ਭੋਮਾ ਅਤੇ ਹੋਰ ਕਾਫੀ ਜਿਹੜੇ ਜਨ ਇਹ ਨਾਮ ਸਾਨੂੰ ਬਾਅਦ ਯਾਦ ਹੋਏ ਨੇ, ਉਹ ਸਾਰਿਆਂ ਨੇ ਸਾਡਾ ਬੜਾ ਵਧੀਆ ਸਵਾਗਤ ਕੀਤਾ ਵੀ ਚਲੋ ਇਕੱਠੇ ਹੋ ਗਏ ਅਸੀਂ। ਉੱਥੇ ਹਰਮਿੰਦਰ ਸਿੰਘ ਸੰਧੂ ਨਾਲ ਤਾਂ ਮੇਰੀ ਅਟੈਚਮੈਂਟ 9 ਮਹੀਨਿਆਂ ਦੀ ਹੋ ਹੀ ਗਈ ਸੀ, ਬਹੁਤ ਜ਼ਿਆਦਾ ਨੇੜਤਾ। ਕਿਉਂਕਿ ਉਹ ਤਾਂ ਫਿਰ ਉਹਨਾਂ ਦੇ ਗਾਹਾਂ ਦੋਸਤ ਉੱਥੇ ਆਏ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਬਿਰਸਾ ਸਿੰਘ ਬਲਟੋਆ। ਰਜਿੰਦਰ ਸੰਧੂ ਨੇ ਦੱਸਿਆ ਵੀ ਐਂ ਕਰਕੇ ਮੈਂ ਉੱਥੇ ਇਹਨੂੰ ਪਹਿਚਾਣ ਲਿਆ, ਰਜਿੰਦਰ ਸਿੰਘ ਮਹਿਤਾ ਨੂੰ ਪਹਿਚਾਣਿਆ, ਜੋ ਸੰਤਾਂ ਦੇ ਨਾਲ ਖੜ੍ਹੇ ਹੁੰਦੇ ਸੀ। ਮੈਂ ਯਾਨੀ ਕਿ ਉੱਥੇ ਆਸਣ ਲੱਗ ਗਏ। ਉਸ ਤੋਂ ਬਾਅਦ ਕੀ ਹੋਇਆ ਵੀ ਉੱਥੇ ਅਸੀਂ ਯਾਨੀ ਕਿ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਸੀ ਵੀ ਅਸੀਂ ਰਿਹਾ ਹੋ ਗਏ, ਆਜ਼ਾਦੀ ਹੋ ਗਈ। ਬਹੁਤ ਖੁਸ਼ੀ ਮਹਿਸੂਸ ਹੋਈ, ਬੜਾ ਵਧੀਆ ਮਹਿਸੂਸ ਹੋਇਆ। ਇਸ ਮੇਰਾ ਯਾਨੀ ਕਿ ਰੈਸਟ ਹੋਮ ਤੋਂ ਲੈ ਕੇ, ਅਜਮੇਰ ਜੇਲ੍ਹ ਦੀਆਂ ਕੋਹੜੀਆਂ ਤੋਂ ਲੈ ਕੇ ਅਤੇ ਜੋਧਪੁਰ ਜੇਲ੍ਹ ਦੇ ਵਿੱਚ ਆਉਣ ਤੱਕ ਦਾ ਇਹ ਸਫ਼ਰ ਹੈ। ਜੋਧਪੁਰ ਜੇਲ੍ਹ ਆਉਣ ਉਪਰੰਤ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸੀਗਾ। ਇੱਦਾਂ ਲੱਗ ਰਿਹਾ ਸੀਗਾ ਵੀ ਆਜ਼ਾਦ ਹੋ ਚੁੱਕੇ ਹਾਂ। ਬੜੇ ਮੁੰਡੇ ਖੁੰਡੇ ਹਾਣੀ ਦੋਸਤ, ਜਾਨੀ ਦੋਸਤ ਬਣ ਗਏ ਮੇਰੇ। ਠੀਕ ਹੈ, ਕੁਝ ਜਗਰਾਉਂ ਦੇ ਸੀਗੇ 2 ਬੰਦੇ, ਉਹ ਮੇਰੇ ਨੇੜਲੇ ਮਿੱਤਰ ਬਣ ਗਏ। ਅਸੀਂ ਐਕਸਰਸਾਈਜ਼ ਕਰਨੀ, ਪ੍ਰੈਕਟਿਸ ਕਰਨੀ ਅਤੇ ਯਾਨੀ ਕਿ ਬਾਕਸਿੰਗ ਵੀ ਉੱਥੇ ਖੇਡਣੀ। ਮੇਰੀ ਜ਼ਿਆਦਾ ਪ੍ਰੈਕਟਿਸ ਸੀ, ਮੈਂ ਬਾਹਰ ਬਾਕਸਰ ਵੀ ਯਾਨੀ ਕਿ ਖੇਡਦਾ ਰਿਹਾ। ਖੇਡਣ ਕਰਕੇ ਮੈਨੂੰ ਬੜਾ ਸ਼ੌਕ ਸੀਗਾ ਐਕਸਰਸਾਈਜ਼ ਕਰਨ ਦਾ। ਤਾਂ ਉੱਥੇ ਯਾਨੀ ਕਿ
ਜਿਹੜੀ 11 ਨੰਬਰ ਬੈਰਕ ਦੇ ਵਿੱਚ ਹਰਮਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਮਹਿਤਾ ਅਤੇ ਚਾਵਲਾ, ਅਤੇ ਉਹਦੇ ਮੇਰੇ ਜਾਣੀ ਮੇਰਾ ਉਹਨਾਂ ਨਾਲ ਸੈਪਰੇਟ ਆਸਣ ਸੀ। ਮੇਰੇ ਆਸਣ ਦੇ ਨਾਲ ਹੀ ਇੱਕ ਸੁਖਦੇਵ ਸਿੰਘ ਨਾਂ ਦਾ ਬੰਦਾ ਸੀਗਾ, ਉਹਦਾ ਜਾਣੀ ਕਿ ਮੇਰੇ ਨਾਲ ਉਹ ਗੱਲਾਂ ਬਾਤਾਂ ਕਰਦਾ ਰਹਿੰਦਾ। ਬਾਅਦ 'ਚ ਪਤਾ ਲੱਗਿਆ ਵੀ ਇਹ ਸੁਖਦੇਵ ਸਿੰਘ ਉਰਫ ਸੁੱਖਾ, ਜਿਹਨੂੰ ਸਿਪਾਹੀ ਕਹਿੰਦੇ ਨੇਗੇ, ਵੀ ਇਹ ਪੁਲਿਸ 'ਚੋਂ ਭੱਜ ਕੇ ਸੰਤਾਂ ਕੋਲ ਆਇਆ ਸੀਗਾ। ਅਤੇ ਉਦੋਂ ਬਾਅਦ ਇਹ ਯਾਨੀ ਕਿ ਇਹਨੇ ਜੋ ਉੱਥੇ ਇਹਦੇ ਕੰਮ ਸੀਗੇ ਉਹ ਦੱਸੇ ਵੀ ਇੱਦਾਂ ਕਰਕੇ। ਮੈਂ ਉਹ ਤੋਂ ਫਿਰ ਬੜਾ ਮੈਨੂੰ ਉਹਦੀਆਂ ਮੈਂ ਕਹਾਣੀਆਂ ਸੁਣਦਾ ਵੀ ਕਿੱਦਾਂ ਮੈਂ ਥੋੜ੍ਹਾ ਇੰਟਰਸਟ ਜਿਹਾ ਬਣ ਜਾਂਦਾ। ਫਿਰ ਉਹਨੇ ਮੈਂ ਆਖਰ ਸਕੈਚਿੰਗ ਕਰਦਾ ਰਹਿੰਦਾ। ਮੇਰੇ ਕੋਲ ਸਕੈਚ ਬੁੱਕ ਹੁੰਦੀ ਅਤੇ ਇੱਕ ਜਮੈਟਰੀ ਬਾਕਸ ਹੁੰਦਾ, ਅਤੇ ਅਕਸਰ ਮੈਂ ਯਾਨੀ ਕਿ ਕੋਈ ਨਾ ਕੋਈ ਸਕੈਚ ਬਣਾਉਂਦਾ ਰਹਿੰਦਾ। ਤਾਂ ਇੱਕ ਦਿਨ ਕੀ ਹੋਇਆ, ਇਹ ਸੁਖਦੇਵ ਸਿੰਘ ਨੇ ਮੇਰੇ ਤੋਂ ਇੱਕ ਚਿੱਠੀ ਦੇ ਉੱਤੇ ਇੱਕ ਚਿੱਤਰ ਬਣਵਾਇਆ ਵੀ ਇੱਦਾਂ ਕਰਕੇ ਇੱਦਾਂ ਬਣਾ, ਇੱਦਾਂ ਕਰਕੇ। ਖੈਰ ਮੈਂ ਇੰਨਾ ਉਹ ਸੀਗਾ, ਮੈਂ ਜਿਵੇਂ ਉਹਨੇ ਕਿਹਾ ਮੈਂ ਬਹੁਤੀ ਮੇਰੇ ਕਿਉਂਕਿ 22-23 ਸਾਲ ਦੀ ਉਮਰ ਕੀ ਹੁੰਦੀ ਹੈ, ਮੈਂ ਉਹ ਸਕੈਚ ਬਣਾਇਆ। ਇਹਨੇ ਹਰਮਿੰਦਰ ਸਿੰਘ ਸੰਧੂ ਨੇ ਉਹ ਚਿੱਠੀ ਦਾ ਸਕੈਚ ਵੇਖਿਆ। ਸਕੈਚ ਦੇਖਣ ਤੋਂ ਬਾਅਦ ਉਹ ਚਿੱਠੀ ਪਾੜਤੀ ਅਤੇ ਉਹ ਕਹਿੰਦਾ ਯਾਰ ਵੀ ਇਹ ਨਹੀਂ ਕੰਮ ਕਰਨਾ, ਇਹ ਬੰਦਾ ਇਹਨੇ ਆਰਟਿਸਟ ਬਣਨਾ, ਇਹ ਤੋਂ ਇੱਦਾਂ ਦੀ ਚਿੱਤਰ ਨਾ ਬਣਵਾ, ਇਹ ਗਾਹਾਂ ਸੈਂਸਰ ਹੋਣਗੇ ਅਤੇ ਇਹਦੇ 'ਤੇ ਕੀ ਪ੍ਰਭਾਵ ਜਾਊਗਾ ਅਤੇ ਤੇਰੇ 'ਤੇ ਕੀ ਪ੍ਰਭਾਵ ਜਾਊਗਾ। ਖੈਰ ਉਹ ਸੁਖਦੇਵ ਸਿੰਘ ਸੀ ਜਿਹੜਾ ਲਾਭ ਸਿੰਘ, ਉਹ ਹੱਸਿਆ, ਅੱਖਾਂ 'ਚ ਹੱਸਿਆ, ਅੱਖਾਂ 'ਚ ਹੱਸਦਾ ਹੁੰਦਾ, ਮੂੰਹ ਵਿੱਚ ਕੇ ਅੱਖਾਂ 'ਚ ਹੱਸਿਆ ਉਹ। ਅਤੇ ਉਦੋਂ ਤੱਕ ਯਾਨੀ ਕਿ ਇਹਨਾਂ ਦਾ ਵਧੀਆ ਆਪਸ ਵਿੱਚ ਇਹਨਾਂ ਦੀ ਗੱਲਬਾਤ ਵੀ ਚੱਲਦੀ ਸੀ, ਪ੍ਰੇਮ ਪਿਆਰ ਵੀ ਸੀਗਾ। ਪਰ ਮੈਨੂੰ ਲੱਗ ਰਿਹਾ ਸੀਗਾ ਜਿਵੇਂ ਕੋਈ ਤਾਣਾ ਬਾਣਾ ਬੁਣਿਆ ਜਾ ਰਿਹਾ ਹੁੰਦਾ ਹੈਗਾ। ਤਾਣਾ ਬਾਣਾ ਕੀ, ਗਰੁੱਪਿਜ਼ਮ ਯਾਨੀ ਕਿ ਇੱਕ ਜਿਹੜੀ ਵਿਕਸਿਤ ਹੋ ਰਿਹਾ ਸੀ, ਗਰੁੱਪ ਖੜ੍ਹਾ ਹੋ ਰਿਹਾ ਸੀਗਾ। ਤਾਂ ਉੱਥੇ ਇੱਕ ਜਗਰਾਓਂ ਦੇ ਇੰਦਰਜੀਤ ਸਿੰਘ ਸੀ, ਗੁਰਚਰਨ ਸਿੰਘ ਸੀ। ਤਾਂ ਗੁਰਚਰਨ ਸਿੰਘ ਨੂੰ ਕਿਸੇ ਕਾਰਨ ਕਰਕੇ ਉੱਥੇ ਕੋਈ ਉਹਦੇ ਉੱਤੇ ਇੱਕ ਦੋ ਬੰਦਿਆਂ ਨੇ ਯਾਨੀ ਕਿ ਬਾਥਰੂਮ ਜਾ ਰਿਹਾ ਸੀ, ਸਵੇਰੇ ਟੋਇਲਟ ਜਾ ਰਿਹਾ ਸੀ ਅਤੇ ਅਟੈਕ ਕਰ ਦਿੱਤਾ। ਖੈਰ ਮੈਂ ਬਹੁਤ ਆਪਣੇ ਆਪ ਫਿੱਟ ਸੀਗਾ, ਮੈਨੂੰ ਬੜਾ ਕੋਨਫੀਡੈਂਸ ਹੈਗਾ ਵੀ ਸੀਗਾ, ਅਤੇ ਮੈਂ ਇੱਕਦਮ ਜਾ ਕੇ ਵਾਲ ਖੁੱਲ੍ਹੇ ਹੋਏ ਮੇਰੇ, ਮੈਂ ਉਹਦੇ ਵਿੱਚ ਜਾ ਕੇ ਉਹਦੀ ਸਪੋਰਟ 'ਤੇ ਖੜ੍ਹ ਗਿਆ ਪੂਰੀ ਟਿਕਾ ਕੇ ਬਿਲਕੁਲ। ਇਹ ਗੱਲ ਟਰੂ ਹੈਗਾ, ਉਹ ਮੈਨੂੰ ਪਤਾ ਇਹਨਾਂ ਨੂੰ ਵੀ। ਅਤੇ ਮੇਰੇ ਨਾਲ ਇੰਦਰਜੀਤ ਸਿੰਘ ਸੀ ਜਗਰਾਓਂ ਤੋਂ, ਉਹ ਅੱਜ ਕੱਲ੍ਹ ਕੈਨੇਡਾ ਨੇ, ਉਹ ਵੀ ਮੇਰੇ ਨਾਲ। ਖੈਰ ਅਸੀਂ ਜਦੋਂ ਦੇਖਿਆ ਤਾਂ ਲਾਭ ਸਿੰਘ ਆ ਕੇ ਉਹਨੇ ਹਟਾਇਆ, ਨਹੀਂ ਪੁੱਪੀ ਨਹੀਂ ਰਹੇ, ਬਸ ਐਂ ਜਿੱਦਾਂ ਕਿ ਇੱਕ ਬੰਦਾ ਆ ਕੇ ਰਾਜੀਨਾਮਾ ਜਿਹਾ ਕਰਵਾਉਂਦਾ। ਅਤੇ ਉਹ ਮੇਰੀ ਬੋਡੀ ਲੈਂਗੁਏਜ ਸੀ, ਜਾਂ ਮੈਂ ਜਾਣੀ ਕਿ ਉੱਥੇ ਉਹਦੀ ਸਪੋਰਟ 'ਤੇ ਖੜ੍ਹਿਆ ਅੜ ਕੇ, ਤਾਂ ਉਹ ਵਾਚ ਕਰ ਗਿਆ ਮੈਨੂੰ। ਉਹ ਮੇਰੀ ਥੋੜ੍ਹੀ ਜਿਹੀ ਰਿਸਪੈਕਟ ਕਰਨ ਲੱਗ ਗਿਆ ਵੀ ਇਹ ਬੰਦਾ, ਇਹ ਕਹਿ ਲਈ ਜਾਂ ਵੀ ਇਹ ਬੰਦਾ ਕੰਮ ਦਾ ਹੈਗਾ। ਹੋਇਆ ਮੇਰੇ ਤੋਂ ਇੱਕ ਸੁਤੇ ਸਿੱਧ ਸੀ, ਸੁਭਾਵ ਕੀ ਹੋਇਆ ਸੀ, ਜੋ ਮੇਰਾ ਸੁਭਾਅ ਦੇ ਮੁਤਾਬਕ ਹੀ ਸੀਗਾ। ਖੈਰ ਉਹ ਜਾਣੀ ਕਿ ਉਹ ਬਾਅਦ ਦੀ ਗੱਲ ਹੈਗੀ। ਉਹ ਮੇਰੇ ਕੋਲ ਜਿਵੇਂ ਆਸਣ 'ਤੇ ਤਾਂ ਅਸੀਂ ਇਕੱਠੇ ਹੁੰਦੇ, ਅਤੇ ਜੋ ਵੀ ਉਹਨੇ ਬਦਾਮ ਵਗੈਰਾ ਭਿਉਣੇ ਅਤੇ ਮੈਨੂੰ ਵੀ ਦੇਣੇ ਅਤੇ ਮੈਂ ਵੀ ਖਾਣੇ, ਅਤੇ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ। ਮੇਰੇ ਤੋਂ ਮੈਂ ਗੁਰੂ ਸਾਹਿਬਾਂ ਦੇ ਚਿੱਤਰ ਬਣਾਉਂਦਾ ਰਹਿੰਦਾ, ਅਤੇ ਘੋੜਿਆਂ ਵਗੈਰਾ ਸਿੰਘਾਂ ਦੇ ਚਿੱਤਰ ਬਣਾਉਂਦਾ, ਅਤੇ ਉਹ ਵੇਖਦਾ ਰਹਿੰਦਾ। ਅਤੇ ਉਹ ਮੇਰੀ ਯਾਨੀ ਕਿ ਇੱਜ਼ਤ ਰਿਸਪੈਕਟ ਕਰਦਾ ਸੀਗਾ, ਬਹੁਤ ਵਧੀਆ ਇੱਜ਼ਤ ਕਰਦਾ ਸੀਗਾ। ਉਹਨੂੰ ਵੀ ਪਤਾ ਸੀਗਾ ਵੀ ਇਹਦਾ ਯਾਨੀ ਕਿ ਇਹਦਾ ਪੰਥ ਵੱਖਰਾ ਹੈਗਾ, ਇਹ ਨਹੀਂ ਰਹਿੰਦਾ ਆਪਣੇ ਕੰਮ 'ਚ ਮਸਤ ਰਹਿੰਦਾ ਹੈਗਾ। ਅਤੇ ਉਦੋਂ ਪਹਿਲਾਂ ਮੈਨੂੰ ਜਾਣੀ ਕਿ ਸੰਧੂ ਨੇ ਵੀ ਇੱਕ ਦੋ ਵਾਰੀ ਇਹ ਗੱਲ ਜਾਣੀ ਕਿ ਕਹੀ ਸੀਗੀ ਵੀ ਤੂੰ ਸਾਡੇ ਗੱਲਬਾਤ ਦੇ ਵਿੱਚ ਇੰਟਰਸਟ ਨਹੀਂ ਰੱਖਣਾ, ਤੂੰ ਇੱਕ ਚਿੱਤਰਕਾਰ ਬਣਨਾ, ਤੇ ਤੋਂ ਬਹੁਤ ਵੱਡੀਆਂ ਆਸਾਂ ਨੇਗੀਆਂ, ਤੂੰ ਸਿੱਖ ਹਿਸਟਰੀ ਚਿੱਤਰਨੀ ਹੈ, ਸਿੱਖ ਹਿਸਟੋਰੀਕਲ ਪੇਂਟਿੰਗ ਬਣਾਉਣੀਆਂ ਨੇਗੀਆਂ, ਜੋ ਬਲੂ ਸਟਾਰ ਆਪਰੇਸ਼ਨ ਹੋਇਆ ਅਤੇ ਇਹ ਸਾਰਾ ਕੁਛ ਤੂੰ ਕਰਨਾ, ਤੂੰ ਜ਼ਿਆਦਾ ਧਿਆਨ ਇੱਧਰ ਦੇ, ਇੱਧਰ ਨਾ ਜ਼ਿਆਦਾ ਉਹ ਰੱਖਿਆ ਕਰ। ਖੈਰ ਜੀ ਮੈਂ ਜਦੋਂ ਥੋੜ੍ਹਾ ਜਿਹਾ ਮੈਨੂੰ ਉਹਨਾਂ ਨੇ ਬੇਇੱਜ਼ਤੀ ਕੀਤਾ, ਅਤੇ ਫਿਰ ਮੈਂ ਵੀ ਜਾਣੀ ਕਿ ਮੈਂ ਚਲੋ ਆਪਾਂ ਨੂੰ ਕੀ, ਜਦ ਮੈਂ ਉਹਨਾਂ ਦੀ ਇੱਕ ਵੱਡੇ ਭਰਾ ਦੀ ਤਰ੍ਹਾਂ, ਮੈਨੂੰ ਜਿੱਦਾਂ ਉਹਨੇ ਇਹ ਜਿਹੇ ਹੁਕਮ ਲਾ ਕੇ ਗੱਲ ਕੀਤੀ, ਤਾਂ ਮੈਂ ਉਹ ਗੱਲ ਨੂੰ ਉਹਨਾਂ ਦੀ ਗੱਲ ਮੰਨ ਲਈ, ਅਤੇ ਮੈਂ ਥੋੜ੍ਹਾ ਜਿਹਾ ਆਪਣਾ ਸੈਪਰੇਟ ਆਪਣਾ ਸ਼ੁਰੂ ਕਰਤਾ। ਮੈਂ ਦਰੀ ਵਿਛਾਉਣੀ ਸਾਈਡ 'ਤੇ ਲਿਜਾ ਕੇ, ਅਤੇ ਸੈਪਰੇਟ ਬਹਿ ਜਾਣਾ, ਅਤੇ ਆਪਦਾ ਸਕੈਚ ਵਗੈਰਾ ਕਰੀ ਜਾਣਾ, ਤਸਵੀਰਾਂ ਵਗੈਰਾ ਬਣਾਈ ਜਾਣੀਆਂ। ਚਲੋ ਇਹ ਇੱਕ ਦਿਨ ਕੀ ਹੋਇਆ,
ਇਹ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਦੋ ਗਰੁੱਪ ਬਣ ਚੁੱਕੇ ਨੇ, ਇੱਕ ਭਾਈ ਮਨਜੀਤ ਸਿੰਘ ਤੇ ਇੱਕ ਹਰਮਿੰਦਰ ਸਿੰਘ ਸੰਧੂ। ਸੰਧੂ ਦੇ ਨਾਲ ਰਜਿੰਦਰ ਸਿੰਘ ਮਹਿਤਾ, ਬਿਰਸਾ ਸਿੰਘ ਬਲਟੋਆ, ਅਮਰ ਸਿੰਘ ਚਾਵਲਾ ਤੇ ਵਗੈਰਾ ਵਗੈਰਾ। ਉਹ ਜਗਰਾਉਂ ਦੇ ਜੋ ਗੁਰਚਰਨ ਗਰੇਵਾਲ ਤੇ ਇੰਦਰਜੀਤ ਸਿੰਘ, ਜੁਗਰਾਜ ਸਿੰਘ, ਤੇ ਇਹ ਸਾਰੇ ਯਾਨੀ ਕਿ ਇਹਨਾਂ ਦੇ ਆਸਣ ਦੇ ਉੱਤੇ ਦੋ ਗਰੁੱਪ ਬਣ ਗਏ। ਉਦੋਂ ਤੱਕ ਲਾਭ ਸਿੰਘ ਦੇ ਜਿਹੜੇ ਰਿਲੇਸ਼ਨ ਸੰਧੂ ਦੇ ਨਾਲ ਸੁਖਾਵੇਂ ਸੀਗੇ, ਬਿਲਕੁਲ ਸਹੀ ਸੀਗੇ। ਇੱਕ ਦਿਨ ਕੀ ਹੋਇਆ ਕਿ ਯਾਨੀ ਕਿ ਦੀਵਾਰ ਦੇ ਨਾਲ ਇੱਕ ਹੱਥ ਲਾ ਕੇ ਇੱਕ ਯਾਨੀ ਕਿ ਖੜੇ ਨੇ ਉੱਥੇ ਹਰਮਿੰਦਰ ਸਿੰਘ ਸੰਧੂ ਹੈ, ਮਹਿਤਾ ਹੈ, ਚਾਵਲਾ ਹੈ ਤੇ ਲਾਭ ਸਿੰਘ ਹੈਗਾ। ਇਹਨਾਂ ਦੀ ਕਸ਼ਮਕਸ਼ ਹੋ ਰਹੀ ਹੈ ਉੱਥੇ, ਕਸ਼ਮਕਸ਼ ਕਾਫੀ ਕਸ਼ਮਕਸ਼ ਯਾਨੀ ਕਿ ਇਹਨਾਂ ਦੀ ਹੋਈ ਵੀ ਤੂੰ ਐਂ ਕੀਤਾ, ਤੂੰ ਐਂ ਕੀਤਾ, ਤੂੰ ਐਂ ਕੀਤਾ। ਮੈਂ ਵਿੱਚ ਨਹੀਂ ਗਿਆ, ਮੈਂ ਯਾਨੀ ਕਿ ਦੂਰੋਂ ਦੇਖ ਰਿਹਾ, ਸੁਣੀ ਜਾਂਦਾ ਵੀ ਕੁਛ ਨਾ ਕੁਛ ਹੋ ਰਿਹਾ ਹੈ। ਖੈਰ ਇਹਨਾਂ ਦੀ ਆਪਸ ਵਿੱਚ ਹੋਣ ਤੋਂ ਬਾਅਦ ਉਹ ਸਿੱਧਾ ਮੇਰੇ ਕੋਲ ਆਇਆ, ਮੇਰੇ ਨਾਲ ਦਾ ਜਿਹੜਾ ਆਸਣ ਲੱਗਿਆ ਹੋਇਆ ਸੀਗਾ ਉਹਨੂੰ ਰੋਲ ਕੀਤਾ। ਰੋਲ ਕਰਨ ਤੋਂ ਬਾਅਦ ਕਸ਼ ਚ ਲਿਆ ਤੇ ਬਾਹਰ ਨਿਕਲਿਆ ਤੇ ਉਹ ਤੁਰ ਗਿਆ। ਉਹਦੀ ਤੁਰੇ ਜਾਂਦੇ ਦੀ ਅੱਜ ਵੀ ਪਿਕਚਰ ਮੇਰੇ ਯਾਦ ਹੈ ਵੀ ਇੱਦਾਂ ਬਿਸਤਰਾ ਚੱਕਿਆ ਹੋਇਆ ਤੁਰਿਆ ਜਾ ਰਿਹਾ। ਉਹ ਜਾ ਕੇ ਬਾਰਕ ਦੇ 3 ਨੰਬਰ ਪਾਰਟ 'ਚ ਚਲਾ ਗਿਆ। ਉੱਥੇ ਭਾਈ ਮਨਜੀਤ ਸਿੰਘ ਤੇ ਸਾਰਾ ਭਾਈ ਮਨਜੀਤ ਸਿੰਘ ਦਾ ਜੋ ਆਪਣੇ ਜਿੱਥੋਂ ਆਏ ਸੀਗੇ, ਨਾਭਾ ਜੇਲ੍ਹ 'ਚੋਂ ਆਏ ਸੀ, ਸਾਰਾ ਉੱਥੇ ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੂੰ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਉਹਦੀ ਜਾਨੀ ਜੇ ਤਾਂ ਉੱਥੇ ਸਿਆਣਪ ਵਰਤੀ ਜਾਂਦੀ, ਜਿੱਥੇ ਫਰਜ਼ ਸੀ, ਫਰਜ਼ ਪਹਿਚਾਣੇ ਜਾਂਦੇ। ਭਾਈ ਮਨਜੀਤ ਸਿੰਘ ਦੀ ਬਹੁਤ ਰਿਸਪੈਕਟ ਸੀ ਉਸ ਦਿਨ, ਉਹ ਕਿਉਂਕਿ ਸੰਤਾਂ ਤੋਂ ਬਾਅਦ ਭਾਈ ਅਮਰੀਕ ਸਿੰਘ, ਭਾਈ ਅਮਰੀਕ ਸਿੰਘ ਤੋਂ ਬਾਅਦ ਭਾਈ ਮਨਜੀਤ ਸਿੰਘ। ਭਾਈ ਮਨਜੀਤ ਸਿੰਘ ਦਾ ਐਡਾ ਯਾਨੀ ਕਿ ਦਬਦਬਾ ਸੀਗਾ ਵੀ ਉਹਦੀ ਗੱਲ ਨੂੰ ਮੋੜਨਾ ਬਹੁਤ ਕੋਈ ਸੋਚ ਵੀ ਨਹੀਂ ਸਕਦਾ ਸੀਗਾ। ਜੋ ਬਾਈ ਆਰਡਰ ਵੀ ਗੱਲ ਕਹਿੰਦੇ ਸੀਗੇ ਤਾਂ ਵੀ ਉੱਥੇ ਉਹਨਾਂ ਨੇ ਯਾਨੀ ਕਿ ਜ਼ਰੂਰਤ ਨਹੀਂ ਸਮਝੀ ਸਮਝਾਉਣ ਦੀ, ਜਦ ਕਿ ਉੱਥੇ ਉਹਨਾਂ ਦਾ ਫਰਜ਼ ਬਣਦਾ ਸੀਗਾ ਆਪਣੇ ਫਰਜ਼ ਪਹਿਚਾਣ ਦੇ। ਠੀਕ ਹੈ ਨਾ ਵੀ ਲਾਭ ਸਿੰਘ ਕੋਈ ਗੱਲ ਨਹੀਂ, ਗੁੱਸਾ ਗਿਲਾ ਬੈਠ, ਆਪਾਂ ਕੋਈ ਚੱਕਰ ਨਹੀਂ, ਆਪਾਂ ਜੇ ਗੱਲਬਾਤ ਹੋਈ ਹੈ ਤਾਂ ਆਪਾਂ ਮੈਂ ਗੱਲ ਸੰਧੂ ਦੀ ਕੀ ਹਿੰਮਤ ਹੈ, ਮਹਿਤੇ ਦੀ ਕੀ ਹਿੰਮਤ ਹੈ, ਜਾਂ ਬਾਕੀਆਂ ਦੀ ਕੀ ਹਿੰਮਤ ਹੈ। ਜਿੱਥੇ ਉਹਨਾਂ 'ਚ ਗਲਤੀ ਹੋਈ ਉਹ ਸੌਰੀ ਕਰਨਗੇ, ਮਾਫੀ ਮੰਗਾਊਂਗਾ, ਜੇ ਤੇਰੇ 'ਚ ਗਲਤੀ ਹੋਈ ਤੈਨੂੰ ਮੰਨਣੀ ਪਊ। ਪਰ ਉਹਨਾਂ ਨੇ ਇਹ ਗੱਲ ਨੂੰ ਨਹੀਂ ਕਿਹਾ ਜੋ ਟਰੂ ਹੈ। ਜ਼ਹਿਰ ਸੀੜਾ ਉਹ ਪਲਣਾ ਸ਼ੁਰੂ ਹੋ ਗਿਆ ਸੰਧੂ ਪ੍ਰਤੀ, ਗੱਲ ਕੁਛ ਵੀ ਨਹੀਂ ਸੀਗੀ। ਇੱਥੇ ਮੈਂ ਇਹ ਕਹਾਂਗਾ ਜੋ ਮੇਰੀ ਸੋਚ ਹੈ, ਸ਼ਾਇਦ ਮੈਂ ਗਲਤ ਹੋਵਾਂ, ਇਸ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਜਿਹੜੇ ਇਹ ਮਾਰਗ ਮਤਲਬ ਕਿ ਇੱਕ ਦੁਨਿਆਵੀ ਮਾਰਗ ਹੈਗਾ, ਅਸੀਂ ਬੱਚੇ ਪਾਲਦੇ ਹਾਂ, ਆਪਦੇ ਬੱਚਿਆਂ ਨੂੰ ਪੜ੍ਹਾਉਣੇ ਆ ਅਤੇ ਉਸ ਤੋਂ ਬਾਅਦ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਣੇ ਆ ਜੋ ਬੱਚਿਆਂ ਪ੍ਰਤੀ ਸਾਡੀਆਂ ਹੁੰਦੀਆਂ ਨੇ। ਇੱਕ ਮਾਰਗ ਹੈਗਾ ਜਿਹੜਾ ਵੇਖ ਕੇ ਅੰਠ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਇੱਕ ਰਾਜਾ ਹੈ, ਰਾਜਾ ਜ਼ੁਲਮ ਕਰ ਰਿਹਾ ਪ੍ਰਜਾ ਦੇ ਉੱਤੇ, ਜਦੋਂ ਜੁਰਮ ਦੀ ਇੰਤਹਾ ਹੋ ਜਾਂਦੀ ਹੈ, ਅੱਤ ਹੋ ਜਾਂਦੀ ਹੈ, ਤਾਂ ਉਹ ਜੁਰਮ ਨੂੰ ਦੇਖ ਕੇ ਜਾਗਦੀ ਜ਼ਮੀਰਾਂ ਵਾਲੇ ਕੁਝ ਯੋਧੇ ਉੱਠ ਖੜ੍ਹਦੇ ਨੇ, ਕਿਉਂਕਿ ਦੇਖ ਕੇ ਅੰਡਟ ਕਰਨਾ ਵੀ ਇੱਕ ਪਾਪ ਹੈ। ਇਹ ਸਿਧਾਂਤ ਕਿੱਥੋਂ ਮਿਲਿਆ? ਗੁਰੂ ਸਾਹਿਬ ਤੋਂ ਮਿਲਿਆ। ਗੁਰੂ ਸਾਹਿਬ ਨੇ ਕਿਹਾ ਚੂੰਕਾਰ ਹਜ ਹਮਾ ਹੀ ਤੇ ਦਰ ਗੁਦਸ਼ਤ, ਚੂੰਕਾਰ ਹਜ ਹਮਾ ਹੀ ਤੇ ਦਰ ਗੁਜਸਤ, ਹਲਾਲ ਆਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਵੀ ਜਦੋਂ ਜੁਰਮ ਦੀ ਹੱਦ ਟੱਪ ਜੇ, ਹੋਰ ਕੋਈ ਹੀਲਾ ਵਸੀਲਾ ਨਹੀਂ ਰਹੇ, ਤਾਂ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਜਾਇਜ਼ ਹੈ। ਉਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਕੁਝ ਅਣਖੀ ਜਾਗਦੀਆਂ ਜ਼ਮੀਰਾਂ ਵਾਲੇ ਇੱਕ ਰਸਤਾ ਅਪਣਾ ਲੈਂਦੇ ਨੇ। ਉਹ ਰਸਤੇ ਦਾ ਜਿਹੜਾ ਹੈਗਾ ਰਸਤਾ ਕੀ ਹੈ? ਸ਼ਹੀਦੀ। ਉਹਦੀ ਮੰਜ਼ਿਲ ਕੀ ਹੈ? ਸ਼ਹੀਦੀ। ਉਹ ਰਸਤਾ ਜਾਂਦਾ ਕਿੱਧਰ ਹੈ, ਮੁੱਕਦਾ ਕਿੱਥੇ ਹੈ? ਜਿੱਥੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ 40 ਮੁਕਤੇ ਵਗੈਰਾ ਵਗੈਰਾ ਸੁਨ ਸਮਾਧੀਆਂ ਦੇ ਵਿੱਚ ਲੀਨ ਨੇ, ਉੱਥੇ ਜਾ ਕੇ ਮੁੱਕ ਜਾਂਦਾ ਰਸਤਾ। ਜਦੋਂ ਉਹ ਰਸਤੇ ਪੈ ਗਏ ਤਾਂ ਮੇਰੇ ਮੁਤਾਬਕ ਉੱਥੇ ਇਹ ਚਾਹੀਦਾ ਵੀ ਮੇਰਾ ਅੱਜ ਤੋਂ ਬਾਅਦ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਰੌਲਾ ਨਹੀਂ, ਕਿਸੇ ਨਾਲ ਕੋਈ ਵੱਟ ਦਾ ਰੌਲਾ ਨਹੀਂ,
ਕਿਸੇ ਨਾਲ ਕੋਈ जिसने सरपंची ਦੇ ਵਿੱਚ ਮੇਰਾ ਮੰਨ ਲਓ ਕਿ ਮੈਂ ਸਰਪੰਚ ਖੜਾ ਹੋਇਆ ਤਾਂ ਮੇਰੇ ਐਂਟੀ ਚੱਲੇ, ਮੇਰਾ ਉਹਨਾਂ ਨਾਲ ਵੀ ਕੋਈ ਰੌਲਾ ਨਹੀਂ। ਠੀਕ ਹੈ, ਮੇਰੀ ਪਾਣੀ ਦੀ ਵਾਰੀ ਫਲਾਣੇ ਨੇ ਵੱਢ ਲਈ ਧੱਕੇ ਦੇ ਨਾਲ, ਉਹਦੇ ਮੇਰੀ ਬੇਇੱਜ਼ਤ ਵੀ ਕੀਤਾ, ਮੇਰਾ ਉਹਦੇ ਨਾਲ ਵੀ ਕੋਈ ਰੌਲਾ ਨਹੀਂ। ਪਰ ਜਿਹੜਾ ਰਸਤਾ ਮੈਂ ਹੁਣ ਅਪਣਾ ਲਿਆ, ਇੱਥੇ ਮੇਰੀ ਕਿਸੇ ਨਾਲ ਵੀ ਕੋਈ ਨਿੱਜੀ ਰੰਜਿਸ਼ ਨਹੀਂ। ਜੋ ਸੀ ਉਹ ਸਭ ਖਤਮ। ਹੁਣ ਮੇਰਾ ਮਾਰਗ ਹੋਰ ਹੈਗਾ। ਮੈਂ ਜਿਸ ਮਾਰਗ ਲਈ ਤੁਰਿਆ, ਇਸ ਮਾਰਗ ਦੇ ਉੱਤੇ ਮੈਂ ਹੁਣ ਇੱਕ ਜਿੰਦਾ ਸ਼ਹੀਦ ਜਿਹਦਾ ਨੂੰ ਕਹਿ ਦਿੰਦੇ ਹਾਂ, ਜਿਹਦਾ ਅੰਤ ਸ਼ਹੀਦੀ ਹੈ। ਮੈਂ ਕੌਮ ਲਈ ਜੁਰਮ ਨੂੰ ਜਿਹਦੀ ਸ਼ਾਂਤੀ ਭੰਗ ਕੀਤੀ ਹੈ, ਸਮੇਂ ਦੇ ਸਰਕਾਰ ਨੇ, ਸਮੇਂ ਦੇ ਰਾਜੇ ਨੇ ਜਿਹੜੀ ਸ਼ਾਂਤੀ ਭੰਗ ਕੀਤੀ ਹੈ, ਮੈਂ ਜਿਹੜਾ ਹਥਿਆਰ ਚੁੱਕਿਆ ਮੱਥੇ ਨੂੰ ਲਾਇਆ ਹੈ, ਇਹਦੇ ਨਾਲ ਸ਼ਾਂਤੀ ਬਹਾਲ ਕਰਾਂਗਾ, ਨਾ ਕਿ ਸ਼ਾਂਤੀ ਭੰਗ ਕਰਾਂਗਾ। ਪਰ ਹੋਇਆ ਇਹਦੇ ਉਲਟ। ਲਾਭ ਸਿੰਘ ਆਪਣਾ ਉਹੀ ਗੁੱਸਾ ਲੈ ਕੇ ਜੋ ਉਹਦੇ ਇੰਜੈਕਟ ਕੀਤਾ ਸੀ ਉਹਦੇ ਅੰਦਰ, ਉਹ ਗੁੱਸਾ ਲੈ ਕੇ ਉਹ ਤਰੀਕ 'ਤੇ ਜਾਂਦਾ ਹੈ, ਤਰੀਕ 'ਤੇ ਦੌੜ ਜਾਂਦਾ ਉੱਥੋਂ, ਉਹਨੂੰ ਭਜਾ ਕੇ ਲੈ ਜਾਂਦੇ ਨੇ। ਬਸ ਇੱਥੇ ਖੇਡ ਖਤਮ। ਇਹ ਤੋਂ ਬਾਅਦ ਕੀ ਹੁੰਦਾ ਹੈ, ਇੱਥੋਂ ਹੀ ਸੰਧੂ ਦੇ ਕਤਲ ਦਾ ਮੁੱਢ ਵੱਜਦਾ ਹੈਗਾ। ਉਹ ਗੁੱਸੇ ਦੇ ਵਿੱਚ ਫਿਰ ਆਪਦੇ ਸਾਥੀਆਂ ਨੂੰ ਕਹਿਣਾ ਸੁਭਾਵਿਕ ਹੈ ਵੀ ਮੈਂ ਬਚਿਆ। ਜੋ ਅਸੀਂ ਸੁਣਿਆ ਬਾਅਦ ਦੇ ਵਿੱਚ, ਕੰਨੀ ਨਹੀਂ ਸੁਣਿਆ, ਜੋ ਅਸੀਂ ਬਾਤ ਵਿੱਚ ਸੁਣਿਆ ਵੀ ਮੈਂ ਰਹਾਂ ਚਾਹੇ ਨਾ ਰਹਾਂ, ਪਰ ਸੰਧੂ ਨਹੀਂ ਰਹਿਣਾ ਚਾਹੀਦਾ। ਜਦ ਕਿ ਉਹ ਨਿੱਜੀ ਜਿਹੜੀ ਰੰਜਿਸ਼ ਸੀਗੀ ਉਹ ਮਾਫ਼ ਕਰ ਦੇਣੀ ਚਾਹੀਦੀ ਸੀ। ਕੋਈ ਬੱਜਰ ਕ੍ਰੈਤ ਨਹੀਂ ਸੀ ਕੀਤੀ, ਆਪਸ ਵਿੱਚ 100 ਹੋ ਜਾਂਦੀਆਂ ਨੇਗੀਆਂ। ਵਿਸ਼ਾਲਤਾ ਦਿਖਾਉਣੀ ਸੀ, ਦਰਿਆ ਦੀ ਵੀ ਦਿਖਾਉਣੀ ਸੀਗੀ, ਠੀਕ ਹੈ ਨਾ, ਪਰ ਨਹੀਂ ਦਿਖਾਈ ਗਈ। ਚਲੋ ਸੰਧੂ ਦਾ ਮੰਨ ਲਓ ਉਹਦਾ ਗੁੱਸਾ ਸੀਗਾ, ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਆਪਸ ਵਿੱਚ, ਮੈਨੂੰ ਨਹੀਂ ਪਤਾ, ਚਲੋ ਗੁੱਸਾ ਲੈ ਕੇ ਚਲਾ, ਉਹਨੇ ਜੋ ਕੀਤਾ। ਪਰ ਸੰਧੂ ਦੇ ਜਿਹੜੇ ਦੋਸਤ ਮਿੱਤਰ ਸੀ ਉਹਨਾਂ ਦਾ ਕੀ ਕਸੂਰ ਸੀ? ਮੇਰਾ ਇੱਕ ਮਿੱਤਰ ਸੀਗਾ ਪਿੱਥੀ ਸਿੰਘ ਕਟਾਰ ਸਿੰਘ ਵਾਲਾ, ਮਿਸਤਰੀ ਸਿੰਘ ਸੀਗਾ, ਲੱਕੜ ਦਾ ਕੰਮ ਕਰਦਾ ਸੀ, ਲੋਕਾਂ ਦੇ ਹਲ ਵਗੈਰਾ ਫਾਲੇ ਵਗੈਰਾ ਕੁੱਟ ਕੇ ਕਿਸਾਨਾਂ ਦੇ ਕੰਮ ਕਰਦਾ ਸੀ, ਅਤੇ ਛਿਮਾਹੀ ਦਾਣੇ ਵਗੈਰਾ ਉਹਦੇ ਫਲਸਰੂਪ ਉਹਨੂੰ ਮਿਲਦੇ ਸੀ। ਇੱਦਾਂ ਦੇ ਕਤਲ ਹੋਏ, ਬੜਾ ਮਨ ਦੁਖੀ ਹੋਇਆ, ਮਨ ਟੁੱਟ ਗਿਆ ਵੀ ਯਾਰ ਕਿੱਦਾਂ ਦੀ ਸੋਚ ਲੈ ਕੇ ਬਿਲਕੁਲ ਹੀ ਖਤਮ ਹੋ ਗਈ ਕਹਾਣੀ ਅੰਦਰੋਂ। ਚਲੋ ਅਸੀਂ ਰਿਹਾ ਹੋ ਚੁੱਕੇ ਸੀ। ਉਹ ਜਦੋਂ ਸੰਧੂ ਦਾ ਕਤਲ ਹੋਇਆ, ਉਦੋਂ ਮੈਂ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਦੇ ਨਾਲ ਯਾਨੀ ਕਿ ਇੱਥੇ ਹਾਜ਼ਰ ਸੀਗਾ। ਅਸੀਂ ਇਕੱਠੇ ਯਾਨੀ ਕਿ ਉਹ ਇਲੈਕਸ਼ਨ ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਬਣਨ ਤੱਕ ਮੈਂ ਰਾਜਦੇਵ ਸਿੰਘ ਖਾਲਸਾ ਦੇ ਨਾਲ ਰਿਹਾ, ਔਰ ਸੰਧੂ ਪ੍ਰਤੀ ਮੈਂ ਸਾਰਾ ਕੁਛ ਉਹਨਾਂ ਨੂੰ ਅਕਸਰ ਗੱਡੀ 'ਚ ਬੈਠਿਆ, ਜੋ ਵਿਹਲਾ ਟਾਈਮ ਹੁੰਦਾ ਸੀ ਇਲੈਕਸ਼ਨ ਕੈਂਪੇਨ ਦੌਰਾਨ, ਮੈਂ ਉਹਨਾਂ ਦਾ ਜ਼ਿਕਰ ਕਰਦਾ ਰਹਿਣਾ ਸੀਗਾ। ਰਾਜਦੇਵ ਸਿੰਘ ਖਾਲਸਾ ਬਹੁਤ ਤਕੜੇ ਫੌਜਦਾਰੀ ਕੇਸਾਂ ਦੇ ਵਕੀਲ ਨੇਗੇ, ਬਹੁਤ ਪੜ੍ਹੇ ਲਿਖੇ ਨੇ, ਜਿਨ੍ਹਾਂ ਨੂੰ ਪ੍ਰਭਾਵਿਤ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਉਹਨਾਂ ਦੀ ਉਹ ਯਾਨੀ ਕਿ ਇਹਨਾਂ ਕੋਲ ਇੱਦਾਂ ਦੀਆਂ ਦਲੀਲਾਂ ਨਹੀਂ ਗੀਆਂ ਕਿ ਉਹ ਛੇਤੀ ਕੀਤੇ ਉਹਨਾਂ ਨੂੰ ਯਾਨੀ ਕਿ ਕੋਈ ਪ੍ਰਭਾਵਿਤ ਨਹੀਂ ਕਰ ਸਕਦਾ। ਪਰ ਹਰਮਿੰਦਰ ਸਿੰਘ ਸੰਧੂ ਦੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਸੀ ਉਹ, ਜੋ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਵਗੈਰਾ ਵਗੈਰਾ, ਤਾਂ ਕਾਫੀ ਪ੍ਰਭਾਵਿਤ ਸੀਗੇ। ਉਸ ਦੋਸਤੀ ਦੇ ਵਿੱਚ ਹੀ ਉਹਨਾਂ ਨੇ ਯਾਨੀ ਕਿ ਜੋ ਸੰਧੂ ਸਾਹਿਬ ਦਾ ਜਦੋਂ ਰਿਹਾਈ ਹੋਈ ਹੈ ਸੰਗਰੂਰ ਜੇਲ੍ਹ 'ਚੋਂ, ਤਾਂ ਜਿਹੜਾ ਵੀ ਇਕੱਠ ਵੱਟ ਕੀਤਾ, ਲਹੂ ਲਸ਼ਕਰ ਜੋ ਵੀ ਉਹਨਾਂ ਨੇ ਤਿਆਰ ਕੀਤਾ, ਜਿੰਨਾ ਇਕੱਠ ਕਰਨਾ ਚਾਹੀਦਾ, ਉਹ ਜਿਹਦਾ ਸਤਿਕਾਰ ਭੇਟ ਕੀਤਾ, ਉਹ ਰਾਜਦੇਵ ਸਿੰਘ ਖਾਲਸਾ ਨੇ ਕੀਤਾ ਸੀਗਾ। ਕੁਝ ਬੰਦਿਆਂ ਨੇ, ਮੈਂ ਇੰਟਰਵਿਊ ਸੁਣ ਕੇ ਹਟਿਆ, ਕੁਝ ਬੰਦਿਆਂ ਨੇ ਉਹ ਲਹੂ ਲਸ਼ਕਰ ਨੂੰ ਬੜਾ ਜੀ ਸੰਧੂ ਨੇ ਵੀ ਖਤਰਾ ਸ਼ੋਅ ਕੀਤਾ ਵੀ ਮੈਂ ਇੱਦਾਂ ਕਰਕੇ, ਕੋਈ ਉਹਦਾ ਆਪਦਾ ਕੋਈ ਉਹ ਨਹੀਂ ਸੀਗਾ, ਇਹ ਸਾਰਾ ਰਾਜਦੇਵ ਸਿੰਘ ਖਾਲਸਾ ਨੇ ਕੀਤਾ ਸੀਗਾ। ਖੈਰ ਚਲੇ ਗਏ, ਬੜਾ ਵਧੀਆ ਉਹਨਾਂ ਦਾ ਸਵਾਗਤ ਹੋਇਆ, ਅਤੇ ਉਹਨੇ ਇੰਟਰਵਿਊਆਂ ਵੀ ਹੋਈਆਂ। ਅਤੇ ਬਾਅਦ 'ਚ ਇੱਕ ਦਿਨ ਪਤਾ ਲੱਗਿਆ ਕਿ ਮੈਂ ਰਾਜਦੇਵ ਸਿੰਘ ਖਾਲਸਾ ਦੇ ਕੋਲ ਕਹਿੰਦਾ, ਭੁਪਿੰਦਰ ਕੋਈ ਗੱਲ ਦਾ ਪਤਾ ਲੱਗਿਆ? ਮੈਂ ਨਹੀਂ, ਮੈਂ ਸੰਧੂ ਦਾ ਕਤਲ ਹੋ ਗਿਆ। ਬੜਾ ਮਨ ਉਦਾਸ ਹੋਇਆ। ਸੋ ਹਰਮਿੰਦਰ ਸਿੰਘ ਸੰਧੂ ਨੇ ਜੋ ਮੈਨੂੰ ਉੱਥੇ ਪ੍ਰੇਰਿਆ,
ਮੈਨੂੰ ਪੜ੍ਹਾਇਆ ਵੀ, ਮੈਨੂੰ ਪ੍ਰੇਰਿਆ ਵੀ, ਕਈ ਗੱਲਾਂ ਬੜੀਆਂ ਸਿਖਾਈਆਂ ਮੈਨੂੰ, ਉਹਨਾਂ ਦੀ ਬਦੌਲਤ ਅੱਜ ਮੈਂ ਇੱਕ ਚਿੱਤਰਕਾਰ ਹਾਂ ਅਤੇ ਮੈਂ ਇੰਡੀਆ ਫਾਈਨ ਆਰਟ ਫਸਟ ਪ੍ਰਾਈਜ਼ ਵੀ ਲੈ ਚੁੱਕਿਆ। ਮੇਰੀਆਂ ਕੁਝ ਪੇਂਟਿੰਗ ਨੇ ਜਿਹੜੀਆਂ ਦੇਸ਼ਾਂ ਦੇ ਵਿੱਚ ਕਾਫੀ ਪੋਪੂਲਰ ਹੋਈਆਂ ਨੇ, ਜੋ ਪੰਜਾਬੀ ਕਲਚਰ ਦੇ ਉੱਤੇ ਵੀ ਇੱਕ ਪੇਂਟਿੰਗ ਬਣਾਈ ਸੀ, ਬੜੀ ਪੋਪੂਲਰ ਹੋਈ ਹੈ। ਇੰਗਲੈਂਡ ਦੇ ਵਿੱਚ ਵੀ ਮੈਂ ਮਿਊਜ਼ੀਅਮ ਬਣਾਇਆ, ਉੱਥੇ ਕੈਨੇਡਾ ਦੇ ਵਿੱਚ ਵੀ ਕਈ ਜਗ੍ਹਾ 'ਤੇ ਮੈਂ ਸਿੱਖ ਹਿਸਟੋਰੀਕਲ ਪੇਂਟਿੰਗ, ਅਤੇ ਦਰਬਾਰ ਸਾਹਿਬ ਦੇ ਵਿੱਚ ਅਜਾਇਬ ਘਰ ਦੇ ਵਿੱਚ ਵੀ ਮੈਂ ਜੁਆਇਨ ਕਰ ਗਿਆ ਸੀਗਾ, ਪਰ ਘਰ ਦੀਆਂ ਮਜਬੂਰੀਆਂ ਕਾਰਨ ਮੈਂ ਉੱਥੇ ਰੈਗੂਲਰ ਡਿਊਟੀ ਨਹੀਂ ਕਰ ਸਕਿਆ। ਉੱਥੇ ਵੀ ਮੈਂ 1 ਸਾਲ ਲਗਭਗ ਡਿਊਟੀ ਨਿਭਾਈ। ਇਹ ਸਭ ਕੁਛ ਹਰਮਿੰਦਰ ਸਿੰਘ ਸੰਧੂ ਨੇ, ਜੋ ਮੈਨੂੰ ਉੱਥੇ ਯਾਨੀ ਕਿ ਅਗਰ ਚਾਹੁੰਦੇ ਤਾਂ ਉਹ ਜਿਹੜਾ ਮੇਰੇ ਅੰਦਰ ਊਰਜਾ ਦਾ ਨੱਕਾ ਉਲਟੀ ਦਿਸ਼ਾ ਵੱਲ ਵੀ ਮੁੜ ਸਕਦੇ ਸੀਗੇ, ਜੋ ਮੇਰੇ ਮੁਤਾਬਕ, ਉਹਨਾਂ ਦੇ ਮੁਤਾਬਕ ਮੇਰੇ ਲਈ ਉਹ ਸ਼ੂਟ ਨਹੀਂ ਸੀ ਕਰਦਾ, ਪਰ ਉਹਨਾਂ ਨੇ ਮੈਨੂੰ ਸਹੀ ਦਿਸ਼ਾ ਵੱਲ ਤੋਰਿਆ। ਮੈਂ ਜੋ ਆਪਣੇ ਕੰਮਾਂ ਦੇ ਵਿੱਚ ਪਰਪੱਕ ਹਾਂ, ਉਹ ਮੈਂ ਤੁਹਾਨੂੰ ਕੁਝ ਕੰਮਾਂ ਦੀ ਲਿਸਟ ਗਿਣਾਉਣਾ। ਤੁਸੀਂ ਉਹਨੂੰ ਇਕੱਲਾ ਸ਼ਬਦਾਂ ਵਿੱਚ ਨਹੀਂ, ਉਹਨੂੰ ਤੁਸੀਂ ਪ੍ਰੈਕਟੀਕਲ ਵੀ ਅੱਖੇ ਵੇਖੋਗੇ। ਕੁਛ ਕੁ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਜੋ ਮੈਂ ਕਹਾਂ ਤਾਂ ਅੱਖੀਂ ਵੇਖ ਸਕੋ। ਉਹ ਸਾਰੀ ਜਿਹੜੀ ਸੀਗੀ ਉਹ ਸਰ, ਜੇ ਮੈਂ ਅੱਜ ਜਿਉਂਦਾ ਰਿਹਾ, ਉਹਨਾਂ ਨੇ ਮੈਨੂੰ ਅੱਛੀ ਦਿਸ਼ਾ ਦਿਖਾਈ, ਤਾਂ ਮੈਂ ਇਸ ਸਟੇਜ 'ਤੇ ਪਹੁੰਚਿਆ। ਉਹ ਕੰਮ ਕੀ ਨੇ, ਮੈਂ ਤੁਹਾਨੂੰ ਸਾਰੇ ਕੰਮ ਆਪਣੇ ਦੱਸ ਰਿਹਾ। ਜਿਨ੍ਹਾਂ ਕੰਮਾਂ ਦੇ ਵਿੱਚ ਦਾਸ ਨੇ ਪ੍ਰੈਕਟੀਕਲੀ ਅਤੇ ਥਿਓਰੀਕਲੀ ਮੁਹਾਰਤ ਹਾਸਿਲ ਕੀਤੀ ਹੈਗੀ, ਉਹਦੇ ਵਿੱਚ ਨੰਬਰ 1 ਚਿੱਤਰਕਾਰੀ ਦੀਆਂ ਇੱਕ ਕੈਟਾਗਰੀ ਨਹੀਂ, ਪੋਰਟਰੇਟ ਆਰਟਿਸਟ, ਸਕੈਚਿੰਗ ਅਤੇ ਥੀਮ ਦੇ ਉੱਤੇ ਪੇਂਟਿੰਗ ਬਣਾਉਣੀ, ਹਿਸਟੋਰੀਕਲ ਪੇਂਟਿੰਗਾਂ ਬਣਾਉਣੀਆਂ। ਕਿਸੇ ਥੀਮ ਨੂੰ ਪੜ੍ਹ ਕੇ ਉਸ ਸਮੇਂ ਦੇ ਵਿੱਚ ਇਨਵੋਲਵ ਹੋ ਕੇ ਉਹ ਤਸਵੀਰਾਂ ਬਣਾਉਣੀਆਂ। ਚਿੱਤਰਕਾਰ। ਪਾਵਰ ਪੈਰਾਗਲਾਈਡਰ ਪਾਇਲਟ, ਜੇ ਇਹ ਨਾ ਸਮਝ ਆਵੇ ਤਾਂ ਗੂਗਲ 'ਤੇ ਦੇਖ ਸਕਦੇ ਹੋ। ਪਾਵਰ ਪੈਰਾਗਲਾਈਡਰ ਪਾਇਲਟ ਮਤਲਬ ਕਿ ਇੱਕ ਪੈਰਾਗਲਾਈਡਰ ਹੁੰਦਾ ਹੈ ਜਿਹੜਾ ਪਹਾੜਾਂ ਦੇ ਵਿੱਚ ਉੱਡਦੇ ਹਾਂ ਅਸੀਂ, ਅਕਸਰ ਦੇਖਿਆ ਹੋਏਗਾ। ਉਹਦੇ ਨਾਲ ਪਾਵਰ ਲਾ ਕੇ ਨੀਚੇ ਗਰਾਊਂਡ ਤੋਂ ਟੇਕ ਆਫ ਕਰਨਾ ਅਤੇ 2000 ਫੁੱਟ ਦੀ ਉਚਾਈ 'ਤੇ ਪਹੁੰਚ ਜਾਣਾ, 3000 ਫੁੱਟ ਦੀ ਉਚਾਈ 'ਤੇ ਆਪਣਾ ਟਰੈਵਲ ਕਰਨਾ, ਫਿਰ ਉੱਥੇ ਆਪਦਾ ਜੋ ਐਡਵੈਂਚਰ ਯਾਨੀ ਕਿ ਇੱਦਾਂ। ਹੈਂਗ ਗਲਾਈਡਰ ਪਾਇਲਟ ਬਹੁਤ ਟਫ ਹੈ, ਬਹੁਤ ਇਹ ਟਫ ਹੈ ਹੈਂਗ ਗਲਾਈਡਰ ਪਾਇਲਟ। ਇਹ ਵੀ ਮੈਂ ਯਾਨੀ ਕਿ ਫਲਾਈਂਗ ਕੀਤੀ, ਹੈਂਗ ਗਲਾਈਡਰ ਨੂੰ ਵੀ ਉਡਾਇਆ, ਅਗਰ ਪਾਵਰ ਯੂਨਿਟ ਲਾ ਕੇ ਆਪ ਬਣਾ ਕੇ ਉਹ ਵੀ ਮੈਂ ਆਪ ਉਡਾਇਆ, ਸਕਸੈਸਫੁਲ ਉਡਾਇਆ। ਔਰ 1 ਸਕਿੰਟ ਦੀ ਗਲਤੀ, ਉਹਦੀ 1 ਸਕਿੰਟ ਦੀ ਗਲਤੀ ਮਤਲਬ ਕਿ ਮੌਤ। ਪੈਰਾਗਲਾਈਡਰ ਟਰੈਕ ਮੈਂ ਖੁਦ ਬਣਾਇਆ, ਪੈਰਾਗਲਾਈਡਰ ਟਰਾਈਕ 1 ਸੀਟਰ ਅਤੇ 2 ਸੀਟਰ, ਔਰ ਸਕਸੈਸਫੁਲ ਉਡਾਇਆ। ਔਰ ਕਲਿੱਪ ਤੁਸੀਂ ਇਹਦੇ ਵਿੱਚ ਦਿਖਾਉਣਗੇ, ਉਹ ਕਲਿੱਪ ਦੇ ਵਿੱਚ ਤੁਸੀਂ ਮੇਰੀ ਫਲਾਈਂਗ ਦੇਖੋਗੇ। ਮੈਂ ਨਹੀਂ ਉੱਡ ਰਿਹਾ, ਬਣਾਇਆ ਮੈਂ ਔਰ ਮੇਰਾ ਬੇਟਾ ਉੱਡ ਰਿਹਾ ਹੈ, ਐਜ ਏ ਪਾਇਲਟ ਫਲਾਈਂਗ ਕਰ ਰਿਹਾ, ਅਤੇ ਛੋਟਾ ਬੇਟਾ ਅੱਗੇ ਬੈਠਾ ਹੈਗਾ। ਮੈਨੂੰ ਆਪਣੀ ਬਣਾਈ ਹੋਈ ਚੀਜ਼ 'ਤੇ ਮੇਰੇ ਬੱਚਿਆਂ ਨੂੰ ਬਣਾਈ ਹੋਈ ਚੀਜ਼ 'ਤੇ ਇੰਨਾ ਕੌਨਫੀਡੈਂਸ ਸੀਗਾ ਵੀ ਐਵੀਏਸ਼ਨ ਕਲੱਬ ਪਟਿਆਲੇ ਤੋਂ ਉਡਾਇਆ, ਔਰ ਸਕਸੈਸਫੁਲ ਉਡਾਉਣ ਤੋਂ ਬਾਅਦ ਸਕਸੈਸਫੁਲ ਲੈਂਡ ਕਰਵਾਇਆ। ਔਰ ਹੁਣ ਤੱਕ ਕਈ ਘੰਟੇ ਸਾਡੀ ਸੈਂਕੜੇ ਫਲਾਈਂਗ ਹੋ ਚੁੱਕੀ ਹੈ, ਜਿਹਦੇ ਵਿੱਚ ਅਸੀਂ ਲੋਕਲ ਗੌਰਮੈਂਟ ਸਾਡੇ ਆਫੀਸਰ ਸਾਹਿਬਾਨਾਂ ਨੂੰ ਵੀ ਮੈਂ ਇੱਥੇ ਫਲਾਈਂਗ ਕਰਵਾ ਚੁੱਕੇ ਹਾਂ। ਆਪ ਇੰਸਟਰੂਮੈਂਟ ਤਿਆਰ ਕਰਕੇ ਇੰਸਟਰੂਮੈਂਟ ਇਲੈਕਟ੍ਰਿਕ ਬੈਂਜੋ ਤਿਆਰ ਕਰਕੇ, ਖੁਦ ਹੀ ਤਿਆਰ ਕਰਕੇ, ਖੁਦ ਬਜਾਈ, ਖੁਦ ਵਜਾਉਣਾ। ਮੈਂ ਟੋਟਲ ਸਾਰਾ ਕੁਛ ਮੈਂ ਆਪਣੇ ਘਰ ਦੇ ਵਿੱਚੋਂ ਜੋ ਵੇਸਟ ਮਟੀਰੀਅਲ ਉਹਦੇ ਵਿੱਚੋਂ ਲੈ ਕੇ ਔਰ ਸਕਸੈਸਫੁਲ ਉਹ ਚੀਜ਼ ਬਣਾਈ, ਔਰ ਟਿਊਨ ਕੀਤਾ, ਉਹਨੂੰ ਟਿਊਨ ਕਰਕੇ ਉਹਨੂੰ ਵਜਾਇਆ। ਕਈ ਯਾਨੀ ਕਿ ਮੈਨੂੰ ਤਬਲਾ, ਹਾਰਮੋਨੀਅਮ ਇਹ ਵਜਾਉਣ ਦੀ ਮੁਹਾਰਤ ਹਾਸਲ ਹੈ। ਕੀਰਤਨ ਕਰਨ ਦੀ ਵੀ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ, ਉਹ ਮੈਂ ਜੇਲ੍ਹ ਦੇ ਵਿੱਚ ਭਾਈ ਸੁਰਿੰਦਰ ਸਿੰਘ ਜੀ ਤੋਂ, ਜੋਧਪੁਰੀ ਜੀ ਤੋਂ ਪ੍ਰਾਪਤ ਕੀਤੀ ਹੈ ਸਿਕਸ਼ਾ। ਕੀਰਤਨ ਵੀ ਕਰਦਾ, ਕਿਤੇ ਕਿਤੇ ਆਪਦਾ ਮਨ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਕਿ ਤੁਹਾਨੂੰ ਸਾਰੇ ਸਰੋਤਿਆਂ ਨੂੰ ਔਰ ਮੇਰੀ ਕੌਮ ਨੂੰ ਮਾਣ ਵੀ ਹੋਏਗਾ ਕਿ DGCA ਤੋਂ, ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਤੋਂ ਮੈਨੂੰ ਪਰਮਿਸ਼ਨ ਦਵਾਈ ਜਾਵੇ, ਜੋ
ਉੱਥੋਂ ਦੀ ਯੋਗਤਾ ਰੱਖਣ ਵਾਲੇ ਬੰਦੇ ਨੇ, ਉਹਨਾਂ ਦੇ ਆਪਣੇ ਸਹਿਚਾਰ ਰੱਖਣ ਵਾਲੇ ਬੰਦੇ ਨੇ। ਇਹ ਥਰੂ ਇੰਡੀਅਨ ਲਾ ਦੇ ਮੁਤਾਬਕ ਮੈਨੂੰ ਪਰਮਿਸ਼ਨ, ਐਕਸਪੈਰੀਮੈਂਟ ਕੋਟੇ 'ਚੋਂ ਪਰਮਿਸ਼ਨ ਦਵਾਈ ਜਾਵੇ। ਮੈਂ ਆਪਣਾ ਹਵਾਈ ਜਹਾਜ਼ ਤਿਆਰ ਕਰਕੇ ਖੁਦ ਉਡਾਉਣ ਦੀ ਸਮਰੱਥਾ ਰੱਖਦਾ। ਮੈਂ ਆਪਣਾ ਹਵਾਈ ਜਹਾਜ਼ ਤਿਆਰ ਕਰਕੇ, 1 ਸੀਟਰ ਹਵਾਈ ਜਹਾਜ਼ ਤਿਆਰ ਕਰਕੇ, ਅਲਟਰਾ ਲਾਈਟ ਕਹਿੰਦੇ ਨੇ ਇਹਨੂੰ ਅਸੀਂ ਸਾਡੀ ਭਾਸ਼ਾ 'ਚ, ਉਹ ਉਡਾਉਣ ਦੀ ਸਮਰੱਥਾ ਰੱਖਦਾ। ਮੈਂ ਹਵਾਈ ਜਹਾਜ਼ ਦੇ ਪ੍ਰੋਪੈਲਰ, ਜਿਹਨੂੰ ਪੱਖੇ ਕਹਿੰਦੇ ਹਾਂ ਅਸੀਂ, ਜਿਹੜਾ ਮੂਹਰੇ ਹਵਾ ਨੂੰ ਅੱਗੇ ਨੂੰ ਯਾਨੀ ਕਿ ਖਿੱਚਦਾ ਅਤੇ ਪਿੱਛੇ ਨੂੰ ਪੁਸ਼ ਕਰਦਾ ਹੈ, ਜੋ ਥਰਸਟ ਪੈਦਾ ਕਰਦਾ ਜਹਾਜ਼ ਦੇ ਵਿੱਚ ਅੱਗੇ ਤੋਰਨ ਵਾਸਤੇ, ਉਹ ਪੱਖੇ ਤਿਆਰ ਕਰਕੇ ਸੇਲ ਕਰ ਚੁੱਕੇ ਹਾਂ। ਜੋ ਮੈਨੂੰ ਕਿਸੇ ਨੇ ਨਹੀਂ ਦੱਸਿਆ, ਮੈਂ ਖੁਦ ਡਿਜ਼ਾਈਨ ਕੀਤੇ ਨੇ ਔਰ ਸਕਸੈਸਫੁਲ ਤਿਆਰ ਕੀਤੇ ਨੇ। ਕਦੇ ਵੀ ਕੋਈ ਘਟਨਾ ਨਹੀਂ ਵਾਪਰੀ। ਬਹੁਤ ਟੈਕਨੀਕਲ ਕੰਮ ਹੈ। ਇਹਦੇ ਵਾਸਤੇ ਪੂਰੀ ਸਟੱਡੀ ਕਰਕੇ, ਇਹ ਨਹੀਂ ਹੈਗਾ ਵੀ ਮੈਂ ਚੱਕਿਆ ਤੇ ਸ਼ੁਰੂ ਕਰਤਾ। ਪਹਿਲਾਂ ਸਟੱਡੀ ਕੀਤਾ, ਸਟੱਡੀ ਕਰਕੇ ਡੀਪਲੀ ਉਹਦੇ ਵਿੱਚ ਉਹਨੂੰ, ਉਸ ਸਿਧਾਂਤ ਨੂੰ ਪੜ੍ਹਿਆ। ਐਰੋਡਾਇਨਾਮਿਕ ਜੋ ਮੂਲ ਸਿਧਾਂਤ ਹੈ, ਐਰੋਨੋਟੀਕਲ ਜੋ ਸਿਧਾਂਤ ਹੈ, ਉਹ ਸਾਰਾ ਪੜ੍ਹ ਕੇ ਉਹਨੂੰ ਡਿਜ਼ਾਈਨ ਕੀਤਾ, ਉਹਦੀ ਪਿਚ ਡਿਜ਼ਾਈਨ ਕੀਤੀ ਔਰ ਉਹ ਸਕਸੈਸਫੁਲ ਅਸੀਂ ਅੱਜ ਮੈਂ ਆਪਦੇ ਬਣਾਏ ਹੋਏ ਪੱਖਿਆਂ ਦੇ ਨਾਲ ਮੇਰਾ ਆਪ ਵੀ ਫਲਾਈਂਗ ਕਰਦਾ ਅਤੇ ਮੈਂ ਸੇਲ ਵੀ ਕਰਦਾ। ਮੈਂ ਜੇਲ੍ਹ 'ਚ ਕਵਿਤਾ ਲਿਖੀ ਸੀਗੀ, ਆਪਣੇ ਆਪ ਨੂੰ ਸੰਬੋਧਨ ਕਰਕੇ ਆਪਣੇ ਆਪ 'ਤੇ ਲਿਖੀ ਸੀ। ਅੱਜ ਮੇਰੀ ਰੀਝ ਕੁਆਰੀ ਤੇ, ਅੱਜ ਮੇਰੀ ਰੀਝ ਕੁਆਰੀ ਤੇ ਹਾਕਮ ਨੇ ਸੰਗਤ ਤਨ ਦਿੱਤੇ। ਅੱਜ ਢਲਿਆ ਸੂਰਜ ਜੋਵਨ ਦਾ, ਅੰਧੇਰੇ ਨੇ ਗਮ ਹੀ ਗਮ ਦਿੱਤੇ। ਮੇਰੀ ਦਰਦਾਂ ਭਰੀ ਕਹਾਣੀ ਤੇ ਬੇਦਰਦੀ ਲੋਕੀ ਹੱਸਦੇ ਨੇ। ਇਹ ਨਸੂਰ ਨੇ ਮੇਰੀ ਕਿਸਮਤ ਦੇ, ਇਹ ਭਰਦੇ ਫਿਸਦੇ ਰਸਦੇ ਨੇ। ਇਹ ਨਸੂਰ ਨੇ ਮੇਰੀ ਕਿਸਮਤ ਦੇ, ਇਹ ਭਰਦੇ ਫਿਸਦੇ ਰਸਦੇ ਨੇ। ਅਗਲਾ ਪੈਰਾ, ਸਾਰੀ ਕਵਿਤਾ ਨਹੀਂ ਬੋਲਾਂਗਾ, ਅਗਲਾ ਪੈਰਾ ਸੁਣਾ ਕੇ ਮੈਂ ਬੰਦ ਕਰਾਂਗਾ। ਸੋਚਾਂ ਦੇ ਕਾਫਲਿਆਂ ਸੰਗ ਸੰਗ, ਸੋਚਾਂ ਦੇ ਕਾਫਲਿਆਂ ਸੰਗ ਸੰਗ, ਰੇਗਿਸਤਾਨ ਗਮਾਂ ਦੇ ਲੰਬੇ ਨੇ। ਸੋਚਾਂ ਦੇ ਕਾਫਲਿਆਂ ਸੰਗ ਸੰਗ, ਰੇਗਿਸਤਾਨ ਗਮਾਂ ਦੇ ਲੰਬੇ ਨੇ। ਚੜ੍ਹਿਆ ਸੂਰਜ ਜਗ ਸ਼੍ਰੀਕੜਾ, ਚੜ੍ਹਿਆ ਸੂਰਜ ਜਗ ਸ਼੍ਰੀਕੜਾ, ਰਾਹ ਉਮਰੀ ਬਹੁਤ ਘਟੰਗੇ ਨੇ। ਪਾਣੀ ਸਮਝ ਕੇ ਰੇਤ ਵੱਲ ਦੌੜਦਾ ਹਾਂ, ਮੈਨੂੰ ਵੇਖ ਕੇ ਪਾਂਧੀ ਹੱਸਦੇ ਨੇ। ਇਹ ਨਸੂਰ ਨੇ ਮੇਰੀ ਕਿਸਮਤ ਦੇ, ਇਹ ਭਰਦੇ ਫਿਸਦੇ ਰਸਤੇ ਨੇ। ਇਸ ਲੈਵਲ ਦੀਆਂ ਮੇਰੀਆਂ 150-200 ਕਵਿਤਾਵਾਂ ਲਿਖੀਆਂ ਪਈਆਂ ਨੇ। ਸੋ ਕਹਿਣ ਤੋਂ ਮਤਲਬ ਵੀ ਇਹ ਤਾਂ ਕੁਛ ਕੁ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹਾਂ, ਪੈਰਾਮੋਟਰ ਤਿਆਰ ਕਰਨਾ। ਪੈਰਾਮੋਟਰ ਹੁੰਦੀ ਹੈਗੀ ਬੈਕਪੈਕ। ਪੈਰਾਮੋਟਰ ਮੰਨ ਲਓ ਕਿ ਅਸੀਂ ਪਿੱਛੇ ਫਿੱਟ ਕਰਕੇ, ਇੰਜਨ ਲੱਗਿਆ ਹੁੰਦਾ ਬੜਾ ਪਾਵਰਫੁਲ, ਅਤੇ ਇੱਕ ਪੱਖਾ ਲੱਗਿਆ ਹੁੰਦਾ, ਉਹ 'ਚ ਅਸੀਂ ਇਨਫਲੇਟ ਕਰਦੇ ਹਾਂ ਗਲੈਡਰ ਨੂੰ। ਗਲੈਡਰ ਉੱਤੇ ਆ ਜਾਂਦਾ, ਪੈਰਾਗਲਾਈਡਰ ਉੱਤੇ ਆਉਂਦਾ ਅਤੇ ਉਹਨੂੰ ਥਰੋਟਲ ਦਿੰਦੇ ਹਾਂ ਅਤੇ ਦੌੜਦੇ ਹਾਂ, ਥਰਸਟ ਪੈਦਾ ਹੁੰਦੀ ਹੈ, ਥਰਸਟ ਦੇ ਟੇਕ ਆਫ ਹੋ ਜਾਂਦਾ ਹੈ। ਉਹ ਮੈਂ ਆਪ ਤਿਆਰ ਕਰਦਾ। ਸੋ ਮੈਂ ਇੱਕ ਸਕਲਪਰ ਆਰਟਿਸਟ ਵੀ ਹਾਂ। ਸਟੈਚੂ ਬਣਾਉਣਾ, ਉਹ ਸਟੈਚੂ ਤੁਹਾਨੂੰ ਕਲਿੱਪ ਦੇ ਵਿੱਚ ਵੀਰ ਜੀ ਦਿਖਾਉਣਗੇ ਜਿਹੜੇ ਸ਼ੂਟ ਕਰ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਬਣਾਇਆ ਅਤੇ ਬੜੇ ਮੈਂ ਸਟੈਚੂ ਬਣਾ ਚੁੱਕਿਆ ਹਾਂ। ਮੇਨ ਗੱਲ, ਮੈਂ ਅਖਬਾਰਾਂ ਦੇ ਵਿੱਚ ਜੋ ਅਖਬਾਰ ਪ੍ਰਿੰਟ ਕਰਨਾ ਹੁੰਦਾ ਹੈ, ਕਿੱਦਾਂ ਪ੍ਰਿੰਟ ਕਰਨਾ ਹੈ, ਉਹ ਵੀ ਮੈਂ ਯਾਨੀ ਕਿ ਮੈਂ ਉੱਥੇ ਕੰਮ ਕਰਦਾ ਰਿਹਾ। ਅੱਜ ਦੀ ਆਵਾਜ਼ ਦੇ ਵਿੱਚ ਇੱਕ ਕਾਰਟੂਨਿਸਟ, ਪੰਜਾਬੀ ਜੋ ਯਾਨੀ ਕਿ ਪੜ੍ਹਨ ਵਾਲੇ ਪੰਜਾਬੀਆਂ ਨੂੰ ਕਾਰਟੂਨ, ਪੰਜਾਬੀ ਦੇ ਵਿੱਚ ਕਾਰਟੂਨ ਦੀ ਪੋਲੀਟੀਕਲ ਕਾਰਟੂਨ ਬਣਾ ਕੇ ਮੈਂ ਮੁਹਾਰਤ ਹਾਸਲ ਕੀਤੀ ਹੈ। ਇੱਕ ਮੈਂ ਕਾਰਟੂਨ ਬਣਾਇਆ ਸੀ ਮੇਰੇ ਮਿੱਤਰ ਲਈ, ਮੈਂ ਨਾਂ ਨਹੀਂ ਲਵਾਂਗਾ, ਕੈਨੇਡਾ ਦੇ ਵਿੱਚ। ਉਹ ਮੇਰੇ ਮਿੱਤਰ ਨੇ ਮੈਨੂੰ ਕਿਹਾ, ਮੈਨੂੰ ਉਹ ਬੰਦੇ ਨੇ ਬੜਾ ਪਰੇਸ਼ਾਨ ਕੀਤਾ ਵੀ ਉਹਦਾ ਕਾਰਟੂਨ ਬਣਾਉਣਾ ਹੈਗਾ, ਜਿਹਦਾ ਮਰਜ਼ੀ ਕਰ। ਮੈਂ ਬਹੁਤ ਪਰੇਸ਼ਾਨ ਹਾਂ। ਇੱਕ ਕਾਰਟੂਨ ਬਣਾਇਆ ਸੀ, 15 ਦਿਨ ਮੰਜੇ ਤੋਂ ਨਹੀਂ ਉੱਠਿਆ ਸੀ ਬੰਦਾ। ਇਹ ਮਾਲਟਨ ਦੀ ਗੱਲ ਹੈ, ਉੱਥੇ ਤੁਸੀਂ ਪਤਾ ਕਰ ਸਕਦੇ ਹੋ। ਮੇਰਾ ਮਿੱਤਰ ਸੀ ਉਹ ਅਮਰ ਸਿੰਘ ਭੁੱਲਰ, ਜੋ ਹਮਦਰਦ ਅਖਬਾਰ ਕੱਢਦਾ, ਉਹਦੇ ਲਈ ਮੈਂ ਬਣਾਇਆ ਸੀਗਾ। ਹਮਦਰਦ ਅਖਬਾਰ ਦਾ ਟਾਈਟਲ ਵੀ ਮੇਰਾ ਬਣਾਇਆ ਹੋਇਆ, ਡਿਜ਼ਾਈਨ ਕੀਤਾ ਹੋਇਆ। ਸੋ ਕਹਿਣ ਤੋਂ ਮਤਲਬ ਵੀ ਇੰਨਾ ਕੁਛ ਪ੍ਰਾਪਤ ਕਰਨ ਦੇ ਬਾਵਜੂਦ ਵੀ ਕਿਤੇ ਸ਼ੋਅ ਨਹੀਂ ਕੀਤਾ ਯਾਰ ਅਸੀਂ ਬੜੇ ਫੰਨੇ ਖਾਵਾਂਗੇ, ਅਸੀਂ ਇਹ ਹਾਂ, ਅਸੀਂ ਉਹ ਹਾਂ, ਅਸੀਂ ਕਿੰਤੂ ਪਰੰਤੂ ਕਰਦੇ ਹਾਂ। ਜਿੰਨੀ ਪਰਮਾਤਮਾ ਤੁਹਾਨੂੰ ਬਖਸ਼ਿਸ਼ ਕਰਦਾ, ਤੁਹਾਡੇ ਅੰਦਰ ਰਹਿਮਤਾਂ ਕਰਦਾ, ਇੱਦਾਂ ਦੀਆਂ ਤੁਹਾਨੂੰ ਲਿਆਕਤ ਬਖਸ਼ਦਾ, ਤੁਹਾਨੂੰ ਗੁਣ ਬਖਸ਼ਦਾ, ਤੁਹਾਨੂੰ ਆਰਟ ਬਖਸ਼ਦਾ, ਤੁਹਾਨੂੰ ਕਲਾ ਬਖਸ਼ਦਾ, ਤੁਹਾਡਾ ਫਰਜ਼ ਕੀ ਬਣਦਾ? ਉਨੇ ਝੁਕ ਜਾਓ। ਜਦੋਂ ਬ੍ਰਿਕਸ਼ ਨੂੰ ਇੱਕ ਫਲ ਲੱਗਦੇ ਨੇ, ਇੱਕ ਬੇਰੀ ਨੂੰ ਬੇਰ ਲੱਗਦੇ ਨੇ, ਤਾਂ ਸਾਰੀ ਉਹ ਬੇਰੀ ਪੂਰੀ ਦੀ ਪੂਰੀ ਝੁਕ ਕੇ ਧਰਤੀ ਨਾਲ ਲੱਗ ਜਾਂਦੀ ਹੈ।
ਉਹਦਾ ਕੀ ਮਤਲਬ ਹੈ ਵੀ ਆਓ ਮੇਰੇ ਫਲ ਖਾਓ, ਤੁਸੀਂ ਜਿੰਨੇ ਤੋੜ ਸਕਣੇ ਤੋੜੋ, ਖਾਓ, ਮੈਂ ਤੁਹਾਡੇ ਲਈ ਝੁੱਗੀਆਂ ਨੀਚੇ। ਇਹ ਭਾਵਨਾਵਾਂ ਸਾਡੇ ਜਦੋਂ ਅੰਦਰ ਹੋ ਜਾਏ ਨਾ, ਤਾਂ ਫਿਰ ਆਹ ਜਿਹੜੀਆਂ ਨੇਗੀਆਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਗੱਲ, ਠੀਕ ਹੈ ਨਾ, ਕਿਸੇ ਨੂੰ ਉਹਦੇ ਕਿਸੇ ਪੋਜ਼ਿਟਿਵ ਪ੍ਰਚਾਰ ਕਰਨ ਦੀ ਗੱਲ, ਇਹ ਪੰਖ ਲਾ ਕੇ ਉੜ ਜਾਂਦੀ ਹੈ। ਜੋ ਗੱਲ ਕਰੋ ਉਹ ਸਾਰੂ ਗੱਲ ਕਰੋ। ਬਹੁਤ ਫਿਰ ਕਹਿੰਦੇ ਨੇ ਅਸੀਂ ਭਾਵੁਕਤਾ ਦੇ ਵਿੱਚ ਵਹਿਣ 'ਚ ਬਹਿ ਗਏ। ਕਿਉਂ ਬਹਿ ਗਏ ਭਾਵੁਕਤਾ? ਬਿਲਕੁਲ ਨਹੀਂ। ਬੰਦਾ ਜਦੋਂ ਠੇਸ ਪਹੁੰਚਦੀ ਹੈ ਮਨ 'ਤੇ, ਕਿਸੇ ਮਿੱਤਰ ਦੇ ਦੋਸਤ ਦੇ ਪ੍ਰਤੀ ਕੋਈ ਬੰਦਾ ਗਲਤ ਸ਼ਬਦ ਬੋਲਦਾ, ਉਦੋਂ ਬੜਾ ਦੁੱਖ ਹੁੰਦਾ ਹੈ। ਹਾਂ, ਕੁਛ ਦੇਖਿਆ ਹੈ, ਅੱਖੀਂ ਦੇਖਿਆ, ਬਿਲਕੁਲ ਕਰਨਾ ਚਾਹੀਦਾ। ਜਿੱਦਾਂ ਕਿ ਇੱਕ ਸਵਾਨ ਦੇ ਕਰ ਕੁਛ ਭੌਂਕੈ ਤੈਨੇ ਤੋਂ ਕੁਛ ਪਾਇਆ, ਸਵਾਨ ਸੁਣ ਕਰ ਕੁਛ ਭੌਂਕੈ ਤੋ ਮੂਰਖ ਕਹਿਲਾਇਆ। ਇਹਦੇ ਮੈਂ ਪੰਜਾਬੀ 'ਚ ਅਰਥ ਕਰਕੇ ਦੱਸਦਾ ਤੁਹਾਨੂੰ, ਸਿੰਪਲ। ਟਿੱਕੀ ਰਾਤ ਹੈ। ਟਿੱਕੀ ਰਾਤ ਦੇ ਵਿੱਚ ਇੱਕ ਕੁੱਤੇ ਨੇ ਅਜੀਬ ਕਿਸੇ ਉੱਪਰੇ ਬੰਦੇ ਨੂੰ, ਚੋਰ ਨੂੰ, ਚੱਕੇ ਨੂੰ ਵੇਖਿਆ ਤਾਂ ਉਹਨੇ ਭੌਂਕਣਾ ਸ਼ੁਰੂ ਕਰਤਾ। ਬਿਲਕੁਲ ਜਾਇਜ਼ ਹੈ। ਉਸ ਬੰਦੇ ਨੂੰ ਉੱਪਰੇ ਨੂੰ ਦੇਖਿਆ ਤਾਂ ਉਹ ਕੁੱਤੇ ਨੇ ਰਾਤ ਨੂੰ, ਟਿੱਕੀ ਰਾਤ ਦੇ ਵਿੱਚ ਉਹਨੇ ਭੌਂਕਣਾ ਸ਼ੁਰੂ ਕਰ ਦਿੱਤਾ। ਇੱਕ ਕੁੱਤਾ ਤੂੜੀ ਵਾਲੇ ਦੇ ਵਿੱਚ ਕੱਛ 'ਚ ਮੂੰਹ ਦੇ ਕੇ ਪਿਆ, ਉਹਨੇ ਸੁਣਿਆ, ਉਹਨੇ ਭੌਂਕਣਾ ਸ਼ੁਰੂ ਕਰਤਾ। ਉਸ ਨੇ ਤਾਂ ਕੁਛ ਵੇਖਿਆ, ਚੋਰ ਚੱਕਾ, ਉਹਦਾ ਭੌਂਕਣਾ ਜਾਇਜ਼ ਹੈ, ਉਹਨੇ ਦੇਖਿਆ। ਇੱਕ ਅੰਦਰ ਬੈਠੇ ਨੇ ਐਵੇਂ ਭੌਂਕਣਾ ਸ਼ੁਰੂ ਕਰਤਾ। ਇਹ ਮੂਰਖ ਹੈ, ਇਹਨੇ ਕੁਛ ਦੇਖਿਆ ਨਹੀਂ, ਕਰਿਆ ਨਹੀਂ, ਉਹ ਕੁੱਤੇ ਨੂੰ ਸੁਣ ਕੇ ਉਹਦੀ ਆਵਾਜ਼ ਇੰਨੀ ਭੌਂਕਣਾ ਸ਼ੁਰੂ ਕਰਤਾ। ਇਹ ਮੂਰਖ ਹੈਗਾ। ਉਹ ਸਹੀ ਹੈ ਜਿਹਨੇ ਕੁਛ ਦੇਖਿਆ। ਸੋ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਕਿਸੇ ਪ੍ਰਤੀ ਗਲਤ ਜ਼ਹਿਰ ਉਗਲਣੀ ਬਹੁਤ ਵੱਡਾ ਪਾਪ ਹੈ, ਕਿਸੇ ਨੂੰ ਖੁਸ਼ ਕਰਨ ਵਾਸਤੇ। ਦਲਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ, ਮੈਂ ਦੋ ਹੀ ਨਾਂ ਜਾਣਦਾ, ਬਾਕੀਆਂ ਨੂੰ ਮੈਨੂੰ ਪਤਾ ਨਹੀਂ ਗਾ, ਮਾਫ਼ ਕਰਨਾ। ਜਿਨ੍ਹਾਂ ਨੇ ਵੇਖ ਕੇ ਅੰਡਰ ਨਹੀਂ ਕੀਤਾ, ਜਿਹੜੇ ਸੰਤਾਂ ਨੂੰ ਜਾਣਦੇ ਵੀ ਨਹੀਂ ਸੀ, ਕਦੇ ਮੇਰੇ ਵੀ ਨਹੀਂ ਸੀਗੇ, ਜਦੋਂ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਦੇਖਿਆ, ਨਾਲੇਕੀ ਦਾ ਜੋ ਇਜ਼ਹਾਰ ਕੀਤਾ ਮੌਕੇ ਦੀ ਸਰਕਾਰ ਨੇ, ਉਹ ਉੱਥੋਂ ਆਏ। ਉਹਨਾਂ ਨੇ ਆਪਣੀਆਂ ਡਿਗਰੀਆਂ, ਆਪਣੀਆਂ ਜੋ ਵੀ ਪ੍ਰਾਪਤ ਕੀਤਾ ਸੀ ਪੜ੍ਹਾਈ, ਸਾਰੀ ਉਹਨਾਂ ਨੇ ਉਹ ਗਾਰ ਵਿੱਚ ਸਿੱਟਤੀ, ਘਰ-ਬਾਰ ਛੱਡਤੇ, ਤੁਰ ਗਏ। ਉਹ ਕਿੰਨੇ ਦੁੱਖ ਝੱਲੇ ਉਹਨਾਂ ਨੇ, ਕਿੰਨੀਆਂ ਜੇਲ੍ਹਾਂ ਕੱਟੀਆਂ ਉਹਨਾਂ ਨੇ। ਕਿਹਦੀ ਖਾਤਰ? ਸਾਡੀ ਖਾਤਰ। ਡਿੱਗੀ ਹੋਈ ਪੱਗ ਨੂੰ ਸਿਰ 'ਤੇ ਰੱਖਣ ਖਾਤਰ ਕਿੰਨੇ ਫਾਂਸੀਆਂ 'ਤੇ ਝੂਲ ਗਏ। ਉਸ ਸਮੇਂ 'ਚ ਇਨਵੋਲਵ ਹੋ ਕੇ ਦੇਖੋ, ਜਿਨ੍ਹਾਂ ਦੀ ਕੋਈ ਮਤਲਬ ਨਹੀਂ ਸੀਗਾ, ਜਿਨ੍ਹਾਂ ਦੀ ਹਮਦਰਦੀ ਪੱਲੇ ਕੋਈ ਮਤਲਬ ਨਹੀਂ ਛੁਪਿਆ ਹੋਇਆ ਸੀਗਾ। ਉਹਨਾਂ ਦੀ ਕੌਮ ਨਾਲ ਹਮਦਰਦੀ ਸੀ, ਪਰ ਉਹ ਹਮਦਰਦੀ ਪੱਲੇ ਕੋਈ ਮਤਲਬ ਨਹੀਂ ਛੁਪਿਆ ਸੀ। ਕੋਈ ਲੀਡਰ ਨਹੀਂ ਸੀ ਲੈਣੀ ਉਹਨਾਂ ਨੇ, ਕੋਈ ਵਜ਼ੀਰੀਆਂ ਨਹੀਂ ਸੀ ਲੈਣੀਆਂ ਉਹਨਾਂ ਨੇ। ਆਪਣੀਆਂ ਜਵਾਨੀਆਂ ਦਾਅ 'ਤੇ ਲਾ ਕੇ ਝੂਲ ਗਏ ਫਾਂਸੀਆਂ 'ਤੇ, ਔਰ ਰਸੇ ਮਖੌਲ ਕਰਦੇ ਗਏ ਨੇ ਮੌਤ ਨੂੰ। ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਦਿਲੋਂ ਰਿਸਪੈਕਟ ਕਰਦਾ, ਭਾਵੁਕ ਹੋ ਜਾਂਦਾ। ਦਲਜੀਤ ਸਿੰਘ ਬਿੱਟੂ ਜੀ ਮੈਂ ਬਹੁਤ ਰਿਸਪੈਕਟ ਕਰਦਾ, ਕਰਦਾ ਰਹੂੰਗਾ। ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਨੇ ਕੁਝ ਤਸਵੀਰਾਂ ਮੇਰੇ ਤੋਂ ਬਣਵਾਉਣੀਆਂ ਸੀ। ਸ਼ਾਇਦ ਆਈਡੀਆ ਵੀ ਮੇਰੇ ਸੀ, ਸ਼ਾਇਦ ਮੇਰੇ ਇੱਕ ਦੋਸਤ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ। ਚਲੋ ਉਹਨਾਂ ਨੇ ਮੈਨੂੰ 50,000 ਰੁਪਈਆ ਦਿੱਤਾ। ਮੈਂ ਉਹਨਾਂ ਦੇ ਘਰ ਗਿਆ, ਉਹਨਾਂ ਨੇ ਮੈਨੂੰ 50,000 ਰੁਪਈਆ ਦਿੱਤਾ। ਉਹਦੇ ਵਿੱਚ ਮੈਂ 5 ਪੇਂਟਿੰਗਸ, ਜੋ ਝੂਠੇ ਪੁਲਿਸ ਮੁਕਾਬਲੇ, ਇੰਟਰੋਗੇਸ਼ਨ, ਜੋ ਵੀ ਉਹਨੇ ਥੀਮ 'ਤੇ, ਮੈਂ ਥੀਮ 'ਤੇ ਪੇਂਟਿੰਗਾਂ ਬਣਾਈਆਂ। ਔਰ ਉਹ ਪੇਂਟਿੰਗਾਂ ਲੈਣ ਵਾਸਤੇ ਸ਼ਾਇਦ ਮੇਰੇ ਘਰ ਆਏ, ਪਤਾ ਨਹੀਂ ਕੋਈ ਇੱਦਾਂ ਦੀ ਗੱਲ ਹੋਈ ਸੀ। ਹਾਂ, ਕੁਛ ਫਰੇਮ ਮੈਨੂੰ ਵਾਪਸ ਕਰਨ ਆਏ ਸੀਗੇ। ਅਸੀਂ ਚਾਹ ਪਾਣੀ ਪੀਤਾ, ਮੈਂ ਬਹੁਤ ਰਿਸਪੈਕਟ ਕੀਤੀ। ਉਹ ਬੰਦੇ ਬਹੁਤ ਪੜ੍ਹੇ ਲਿਖੇ ਦਾ ਹੀ ਫਰਕ ਹੁੰਦਾ ਹੈਗਾ। ਜਿਹੜੇ ਅੱਛੇ ਸਕੂਲਾਂ 'ਚ ਪੜ੍ਹੇ ਨੇ, ਜਿਨ੍ਹਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਉਹਨਾਂ ਤੋਂ ਬੜਾ ਕੁਛ ਸਿੱਖਣ ਨੂੰ ਮਿਲਦਾ। ਮੈਂ ਤਾਂ ਉਲਾਂਭਾ ਦਿੱਤਾ, ਚਾਹ ਪਾਣੀ ਪੀਤਾ, ਜਲ ਪਾਣੀ ਛਕੇ ਵੀ ਤੁਸੀਂ, ਮੈਂ ਸੰਧੂ ਦੇ ਨਾਲ ਰਿਹਾ। ਮੈਂ ਜਾਣਦਾ ਉਹ ਬੰਦਾ, ਜੋ ਉਹਦੇ ਇਲਜ਼ਾਮ ਲਾਏ ਨੇ ਉਹ ਗਲਤ ਸੀਗੇ। ਜੇ ਹੁੰਦੇ, ਮੈਂ ਆਪ ਵੀ ਖੁਦ ਹੀ ਕਹਿ ਦੇਣਾ ਸੀ, ਆਪ ਜੋ ਹੋਇਆ ਜੋ ਕਰੂ ਸੋ ਭਰੂ। ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਯਾਨੀ ਕਿ
ਸੰਗਤ ਅੱਗੇ, ਕੌਮ ਅੱਗੇ ਇਹ ਰੱਖ ਰਿਹਾ ਵੀ ਦੇਖੋ, ਮੈਂ ਸਤਿਗੁਰੂ ਦੀ ਲੀਨ ਹੋ ਕੇ ਅਰਦਾਸ ਕਰਕੇ ਤਸਵੀਰ ਬਣਾਈ ਸੀ ਔਰ ਮਹਾਰਾਜ ਨੇ ਮੈਨੂੰ, ਮੈਂ ਇੱਕੋ ਹੀ ਅਰਦਾਸ ਕੀਤੀ, ਸੱਚਾ ਪਾਤਸ਼ਾਹ ਮੈਂ ਤੁਹਾਡਾ ਸਰੂਪ ਚਿਤਰਨਾ ਚਾਹੁੰਦਾ ਔਰ ਮੈਂ ਇਹ ਚਿਤਰਿਆ। ਇਹ ਗੁਰੂ ਸਾਹਿਬਾਂ ਦੀ ਹਾਜ਼ਰੀ ਦੇ ਵਿੱਚ ਮੈਂ ਝੂਠ ਨਹੀਂ ਬੋਲੂੰਗਾ, ਦਲੀਪ ਸਿੰਘ ਬਿੱਟੂ ਨੇ ਮੇਰੇ ਕੋਲੇ ਇਹ ਗੱਲ ਦਾ ਅਹਿਸਾਸ ਕੀਤਾ ਵੀ ਗਲਤ ਹੋਇਆ। 2 ਵਾਰੀ ਮੇਰੇ ਕੋਲ ਅਹਿਸਾਸ ਕੀਤਾ, ਇੱਕ ਵਾਰੀ ਜੇਲ੍ਹ 'ਚ ਮੈਂ ਮਿਲਿਆ ਉਦੋਂ ਅਹਿਸਾਸ ਕੀਤਾ, ਇੱਕ ਮੇਰੇ ਵਾਰੀ ਘਰ ਆਏ ਉਦੋਂ ਅਹਿਸਾਸ ਕੀਤਾ। ਮੈਂ ਇਹਨਾਂ ਨੂੰ ਕਿਹਾ ਵੀ ਸੰਧੂ ਦਾ ਜੋ ਕਤਲ ਹੋਇਆ ਹੈ ਤੁਸੀਂ ਗਲਤ ਕੀਤਾ ਹੈ। ਉਹਨੇ ਬਿਨਾਂ ਸੋਚੇ, ਬਿਨਾਂ ਮੇਰੇ ਤੋਂ ਯਾਨੀ ਕਿ ਦੁਬਾਰੇ ਕਹਿਣ ਦਾ ਮੌਕਾ ਦੇ, ਕਹਿੰਦਾ ਭੁਪਿੰਦਰ ਕੁਝ ਗੱਲਾਂ ਗਲਤ ਹੋਈਆਂ ਨੇ, ਇਹ ਵੀ ਗਲਤ ਹੋਏਗਾ, ਸੰਧੂ ਦਾ ਜੋ ਕਤਲ ਹੈ ਇਹ ਵੀ ਗਲਤ ਹੋਏਗਾ। ਮੇਰੇ ਕੋਲੇ ਭਾਈ ਸਾਹਿਬ ਮੰਨੇ ਨੇ, ਮੈਂ ਉਹਨਾਂ ਦੀ ਇਸ ਗੱਲ ਦੇ ਉੱਤੇ ਵੀ ਚਲੋ ਮਿਸਟੇਕ ਹੋਈ, ਗਲਤੀ ਨੂੰ ਗਲਤੀ ਮੰਨ ਲੈਣਾ, ਇਦੋਂ ਵਧੀਆ ਇਨਸਾਨ, ਇਦੋਂ ਵਧੀਆ ਹੀਰਾ ਬੰਦਾ ਕੋਈ ਹੋ ਹੀ ਨਹੀਂ ਸਕਦਾ, ਜਿਸ ਕਰਕੇ ਮੈਂ ਉਹਦੀ ਰਿਸਪੈਕਟ ਕਰਦਾ ਅਤੇ ਕਰਦਾ ਰਹਾਂਗਾ। ਪਹਿਲੇ ਮੈਨੂੰ ਕੋਈ ਵੀ ਮੇਰਾ ਵੀ ਮੈਂ ਅੱਗੇ ਸਵਾਲ ਕਰਾਂ ਉਦੋਂ ਪਹਿਲਾਂ ਉਹਨਾਂ ਨੇ ਪਤਾ, ਅਤੇ ਮੈਨੂੰ ਇਹ ਵੀ ਕਿਹਾ ਵੀ ਭੁਪਿੰਦਰ ਹਰਮਿੰਦਰ ਦੀ ਕੋਈ ਪੇਂਟਿੰਗ ਬਣਾਈ, ਮੈਂ ਹੀ ਬਣਾਊਂਗਾ, ਅਜੇ ਨਹੀਂ ਬਣਾਈ, ਬਣਾਊਂਗਾ। ਖੈਰ ਜਦੋਂ ਉਹਨਾਂ ਨੇ ਮੇਰੀ ਪਹਿਲੀ ਗੱਲ ਨੂੰ ਉਹ ਕਰਤਾ, ਫਿਰ ਮੈਂ ਇੱਕ ਸ਼ਖਸੀਅਤ ਆ ਸਾਡੇ ਲਈ ਤਾਂ ਉਹਨਾਂ ਨੇ ਆਪਣੀਆਂ ਜਵਾਨੀਆਂ ਗਾਲਤੀਆਂ, ਠੀਕ ਹੈ ਨਾ, ਸਾਡੇ ਲਈ ਲਾਤੀਆਂ ਜਵਾਨੀਆਂ, ਮੈਂ ਉਹ ਦੀ ਰਿਸਪੈਕਟ ਕਰਦਾ। ਤੋ ਇਹ ਗੱਲਾਂ ਯਾਨੀ ਕਿ ਹੁਣ ਮੈਂ ਕੱਲ੍ਹ ਕੀ ਹੋਇਆ, ਕੱਲ੍ਹ ਮੈਂ ਉਹ ਇੰਟਰਵਿਊ ਮੈਂ ਪਹਿਲਾਂ ਨਹੀਂ ਸੁਣੀ ਸੀ, ਕੱਲ੍ਹ ਸੁਣੀ ਹੈ ਮੈਂ ਪਹਿਲੀ ਵਾਰ। ਦੇਖੋ ਅਸੀਂ ਕੋਈ ਰੋਟੀ ਨੂੰ ਚੋਚੀ ਕਹਿਣ ਵਾਲੇ ਬੰਦੇ ਨਹੀਂ ਗੇ, ਅਸੀਂ ਦਰਦ ਹੰਢਾਇਆ, ਬਹੁਤ ਕੁਛ ਸਿੱਖਿਆ। ਇੱਦਾਂ ਦਾ ਯਾਨੀ ਕਿ ਬਰੇਨ ਰੱਖਣ ਵਾਲਾ ਬੰਦਾ ਸੰਧੂ ਤੋਂ ਪ੍ਰਭਾਵਿਤ ਹੋ ਰਿਹਾ ਹੈਗਾ। ਇੰਨੀਆਂ ਕਲਾਵਾਂ ਦਾ ਯਾਨੀ ਕਿ ਮੈਂ ਆਪਣੇ ਮਾਸਟਰੀ ਕਹਾਉਣਾ, ਪਰ ਮੈਨੂੰ ਵੀ ਉਹਨੇ ਯਾਨੀ ਮੈਂ ਉਹ ਤੋਂ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕਿਆ। ਉਹਨੇ ਇੱਕ ਗੱਲ ਕਹੀ ਹੈ, ਉਹ ਬੰਦੇ ਦੀ ਜਿਹੜੀ ਬੋਡੀ ਲੈਂਗੁਏਜ ਸੀਗੀ, ਪਹਿਲਾਂ ਉਹ ਭਾਈ ਭਗਵਾਨ ਸਿੰਘ ਕਾਰ ਸੇਵਾ ਵਾਲੇ ਦੀ ਤਾਰੀਫ ਕਰ ਰਿਹਾ ਹੈ, ਉਹਦੇ ਨਾਲ ਜੋ ਸ਼ਹੀਦ ਹੋ ਚੁੱਕੇ ਨੇ 30-32 ਸਿੰਘ, ਉਹਨਾਂ ਦੀ ਤਾਰੀਫ ਕਰ ਰਿਹਾ ਹੈ। ਤਾਰੀਫ ਕਰਦਾ ਕਰਦਾ ਯੂ ਟਰਨ ਮਾਰ ਜਾਂਦਾ। ਉਹਦਾ ਫੇਸ ਇੰਪਰੈਸ਼ਨ, ਉਹਦੀ ਬੋਡੀ ਲੈਂਗੁਏਜ, ਉਹਦੀ ਹਾਸੀ ਜੋ ਖਚਰੀ ਹੈ, ਖਚਰੀ ਹਾਸੀ ਸੰਧੂ ਨੂੰ ਗਦਾਰ ਕਹਿਣ ਦੇ ਉੱਤੇ ਮੌਕਾ ਨਹੀਂ ਉਹ ਜਾਣ ਦਿੰਦਾ। ਗੱਲ ਕੀ ਚੱਲਦੀ ਸੀਗੀ ਅਤੇ ਗੱਲ ਦੇਖੋ ਕਿੰਨੀ ਭੂਮਿਕਾ ਬੰਨੀ ਉਹ ਬੰਦੇ ਨੇ। ਪਹਿਲਾਂ ਤਾਰੀਫ ਕੀਤੀ ਆਪਣੇ ਭਗਵਾਨ ਸਿੰਘ ਦੀ, ਅਤੇ ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੇ ਨਾਲ ਉਹਨਾਂ ਦੀ ਤਾਰੀਫ ਕੀਤੀ। ਉਸ ਤੋਂ ਬਾਅਦ ਲੋਹਾ ਗਰਮ ਸੀ, ਲੋਹੇ ਦੇ ਨਾਲ ਲੱਕੜੀ ਦੇ ਨਾਲ ਲੋਹੇ ਨੂੰ ਤੇਰਨ ਦੀ ਕੋਸ਼ਿਸ਼ ਕੀਤੀ। ਉਹ ਪੜਿਆ ਮਾਨਸਾ, ਕੁਝ ਤਾਂ ਰਹਿਮ ਕਰ ਯਾਰ, ਤੂੰ ਕੀ ਦਰਸਾਉਣਾ ਚਾਹੁੰਦਾ ਤੂੰ। ਸੋ ਮੇਰੀ ਬੇਨਤੀ ਹੈ ਵੀ ਇੱਦਾਂ ਦੀਆਂ ਗੱਲਾਂ ਨਾ ਭੰਬਲ ਭੂਸੇ ਨਾ ਪਾਓ ਕੌਮ ਨੂੰ। ਕੌਮ ਪਹਿਲਾਂ ਹੀ ਬੜੀ ਨਿਰਾਸ਼ਾ ਵਿੱਚੋਂ ਲੰਘੀ ਹੈਗੀ। ਕੌਣ ਕੀ ਸੀ, ਸਾਰੇ ਹੀ ਸਾਡੇ ਲਈ ਤਾਂ ਹੀਰੋ ਸੀ, ਜਿਨ੍ਹਾਂ ਨੇ ਆਪਾ ਵਾਰੇ ਨੇਗੇ, ਉਹ ਕੋਈ ਵੀ ਹੈ। ਸੋ ਮੈਂ ਬੇਨਤੀ ਕਰਦਾ ਵੀ ਆਪਾਂ ਜਿਨ੍ਹਾਂ ਦਾ ਪਿਛੋਕੜ ਕਮਿਊਨਿਜ਼ਮ, ਜਿਨ੍ਹਾਂ ਨੇ ਲੈਨਿਨਵਾਦ, ਸਟਾਲਿਨ, ਮਾਰਕਸ ਦੇ ਲਿਟਰੇਚਰ ਪੜ੍ਹਿਆ ਹੋਇਆ ਹੈ, ਉਹਦਾ ਜਿਹੜੀ ਨਿਉ ਹੈ, ਨੀਂਹ ਦੇ ਉੱਤੇ ਬਿਲਡਿੰਗ ਖੜ੍ਹਦੀ ਹੈ ਨਾ, ਉਹਦੀ ਨੀਹਾਂ ਦੇ ਵਿੱਚ ਰਸ਼ੀਅਨ ਲਿਟਰੇਚਰ ਤੁੰਨ ਕੇ ਭਰਿਆ ਹੋਇਆ ਹੈ। ਹੁਣ ਉੱਧਰ ਜੇ ਗੱਲ ਕਰਦਾ ਉਹਦੇ ਨਾਲ ਕੋਈ ਫਰਕ ਨਹੀਂ, ਕੋਈ ਉਹਦੀ ਹੋਂਦ ਨਹੀਂ ਹੈਗੀ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਇਨਕਲਾਬ ਹੈ ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਦਾ ਇਨਕਲਾਬ ਹੋ ਗਿਆ ਠੁੱਸ, ਦੁਕਾਨਦਾਰੀ ਹੋ ਗਈ ਉਦੋਂ ਖਤਮ, ਹੁਣ ਆ ਕੇ ਸਿੱਖ ਚਿੰਤਨ ਬਣ ਕੇ ਬਹਿ ਗਏ ਨੇਗੇ। ਚਲੋ ਵਧੀਆ ਗੱਲ ਹੈ, ਥੋੜ੍ਹਾ ਅੱਛਾ ਹੈ, ਵਧੀਆ ਤੁਸੀਂ ਲਿਖ ਰਹੇ ਹੋ, ਪਰ ਉਹਦੇ ਵਿੱਚ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ, ਮੇਰੀ ਬੇਨਤੀ ਹੈ। ਦੂਜੀ ਗੱਲ, ਜਿਸ
ਐਡਾ ਵੱਡਾ परमात्मा ने ਟੇਲਰ ਬਖਸ਼ਿਆ, ਇਸ ਤਰ੍ਹਾਂ ਵੀ ਪੈਰ ਛੱਡ ਜੀਏ। ਠੀਕ ਹੈ ਨਾ, ਜਿੰਨਾ परमात्मा ਬਖਸ਼ਦਾ ਉਹਨਾਂ ਨੀਵਾਂ ਹੋਣਾ ਚਾਹੀਦਾ ਹੈ, ਗੁਰੂ ਸਾਹਿਬਾਂ ਦਾ ਸਿਧਾਂਤ ਹੈਗਾ। ਟਾਈਮ ਬਹੁਤ ਹੋ ਗਿਆ ਹੈ, ਲਗਭਗ 30 ਸਾਲ ਹੋ ਗਏ ਨੇਗੇ। ਕਈ ਗੱਲਾਂ ਮਨ 'ਚੋਂ ਵਿਸਰ ਜਾਂਦੀਆਂ ਨੇਗੀਆਂ। ਮੇਰੀ ਜਦੋਂ ਮੈਂ ਕੋਈ ਸਕੈਚ ਵਗੈਰਾ ਬਣਾਉਂਦਾ ਸੀ ਸੰਤਾਂ ਦੇ ਜਾਂ ਕੋਈ ਹੋਰ ਇੱਦਾਂ ਧਾਰਮਿਕ ਫੌਜੀਆਂ ਦੇ, ਜਦੋਂ ਬੈਰਕਾਂ ਛੱਡੀਆਂ ਨੇ ਇੱਦਾਂ ਦੇ ਮੈਂ ਸਕੈਚ ਬਣਾਉਂਦਾ ਸੀ, ਉਦੋਂ ਇੱਕ ਮੈਗਜ਼ੀਨ ਛਪਦਾ ਸੀਗਾ ਖੰਡੇ ਦੀ ਧਾਰ, ਸ਼ਾਇਦ ਕੋਈ ਇੱਦਾਂ ਦਾ ਮੈਗਜ਼ੀਨ ਛਪਦਾ ਸੀ, ਮੇਰੇ ਯਾਦ ਨਹੀਂ ਗਾ। ਉਹ ਮੈਗਜ਼ੀਨ ਦੇ ਵਿੱਚ ਯਾਨੀ ਮੇਰੇ ਸਕੈਚ ਛਪਦੇ ਹੁੰਦੇ ਸੀਗੇ। ਇੱਥੋਂ ਜਦੋਂ ਮੁਲਾਕਾਤ 'ਤੇ ਆਉਣਾ ਕਿਸੇ ਨੇ ਤਾਂ ਮੈਂ ਉਹਨਾਂ ਦੇ ਹੱਥੋਂ ਭੇਜ ਦੇਣਾ, ਅਤੇ ਉਹਨਾਂ ਨੇ ਉਹ ਲਿਜਾ ਕੇ, ਉਦੋਂ ਆ ਨੈੱਟ ਤਾਂ ਹੁੰਦਾ ਨਹੀਂ ਸੀਗਾ, ਤਾਂ ਉਹਨਾਂ ਨੂੰ ਉਹ ਸਕੈਚ ਦੇ ਦੇਣੇ, ਉਹਨਾਂ ਨੇ ਉਹ ਛਾਪਣੇ। ਇੱਕ ਵਾਰ ਮੇਰੇ ਬਾਰੇ ਜਸਵੰਤ ਸਿੰਘ ਕਮਲ ਨੇ ਬਹੁਤ ਵਧੀਆ ਲਿਖਿਆ ਸੀਗਾ, ਅਤੇ ਮੈਨੂੰ ਇਹ ਵੀ ਕਿਹਾ ਸੀ ਵੀ ਭੁਪਿੰਦਰ ਸਿੰਘ ਭੋਪੀ ਤੇਰੀ ਰੂਹ ਨੂੰ ਮੈਂ ਆਪਣੇ ਕਲਾਵੇ ਵਿੱਚ ਲੈਣਾ। ਤਾਂ ਜਦੋਂ ਮੈਂ ਕੁਝ ਬਾਹਰਲੇ ਸਿੰਘਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਉਹ ਚਿੱਤਰਕਾਰ ਹੈ, ਉਹਨੂੰ ਉਹ 24 ਘੰਟੇ ਆਪਣੇ ਕੰਮ ਦੇ ਵਿੱਚ ਯਾਨੀ ਕਿ ਮਗਨ ਰਹਿੰਦਾ ਹੈ। ਇੱਕ ਸੀ ਸੰਧੂ ਸਾਹਿਬ ਦਾ ਮਿੱਤਰ ਸੀਗਾ, ਭੋਲਾ ਸੀ ਨਾਮ, ਪੈਟਰੋਲ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਨਾਂ ਮੇਰੇ ਯਾਦ ਨਹੀਂ ਹੈਗਾ, ਭੋਲਾ ਪੈਟਰੋਲ ਕਹਿੰਦੇ ਸੀਗੇ। ਉਹਨੂੰ ਵੀ ਸਕੂਲ ਟਾਈਮ 'ਚ ਕੋਈ ਪੇਂਟਿੰਗ ਦਾ ਸ਼ੌਕ ਸੀਗਾ। ਉਹ ਮੇਰੇ ਤੋਂ ਬਹੁਤ ਪ੍ਰਭਾਵਿਤ ਸੀਗਾ, ਮੇਰੇ ਸਕੈਚ ਵਗੈਰਾ ਦੇਖਦਾ ਸੀਗਾ ਵੀ ਇੱਕ ਆਰਟਿਸਟ ਆ ਮੇਰਾ, ਬੜਾ ਯਾਨੀ ਕਿ ਉਹ ਰਿਗਾਰਡ ਕਰਦਾ ਸੀਗਾ। ਇੱਕ ਵਾਰ ਉਹਨੇ ਮੈਨੂੰ ਬਰੱਸ਼, ਵਾਟਰ ਕਲਰ, ਪੈਨਸਲ ਅਤੇ ਕੁਛ ਯਾਦ ਨਹੀਂ ਮੇਰੇ, ਕੁਛ ਇੱਦਾਂ ਦਾ ਮਟੀਰੀਅਲ ਮੈਨੂੰ ਉਹਨਾਂ ਨੇ ਭੇਜਿਆ ਸੀਗਾ। ਉਹ ਬੰਦੇ ਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਕਤਲ ਹੋ ਗਿਆ, ਬੜਾ ਮਨ ਉਦਾਸ ਹੋਇਆ। ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਚਿੱਤਰਕਾਰ ਹੁੰਦੇ ਨੇ, ਆਰਟਿਸਟ ਹੁੰਦੇ ਨੇ, ਬੜੇ ਭਾਵੁਕ ਹੁੰਦੇ ਨੇਗੇ। ਜਰਾ ਹੀ ਠੇਸ ਪਹੁੰਚਦੀ ਹੈ ਤਾਂ ਮਨ ਬੜਾ ਉਦਾਸ ਹੋ ਜਾਂਦਾ ਹੈ। ਕਹਿਣ ਤੋਂ ਮਤਲਬ ਵੀ ਇਸ ਮੂਵਮੈਂਟ ਦੌਰਾਨ, ਜੋ ਯੋਧਿਆਂ ਦੇ ਦੌਰਾਨ ਕੁਝ ਬੰਦਿਆਂ ਨੇ ਜਿਹੜੇ ਚੰਗੇ, ਅੱਛੇ, ਪਵਿੱਤਰ, ਪਾਕ ਇਰਾਦਿਆਂ ਨਾਲ ਤੁਰੇ ਸੀ, ਉਹਨਾਂ ਦਾ ਅਕਸ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ। ਖੈਰ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।